ਸਤਿ ਸ਼੍ਰੀ ਅਕਾਲ ਦਰਸ਼ਕੋ, ਬ੍ਰਾਈਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਆਪਣੇ ਸ਼ੋਅ ਦੇ ਵਿੱਚ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਵਧੀਆ ਤੇ ਪ੍ਰਸਿੱਧ ਹਸਤੀਆਂ ਨਾਲ ਮਿਲਵਾਉਂਦੇ ਰਹਿੰਦੇ ਹਾਂ। ਜੋ ਅੱਜਕੱਲ ਸਾਡੇ ਕਿਸਾਨ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਹੁਣ ਦਿੱਲੀ ਦੇ ਬਾਰਡਰਾਂ ਤੇ ਲੋਕ ਬੈਠੇ ਹੋਏ ਨੇ। ਇਸ ਦੇ ਰਿਗਾਰਡਿੰਗ ਗੱਲ ਕਰਨ ਲਈ ਅੱਜ ਅਸੀਂ ਆਪਣੇ ਪੰਜਾਬ ਦੀ ਬਹੁਤ ਹੀ ਪ੍ਰਸਿੱਧ ਹਸਤੀ ਨੂੰ ਮਿਲਣ ਜਾ ਰਹੇ ਹਾਂ, ਜੋ ਕਿ ਇੱਕ ਅਭਿਨੇਤਾ ਨੇ, डायरेक्टर ने, राइटर ने। उन्होंने बहुत सारिया फिल्मां ते सीरियल्स विच काम कीता है, किताबां भी लिखियां ने ते अजकल वो किसान अंदोलन दे विच बहुत ज्यादा सरगर्म ने। हाँ जी दर्शकों, मैं नाम जिन्हां दा लैण जा रही हाँ, तुसीं सब उन्हां नूं चंगी तरह जाणदे हो ते पहचानदे भी हो। ਉਹ ਹਨ ਮੰਗਲ ਢਿੱਲੋਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। सर, जिवें कि मैं अपनी दस्सिया हुणे गल करदे हां कि असीं गल करन जा रहे हां किसान अंदोलन दे बारे विच, जो दिल्ली दे सारे बॉर्डर्स ते चल रहे हैं। तुसीं बेसिकली फिल्मां नाल जुड़े हुए हो, पर फिर भी तुसीं एज अ सोशलिस्ट काफी काम करदे हो। तुहाडा चैनल भी चल रहा है ते एक डॉक्यूमेंटरी तुहाडी इस बारे आ रही है। सब तो पहलां तां तुसीं ओहदे बारे ही सानूं थोड़ा जिहा दस्सो कि किवें तुहाडा इह सारा तुसीं किवें जुड़े होए हो इस अंदोलन नाल। बेसिकली अंदोलन नाल हर बंदा जुड़िया हुआ है। हाँ जी। हर बंदा रोटी खांदा, सब्जी खांदा, फल जी। खांदा। हाँ जी। सो जे समझ जाए कि वो नहीं जुड़िया हुआ तां भी वो जुड़िया हुआ है इनडायरेक्टली। जिन्होंने लगता है ना कि मैं नहीं जुड़ियागा, हाँ ये वक्री गल है कि कौन मर गया, कौन सहजदा ते कौन जिउंदा। ਜਿਹੜੇ ਜਿਉਂਦੇ ਆ ਉਹਨੂੰ ਜਾਣਾ ਪੈਂਦਾ, ਮੋਰਚੇ ਤੇ ਵੀ ਜਾਣਾ ਪੈਂਦਾ, ਜਿੱਥੇ ਇਹਨਾਂ ਨੇ ਪੈਟਰੋਲ ਪੰਪਸ ਦੇ ਉੱਤੇ, ਟੋਲ ਨਾਕਿਆਂ ਤੇ ਜਾਂ ਰੇਲਵੇ ਟਰੈਕਸ ਤੇ ਇੱਥੇ ਵੀ ਧਰਨੇ ਲਾਏ ਸੀ, ਮੋਰਚੇ ਲਾਏ ਸੀ। ਫਿਰ ਦਿੱਲੀ ਚਲੇ ਗਏ, ਸ਼ੰਭੂ ਬਾਰਡਰ ਤੇ ਰਹੇ। ਜਾਣਾ ਪੈਂਦਾ ਹੈਗਾ। ਇਹ ਤੁਹਾਡੀ ਆਤਮਾ ਦੀ ਆਵਾਜ਼ ਹੈ ਔਰ ਤੁਸੀਂ ਇਹ ਸਬੂਤ ਦੇਣਾ ਕਿ ਤੁਸੀਂ ਜਿਉਂਦੇ ਹੋ, ਸਹਿਜਦੇ ਹੋ ਜਾਂ ਮਰ ਗਏ। ਫਿਰ ਤੁਹਾਡੀ ਸੈਂਸਿਟਿਵਿਟੀ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਸੈਂਸਿਟਿਵ ਹੋ, ਕਿੰਨੇ ਜ਼ਿੰਮੇਦਾਰ ਹੋ। ਜਿਹੜੇ ਜ਼ਿਆਦਾ ਸੈਂਸਿਟਿਵ ਜ਼ਿੰਮੇਦਾਰ ਹੈ ਉਹ ਪਹਿਲਾਂ ਚਲੇ ਗਏ, ਜਿਹੜੇ ਮੀਡੀਅਮ ਲੈਵਲ ਦੇ ਉਹ ਵਿਚਕਾਰ ਜੇ ਚਲੇ ਗਏ, ਜਿਹੜੇ ਬਹੁਤ ਘੱਟ ਉਹ ਲੇਟ ਚਲੇ ਗਏ, ਤੇ ਜਿਹੜੇ ਨਹੀਂ ਸੈਂਸਿਟਿਵ, ਇਨਸੈਂਸਿਟਿਵ ਹੈ, ਗੈਰ ਜ਼ਿੰਮੇਦਾਰ ਹੈ, ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਕਨਫਿਊਜ਼ਨ, ਕਿਉਂਕਿ ਸਰਕਾਰ ਨੇ ਕਨਫਿਊਜ਼ਨ ਬਹੁਤ ਕ੍ਰੀਏਟ ਕੀਤਾ। ਉਹ ਆਪਦੇ ਘਰ 'ਚ ਬੈਠੇ ਨਹੀਂ ਗਏ, ਕਿਉਂਕਿ ਜਿਹੜਾ ਮੇਨ ਮੀਡੀਆ ਹੈ ਉਹ ਤਾਂ ਕਨਫਿਊਜ਼ਨ ਹੀ ਕ੍ਰੀਏਟ ਕਰਨ ਤੇ ਲੱਗਿਆ ਹੋਇਆ। ਤੇ ਲੋਕਾਂ ਨੂੰ ਹੁਣ ਤੱਕ ਇਹ ਲੱਗਦਾ ਸੀ ਕਿ ਇਹ ਜਿਹੜੀ ਸਰਕਾਰੀ ਸਿਸਟਮ ਹੈ, ਇਹ ਸਰਕਾਰ ਉਹ ਸਾਡੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ। पर 72 साल हो गए, 72 सालों ਦੇ ਵਿੱਚ ਆਪਾਂ ਤਮਾਸ਼ਾ ਵੇਖ ਹੀ ਲਿਆ ਹੈ ਕਿ ਲੋਕਾਂ ਦਾ ਬਦ ਤੋਂ ਬਦਤਰ ਹਾਲ ਹੋ ਗਿਆ। ਮੈਂ ਉਹ ਕਿਹਾ ਕਿ ਇੱਕ ਤਾਂ ਇਹਨੂੰ ਕੈਪਚਰ ਕੀਤਾ ਜਾਵੇ, ਇੱਕ ਡਾਕੂਮੈਂਟਰੀ ਫਿਲਮ ਤੇ ਬਣਾਈ ਜਾਵੇ। ਇਤਿਹਾਸਕ ਪੱਖੋਂ ਪਹਿਲਾਂ ਕਿੰਨੇ ਮੋਰਚੇ ਲੱਗੇ, ਇਸ ਮੋਰਚੇ ਦੀ ਖਾਸੀਅਤ ਕੀ ਹੈ, ਕਿਉਂਕਿ ਇਹ ਤਾਂ ਕੋਈ ਦੋ ਰਾਏ ਨਹੀਂ ਕਿ ਇਹ ਇੱਕ ਖਾਸ ਤਰ੍ਹਾਂ ਦਾ ਮੋਰਚਾ ਜਿਹੜਾ ਠੀਕ ਹੈ ਕੁਝ ਕਿਸਾਨ ਜਥੇਬੰਦੀਆਂ ਨੇ ਸ਼ੁਰੂਆਤ ਕੀਤੀ, ਪਰ ਦੈਨ ਆਈ ਥਿੰਕ ਉੱਥੇ ਗੁਰੂ ਦੀ ਕਲਾ ਵਰਤੀ, ਹੁਣ ਵੀ ਵਰਤ ਰਹੀ ਹੈ। ਪਹਿਰਾ ਜਿਸ ਤਰੀਕੇ ਨਾਲ ਇਹ ਜਿਸ ਲੈਵਲ ਤੇ ਚਲਾ ਗਿਆ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਔਰ ਦੁਨੀਆ ਦੇ ਲੀਡਰਸ ਵੀ ਇਹਦੇ ਵਿੱਚ ਆਪਣਾ ਓਪੀਨੀਅਨ ਦੇਣ ਲੱਗ ਪਏ ਕਿਸਾਨਾਂ ਦੇ ਹੱਕ ਦੇ ਵਿੱਚ। ਔਰ ਜੋ 26 ਨੂੰ ਹੋਇਆ ਉਸ ਤੋਂ ਬਾਅਦ ਜੋ ਟਿਕੈਤ ਹੋ ਰਹੀ ਰੋਏ, ਤੇ ਉਹ ਜਿਹੜੀ ਕਲਾ ਵਰਤੀ, ਇਹ ਸਾਰੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਹੋ। ਸੋ ਲੀਡਰ ਸਾਹਿਬਾਨ ਨੂੰ ਵੀ ਇਹ ਅੰਦਾਜ਼ਾ ਨਹੀਂ ਸੀਗਾ ਜਥੇਬੰਦੀਆਂ ਦੇ ਇਹ ਇਸ ਲੈਵਲ ਤੇ ਚਲਾ ਜਾਏਗਾ। ਆਈ ਬੈਨ ਡੇਅਰ ਕਿ ਉੱਥੇ ਡਾਕੂਮੈਂਟਰੀ ਬਣਾਈ ਜਾਵੇ, ਇਹਨੂੰ ਕੈਪਚਰ ਕੀਤਾ ਜਾਵੇ। ਤਾਂ ਮੈਂ 2 ਵਾਰ ਗਿਆ ਉੱਥੇ, ਇੱਕ ਵਾਰ ਸਟੇਜ ਤੇ ਮੈਂ ਬੋਲਿਆ ਵੀ, ਤੇ ਮੈਂ ਅਕਸਰ ਵੇਖਦਾ ਹੁੰਦਾ ਕਿ ਸੋਲੂਸ਼ਨ ਕੀ ਹੈ। ਪ੍ਰੋਬਲਮ ਹੈਗੀਆਂ, ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰੋਬਲਮਸ ਬਹੁਤ ਹੈ। ਮੈਨੂੰ ਲੱਗਿਆ ਕਿ ਮੈਂ ਆਪਦੇ ਵੱਲੋਂ ਕੀ ਯੋਗਦਾਨ ਪਾਵਾਂ। ਸੋ ਆਈ ਸੁਜੈਸਟਡ, ਮੈਂ ਸਟੇਜ ਤੇ ਵੀ ਸੁਜੈਸਟ ਕੀਤਾ, ਕੋਈ ਚੈਨਲ ਵਾਲਾ ਨੇ ਮੈਨੂੰ ਇੰਟਰਵਿਊ ਕੀਤਾ, ਮੈਂ ਉੱਥੇ ਵੀ ਸੁਜੈਸਟ ਕੀਤਾ। ਦੂਸਰੀ ਵਾਰ ਗਿਆ ਜਦੋਂ ਮੈਂ ਸ਼ੂਟਿੰਗ ਕਰਨ ਵਾਸਤੇ ਗਿਆ ਸੀਗਾ, ਉੱਥੇ ਕਾਫੀ ਲੋਕਾਂ ਨੂੰ ਵਿਅਕਤੀਗਤ ਤੌਰ ਤੇ ਮਿਲਿਆ, ਕੁਝ ਲੀਡਰਸ ਨੂੰ ਮਿਲਿਆ। ਤੇ ਉਹਦਾ ਮੇਰਾ ਪੂਰਾ ਫੋਕਸ ਰਹਿੰਦਾ ਹੈਗਾ ਕਿ ਠੀਕ ਹੈ ਪ੍ਰੋਬਲਮਸ ਤਾਂ ਹੈਗੀਆਂ ਦੇਸ਼ ਦੇ ਵਿੱਚ, ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ, ਵਾਟ ਇਜ਼ ਦ ਸੋਲੂਸ਼ਨ। ਆਪਾਂ ਸਾਰੇ ਗਾਲਾਂ ਕੱਢੀ ਜਾਂਦੇ ਹਾਂ, ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ, ਇੱਕ ਦੂਜੇ ਨੂੰ ਲੱਗੇ ਪਏ ਉਸ ਪਾਰਟੀ ਨੂੰ ਕਰ ਲਿਆ, ਉਹਨੂੰ ਕਰ ਲਿਆ। ਆਪਣੀ ਆਦਤ ਜਿਹੜੀ ਹੈ ਨਾ ਉਹ ਚੋਰ ਵਰਗੀ ਹੈ, ਜਿਹੜੇ ਚੋਰ ਨੂੰ ਪੁਲਿਸ ਨੇ ਫੜ ਲਿਆ ਤੇ ਉਹਨੂੰ ਤੇਰੀ ਸਜ਼ਾ ਵੀ ਜਾਂ ਤਾਂ 100 ਗੰਢੇ ਖਾ ਤੇ ਜਾਂ 100 ਛਿੱਤਰ। ਤੇ ਚੋਰ ਨੇ ਕਿਹਾ ਮੈਂ 100 ਗੰਢੇ ਖਾ ਲੈਣਾ, ਮੇਰੇ ਦੋ ਨੂੰ ਗੰਢੇ। ਜੇ ਉਹਨੇ 8-10 ਗੰਢੇ ਖਾ ਲਏ ਤੇ ਉਹਨੇ ਕਿਹਾ ਵੀ ਮੂੰਹ ਕੌੜਾ ਹੋ ਗਿਆ, ਅੱਖਾਂ ਚੋਂ ਪਾਣੀ, ਤੇ ਮੈਂ ਛਿੱਤਰ ਖਾ ਲੂੰਗਾ। ਤਾਂ ਚਲੋ ਛਿੱਤਰ ਮਾਰੋ। ਜੋ 10-15 ਛਿੱਤਰ ਖਾ ਲੇਗਾ ਖੜ ਜੋ ਮੈਂ ਗੰਢੇ ਖਾ ਲੈਣਾ।
ऐसा करके उन्हें 100 चित्र खा ले, 100 गंढे खा ले। अपने सारे तो पब्लिक का हाल यही है, ਆਪਾਂ ਜੀ ਕਦੇ ਇੱਕ ਪਾਰਟੀ ਦੇ ਛਿੱਤਰ ਖਾ ਲੈਨੇ ਆ, ਮੁੜ ਕੇ ਤੰਗ ਆ ਕੇ ਦੂਜੀ ਪਾਰਟੀ ਦੇ ਗੰਢੇ ਖਾ ਲੈਨੇ ਆ। ਹਾਂਜੀ So we don't think about the solution, and I have been Yes, sir. thinking कि solution ਕੀ ਹੈ। ਤਾਂ ਉੱਥੇ ਮੈਂ ਲੀਡਰਸ ਨਾਲ ਗੱਲ ਕੀਤੀ, ਬਟ ਅਨਫੋਰਚੂਨੇਟਲੀ ਉਹਨਾਂ ਦੇ ਪ੍ਰੈਸ਼ਰ ਕਹਿ ਲਓ, ਜਾਂ ਜਦੋਂ ਆਦਮੀ ਇੱਕ ਰੋਡ ਦੇ ਵਿੱਚ ਜਾ ਰਿਹਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਆਈਡੀਆ ਤਾਂ ਬਹੁਤ ਅੱਛਾ ਹੈ, ਬਟ ਉਹਦਾ ਰਿਜ਼ਲਟ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਉਹ ਇਸ ਲਹਿਰ ਦੇ ਵਿੱਚੋਂ ਇੱਕ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਸੀ। ਸਰ ਜਿਵੇਂ ਵਟ ਆਈ ਫੀਲ ਕਿ ਜਿੱਦਾਂ ਹੁਣ ਜਿਹੜੇ ਕਿਸਾਨ ਲੀਡਰ ਨੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਸੋਲੂਸ਼ਨ ਆਉਂਦਾ ਹੋਏਗਾ, ਪਰ ਹੁਣ ਉਹ ਜਿਹੜੀ ਆਮ ਪਬਲਿਕ ਆ ਉਹਦੀ ਇੰਨੇ ਪ੍ਰੈਸ਼ਰ ਥੱਲੇ ਆ ਗਏ ਆ ਕਿ ਪਬਲਿਕ ਕਹਿੰਦੀ ਨਹੀਂ ਜੀ ਹੁਣ ਉਹ ਗੁੰਮਰਾਹ ਹੋ ਚੁੱਕੇ ਆ। ਜਿਵੇਂ ਤੁਸੀਂ ਕਹਿ ਧੌਣ ਦੇ ਗੋਡਾ ਰੱਖ ਦਿਆਂਗੇ, ਆ ਕਹਿ ਰਹੇ ਆ, ਜਾਂ ਕਹਿ ਰਹੇ ਅਸੀਂ ਦਿੱਲੀ ਚੱਕ ਦਿਆਂਗੇ, ਦਿੱਲੀ ਫਤਿਹ ਕਰ ਦਿਆਂਗੇ। ਤੇ ਇਹੋ ਜਿਹੇ ਜੋਸ਼ ਦੇ ਵਿੱਚ ਆ ਕੇ ਆਮ ਪਬਲਿਕ ਬਸ ਇੱਕ ਹੀ ਗੱਲ ਫੜ ਕੇ ਬੈਠੀ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਆ, ਜਦ ਕਿ ਉਹਦਾ ਕੋਈ ਵਿਚਲਾ ਰਸਤਾ ਅਗਰ ਹੁਣ ਲੀਡਰ ਕੱਢਣਾ ਵੀ ਚਾਹੁਣ ਤੇ ਉਹ ਕੱਢ ਨਹੀਂ ਸਕਦੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਕਿ ਕੁਝ ਹੈ ਵਾਕਈ ਏਦਾਂ? ਦੇਖੋ, ਮੈਂ ਤਾਂ ਜਦੋਂ ਪਹਿਲੀ ਵਾਰ ਗਿਆ ਉਦੋਂ ਮੈਂ ਆਈ ਡਿਡ ਨਾਟ ਰਿਅਲਾਈਜ਼, ਬਿਕੋਜ਼ ਮੈਨੂੰ ਪਤਾ ਹੈਗਾ ਕਿ ਆਪਣੀ ਕੌਮ ਦੀ ਜਿਹੜੀ ਸੋਚ ਹੈ, ਕਿਉਂਕਿ ਆਪਾਂ ਬਹੁਤ ਵਾਰੀ ਮੋਰਚੇ ਲਾਏ ਹੈ, ਬਹੁਤ ਵਾਰੀ ਸੰਘਰਸ਼ ਕੀਤੇ ਹੈ। ਜਿਵੇਂ ਕਹਾਵਤ ਸੀ, ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇੱਥੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਸਿਚੁਏਸ਼ਨ ਹੈ, ਤੇ ਆਪਾਂ ਨੁਕਸਾਨ ਬਹੁਤ ਕਰਵਾਇਆ, ਜ਼ਿੱਦ ਤੇ ਅੜ ਕੇ, ਚੈਲੰਜਸ ਕਰਕੇ, ਕੁਰਬਾਨੀਆਂ ਵਾਲੀ ਦਿੱਤੀਆਂ ਹੈਗੀਆਂ, ਤੇ ਆਪਾਂ ਨੂੰ ਅਚੀਵਮੈਂਟ ਘੱਟ ਹੋਈ ਹੈ, ਹਾਸਲ ਘੱਟ ਹੋਇਆ ਹੈ। ਕਿਸੇ ਵੀ ਮੂਵਮੈਂਟ ਨੂੰ ਆਪਣੀ ਨੂੰ ਵੇਖ ਲਓ, ਤੇ ਹੁਣ ਜੋ ਹੋਇਆ ਸੀਗਾ ਉਹਦੇ ਵਿੱਚ ਤੁਸੀਂ ਵੇਖੋ ਕਿ 36 ਸਾਲ ਬਾਅਦ ਇਹ ਮੂਵਮੈਂਟ ਖੜੀ ਹੋਈ। 30 ਸਾਲ ਤੋਂ ਉਹਨਾਂ ਪਿੰਡਾਂ ਦੇ ਵਿੱਚੋਂ ਕਦੇ ਬਰਾਤ ਨਹੀਂ ਨਿਕਲੀ, ਸਾਰੇ ਨੌਜਵਾਨ ਮੁੰਡੇ ਖਤਮ ਕਰਤੇ ਸੀਗੇ। ਇਹ ਕੱਟਿਆ ਸੀ ਉਸ ਮੂਵਮੈਂਟ ਤੋਂ। ਫਿਰ ਦਿੱਲੀ 'ਚ ਕੀ ਹੋਇਆ, ਦਰਬਾਰ ਸਾਹਿਬ 'ਚ ਕੀ ਹੋਇਆ, ਆਪਾਂ ਸਾਰੇ ਜਾਣਦੇ ਹਾਂ। ਇਹ ਵੀ ਕਿਹਾ ਸੀਗਾ, ਮੈਂ ਆਪਦੇ ਚੈਨਲ ਤੇ, ਮੇਰਾ ਚੈਨਲ ਹੈ ਮੰਗਲ ਢਿੱਲੋਂ ਚੈਨਲ YouTube ਤੇ ਮੈਂ ਉੱਥੇ ਵੀ ਵੀਡੀਓਜ਼ ਪਾਏ ਹੋਏ ਹੈ ਕਿ ਇੱਕ ਵੀਡੀਓ ਮੇਰਾ ਸੀਗਾ ਕਿ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯੁੱਧ ਨੀਤੀ ਤੋਂ ਸਿੱਖਣਾ ਚਾਹੀਦਾ, ਕਿਉਂਕਿ ਮੌਕਾ ਸੰਭਾਲਿਆ ਉਹਨਾਂ ਨੇ, ਯੁੱਧ ਨੀਤੀ ਸੀ ਉਹਨਾਂ ਦੀ। ਜੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਤੇ ਫਿਰ ਉਹਨਾਂ ਨੇ ਕਿਲਾ ਛੱਡਿਆ, ਇਹ ਯੁੱਧ ਨੀਤੀ ਸੀ। ਜੇ ਉਹ ਅਨੰਦਪੁਰ ਸਾਹਿਬ ਦੇ ਕਿਲੇ ਨਿਕਲੇ, ਪਰਿਵਾਰ ਵਿਛੋੜੇ ਤੇ ਵਿਛੋੜਾ ਪੈ ਗਿਆ, ਤੇ ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਦੇ ਕਲਗੀ ਲਾ ਕੇ ਉੱਥੋਂ ਨਿਕਲੇ ਨੰਗੇ ਪੈਰ, ਸਿੰਘਾਂ ਦੇ 5 ਪਿਆਰਿਆਂ ਦੇ ਆਦੇਸ਼ ਕਰਨ ਤੇ। ਉਹ ਯੁੱਧ ਨੀਤੀ ਸੀ ਉਹਨਾਂ ਦੀ, ਉਦੋਂ ਸਮੇਂ ਦੀ ਲੋੜ ਸੀ, ਉਹਨੂੰ ਸੰਭਾਲਿਆ ਉਹਨਾਂ ਨੇ। ਤੇ ਜਦੋਂ ਯੁੱਧ ਨੀਤੀ ਦੇ ਮੁਤਾਬਕ ਹੀ ਉਹਨਾਂ ਨੇ ਉੱਚ ਦੇ ਪੀਰ ਬਣੇ, ਮਾਛੀਵਾੜਾ ਸਾਹਿਬ ਤੋਂ ਨਿਕਲੇ, ਇਹ ਯੁੱਧ ਨੀਤੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਕੋਈ ਵੱਡਾ ਦੂਰਦਰਸ਼ੀ ਜਾਂ ਜਿਹਦੇ ਕੋਲ ਇੰਨੀ ਕਲਾ ਹੋਵੇ, ਜਿਹੜੇ ਆਪ ਪਰਮੇਸ਼ਰ ਦਾ ਰੂਪ ਹੁਣ ਕੋਈ ਹੈ। ਸੋ ਜਦੋਂ ਉਹਨਾਂ ਨੇ ਯੁੱਧ ਨੀਤੀ ਦੇ ਹਿਸਾਬ ਨਾਲ ਉਹ ਚੱਲੇ ਅੱਗੇ, ਤੇ ਬਾਅਦ ਵਿੱਚ ਬਹਾਦਰ ਸ਼ਾਹ ਨੂੰ ਵੀ ਜਾ ਕੇ ਮਿਲੇ, ਠੀਕ ਹੈ। ਸਾਹਿਬਜ਼ਾਦਾ ਦੀ ਸ਼ਹਾਦਤ ਹੋਈ ਤੇ ਦੁਨੀਆ ਦੇ ਵਿੱਚ ਨਾ ਤਾਂ ਚਮਕੌਰ ਸਾਹਿਬ ਦੀ ਸ਼ਹਾਦਤ ਹੋਈ, ਉਸ ਬਹਾਦਰ ਸ਼ਾਹ ਦੇ ਨਾਲ ਦੱਖਣ ਵੱਲ ਵੀ ਗਏ, ਉਹਨਾਂ ਨੂੰ ਮਿਲੇ, ਉਹਨਾਂ ਨੇ ਮੀਟਿੰਗ ਵੀ ਕੀਤੀ ਉਹਨਾਂ ਨੇ। ਸੋ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਇਹਦਾ ਸੋਲੂਸ਼ਨ ਇਹ ਹੈ ਕਿ ਜੇ ਆਪਾਂ, ਜਿਵੇਂ ਸਰਕਾਰ ਹੈ, ਸਰਕਾਰ ਨੂੰ ਤੁਸੀਂ ਵੇਖੋ, ਸਰਕਾਰ ਦੇ ਕੋਲ ਪਲਾਨ A, ਪਲਾਨ B, ਪਲਾਨ C, ਪਲਾਨ D ਹੈ। ਦੇਖੋ ਕਿ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਦੇ ਪਲਾਨ ਤੇ ਚੱਲ ਰਹੇ ਹੈ। ਪਹਿਲਾਂ ਉਹਨਾਂ ਨੇ ਨੈਗੋਸ਼ੀਏਟ ਕੀਤਾ, ਪਹਿਲਾਂ ਰਸਤੇ ਬੰਦ ਕੀਤੇ। ਪਲਾਨ A, ਰਸਤੇ ਪੱਟ ਦਿਓ, ਹਾਈਵੇ ਪੱਟ ਦਿਓ, ਬੈਰੀਕੇਡਿੰਗ ਕਰ ਦਿਓ, ਹੈਵੀ ਕਿਲੇਬੰਦੀ ਕਰ ਦਿਓ, ਪਰ ਉਹ ਤੋੜ ਕੇ ਆਪਣੀ ਜਿਹੜੇ ਜਥੇਬੰਦੀਆਂ ਹੈਗੀਆਂ, ਕਿਸਾਨ ਆ ਸਾਰੇ, ਉਹ ਪਹੁੰਚ ਗਏ। ਚਲੀ ਵੰਡਰਫੁਲ। ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਚਲੋ ਇਹਨਾਂ ਨੈਗੋਸ਼ੀਏਟ ਕਰੋ, ਨੈਗੋਸ਼ੀਏਟ ਕਰਨ ਲੱਗ ਪਏ। 11 ਮੀਟਿੰਗਾਂ ਹੋਈਆਂ, ਕੋਈ ਨਤੀਜਾ ਨਹੀਂ ਨਿਕਲਿਆ। ਉਸ ਤੋਂ ਬਾਅਦ ਵੀ ਪਲੈਨਿੰਗ ਸੀ ਵੀ ਇਹਨਾਂ ਨੂੰ ਕਹਿ ਰਹੇ ਹੋ ਕਿ ਵੀ ਅਸੀਂ ਭਾਈ ਕਾਨੂੰਨ ਵਾਪਸ ਨਹੀਂ ਲੈਣੇ, ਚਲੋ ਅਸੀਂ ਸੰਸ਼ੋਧਨ ਵਾਸਤੇ ਰਾਜ਼ੀ ਹੋ ਜਾਣੇ। ਹੁਣ ਸੰਸ਼ੋਧਨ ਵਾਸਤੇ ਰਾਜ਼ੀ ਹੋ ਗਏ, ਪਰ ਸਾਡੇ ਆਦਮੀ ਨੇ ਸਟੈਂਡ ਲੈ ਲਿਆ ਕਿ ਯੈਸ ਔਰ ਨੋ, ਤੁਹਾਨੂੰ ਕਾਨੂੰਨ ਵਾਪਸ ਲੈਣਾ ਪੈਣਾ, ਤਿੰਨੇ ਕਾਨੂੰਨ ਵਾਪਸ ਲਓ। ਇਹ ਕਰਦੇ ਕਰਦੇ ਡੈਡਲੌਕ ਦੀ ਸਿਚੁਏਸ਼ਨ ਆ ਗਈ। ਹੁਣ ਆਪਾਂ ਜਿਹਨੂੰ ਗੌਰ ਨਾਲ ਵੇਖੀਏ ਕਿ ਜੇ ਆਪਾਂ ਇੱਕੋ ਟਾਰਗੇਟ ਲੈ ਕੇ ਚੱਲ ਰਹੇ ਸ਼ੁਰੂ ਤੋਂ ਕਿ ਜੀ ਕਾਨੂੰਨ ਵਾਪਸ ਕਰਾਉਣੇ, ਕੈਂਸਲ ਕਰਾਉਣੇ, ਹੁਣ ਜਿਹੜੀ ਸਰਕਾਰ ਹੈ ਸਮੇਂ ਦੀ ਚੁਣੀ ਹੋਈ ਸਰਕਾਰ, ਉਹਦਾ ਟਰੈਕ ਰਿਕਾਰਡ ਵੀ ਆਪਾਂ ਜਾਣਦੇ ਹਾਂ, ਉਹਨਾਂ ਬਾਰੇ ਵੀ ਜਾਣਦੇ, ਜਿਹੜੇ ਬੰਦੇ ਬੈਠੇ ਉਹਨਾਂ ਬਾਰੇ ਵੀ ਜਾਣਦੇ ਹਾਂ। ਸੋ ਸਾਡੇ ਕੋਲ ਪਲਾਨ A, ਪਲਾਨ B, ਪਲਾਨ C, ਪਲਾਨ D ਹੋਣਾ ਚਾਹੀਦਾ। ਜਿਹੜਾ ਚੰਗਾ ਜਰਨੈਲ ਹੁੰਦਾ ਨਾ, ਉਹ 4-5 ਪਲਾਨਸ ਬਣਾ ਕੇ, ਸਟ੍ਰੈਟਜੀਜ਼ ਬਣਾ ਕੇ ਚੱਲਦਾ ਹੈ। ਕਿਉਂਕਿ ਜੇ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਦੀ ਯੋਜਨਾ ਬਣਾਉਣ ਲੱਗ ਪਏ ਤਾਂ ਮਤਲਬ ਅੱਗ ਲੱਗਣ ਤੇ ਆਪਾਂ ਖੂਬ ਪੱਟਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸੰਭਵ ਨਹੀਂ ਹੁੰਦਾਗਾ। ਸੋ ਮੇਰੀ ਸੁਜੈਸ਼ਨ ਸੀ, ਪਹਿਲਾਂ ਤਾਂ ਮੈਂ ਉੱਥੇ ਜੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਵੇਖੋ, ਜੋ ਤੁਹਾਡਾ ਆਪਣਾ ਟਾਰਗੇਟ ਹੈ ਠੀਕ ਹੈ,
ਆਮ ਨੋਬਡੀ ਟੂ ਸੁਜੈਸਟ, ਕਿਉਂਕਿ ਜਿਹੜੇ ਬਜ਼ੁਰਗਾਂ ਦੇ ਬਾਰੇ ਗੱਲ ਕਰਦੇ ਸੀ ਕਿ ਇੰਨੀ ਦੇਰ ਤੋਂ ਉਹਨਾਂ ਨੇ ਸੰਘਰਸ਼ ਕੀਤੇ, ਇੰਨੀ ਮੋਰਚੇ ਲਾਏ ਹੈ, ਸੋ ਆਮ ਨੋਬਡੀ ਟੂ ਗਿਵ them ਐਡਵਾਈਸ ਕਿ ਤੁਸੀਂ ਐਂ ਕਰ ਲਓ, ਐਂ ਕਰ ਲਓ। ਐਟ ਦੈਟ ਟਾਈਮ ਜਦੋਂ ਪਹਿਲੀ ਵਾਰੀ ਗਿਆ ਤੇ ਮੈਂ ਕਿਹਾ ਮੇਰਾ ਇੱਕ ਮਸ਼ਵਰਾ ਹੈ ਕਿ ਜੇ ਇਹ 3 ਕਾਨੂੰਨ ਵਾਪਸ ਹੋ ਜਾਂਦੇ ਗ੍ਰੇਟ, ਪਰ ਮੰਨ ਲਓ 19 ਕੀ ਹੋ ਜਾਂਦਾ ਕੁਛ, ਤੇ ਫਿਰ ਇੱਕ ਉਦੋਂ ਵੀ ਵੱਡੀ ਅਚੀਵਮੈਂਟ ਮੇਰੀ ਨਜ਼ਰ ਦੇ ਵਿੱਚ ਹੈ ਕਿ ਜਿਵੇਂ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ, ਲੋਕ ਜਜ਼ਬਾਤੀ ਹੈ, ਲੋਕ ਆਪ ਮੁਹਾਰੇ ਉੱਤੇ ਆ ਰਹੇ ਹੈ। ਤੁਹਾਨੂੰ ਅੰਦਾਜ਼ਾ ਨਹੀਂ ਸੀਗਾ ਕਿ ਇੰਨੇ ਲੋਕ ਆ ਜਾਣਗੇ, ਪੂਰਾ ਪੰਜਾਬ, ਹਰਿਆਣਾ, ਉਧਰ ਪੱਛਮੀ ਯੂਪੀ, ਹੋਰ ਮਹਾਰਾਸ਼ਟਰ ਤੋਂ, ਰਾਜਸਥਾਨ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਰਹੇ ਹੈਗੇ, ਤਮਿਲਨਾਡੂ ਤੋਂ। ਤੇ ਤੁਸੀਂ ਨਾ ਸੈਂਟਰਲ ਡਾਟਾ ਬੈਂਕ ਬਣਾਉਣਾ ਸ਼ੁਰੂ ਕਰੋ ਜੀ। ਹੁਣ ਸੈਂਟਰਲ ਡਾਟਾ ਬੈਂਕ ਦੇ ਵਿੱਚ ਇਹ ਸੀਗਾ ਕਿ ਤੁਸੀਂ ਉੱਥੇ ਸਟੇਜ ਤੋਂ ਹਰ ਅੱਧੇ ਘੰਟੇ ਬਾਅਦ ਅਨਾਉਂਸ ਕਰੋ ਤੇ ਸਟੇਜ ਦੇ ਉੱਤੇ ਨਾਲ ਹੀ ਟੇਬਲ ਲਾ ਦਿਓ, ਜਿਹੜੇ ਸਾਡੇ ਨੌਜਵਾਨ ਹੈ, ਨੌਜਵਾਨਾਂ ਦੇ ਕੋਲ એનર્ਜੀ ਹੈ, ਜੋਸ਼ ਹੈ, ਤੇ ਉਹ ਕਹਿੰਦੇ ਸਾਨੂੰ ਕੰਮ ਦਿਓ, ਅਸੀਂ ਬੈਠੇ ਆ ਕੇ ਗਏ ਇੱਥੇ। ਕੋਈ ਨਾ ਕੋਈ ਪਲਾਨ ਬਣਾਉਂਦੇ ਰਹਿੰਦੇ ਹੈਗੇ, ਤੇ ਮੈਂ ਕਿਹਾ ਵੀ ਉਹ ਤੋਂ ਸਭ ਤੋਂ ਵਧੀਆ ਪਲਾਨ ਇਹ ਤੇ ਖਰਚਾ ਕੁਛ ਨਹੀਂ, ਸਿਰਫ ਤੁਸੀਂ ਬੁੱਕਸ ਬਣਾਉਣੀਆਂ ਹੈਗੀਆਂ। ਉਹ ਮੈਂ ਨਮੂਨੇ ਦੇ ਕੇ ਆਇਆ, ਮੈਂ ਚੈਨਲ ਤੇ ਵਿਖਾਏ ਕਿ ਉਹਦੇ ਵਿੱਚ 2 ਲਾਈਨਾਂ ਉੱਤੇ ਲਿਖੀਆਂ ਨੇ ਕਿ ਅਸੀਂ ਸਾਰੇ ਇਹਨਾਂ ਖੇਤੀਬਾੜੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਹੇਠਾਂ ਆਪਣੇ ਦਸਤਖਤ ਕਰਕੇ ਇਹਨਾਂ ਨੂੰ ਵਾਪਸ ਲੈ ਜਾਣ ਦੀ ਮੰਗ ਕਰਦੇ ਹਾਂ। ਹਾਂਜੀ, ਇਹ ਲਿਖ ਕੇ 2 ਲਾਈਨਾਂ ਲਿਖੀਆਂ ਵੀ ਸੀ ਤੇ ਨਾਂ, ਨੰਬਰ, ਪਿੰਡ, ਜ਼ਿਲ੍ਹਾ ਤੇ ਦਸਤਖਤ। ਹਾਂਜੀ, ਲੇਕਿਨ ਇਹ ਡਾਟਾ ਇਕੱਠਾ ਕਰਨਾ ਸ਼ੁਰੂ ਕਰੋ। ਇੱਥੇ ਥਾਂ ਤੇ ਤੁਸੀਂ ਨਾ ਟੇਬਲ ਲਾ ਦਿਓ ਤੇ ਆਪਣੇ ਨੌਜਵਾਨਾਂ ਦੀ ਡਿਊਟੀ ਲਾ ਦਿਓ। ਉਹ 100 ਜਾਂ 200 ਪੇਜ ਦੀ ਇੱਕ ਬੁਕਲੇਟ ਬਣਾਓ ਤੇ ਉਹਨਾਂ ਦੇ ਨੰਬਰ ਲਿਖ ਲਓ ਤਾਂ ਕਿ ਹੇਰਾਫੇਰੀ ਨਾ ਕੋਈ ਕਰ ਸਕੇ, ਵਿੱਚੋਂ ਗਾਇਬ ਨਾ ਕਰ। ਤੁਹਾਨੂੰ ਪਤਾ ਇੰਨੀਆਂ ਬੁੱਕਸ ਹੀ ਦਿੱਤੀਆਂ, ਉਹਦੀਆਂ ਤੁਹਾਡੇ ਕੋਲ ਵਾਪਸ ਆ ਗਈਆਂ ਤੇ ਐਗਜ਼ੈਕਟ ਡਾਟਾ ਤੁਹਾਡੇ ਕੋਲੇ ਆਵੇ, ਤੇ ਉਹ ਸਾਡੇ ਕੋਲੇ ਇੱਕ ਹਾਰਡ ਕਾਪੀ ਬਣਨ ਲੱਗ ਪਊਗੀ। ਇਹ ਇੱਕ ਤਰ੍ਹਾਂ ਦਾ ਬ੍ਰਹਮਾਸਤਰ ਹੋਊਗਾ। ਕਿਵੇਂ? ਇੱਕ ਇਹਨੂੰ ਦੁਨੀਆ ਦੀ ਕਿਸੇ ਵੀ ਅਦਾਲਤ ਦੇ ਵਿੱਚ ਤੁਸੀਂ ਪੇਸ਼ ਕਰ ਸਕਦੇ ਹੋ ਕਿ ਇੰਨੇ ਲੱਖ ਜਾਂ ਇੰਨੇ ਕਰੋੜ ਬੰਦਾ ਇਹਨਾਂ ਕਾਨੂੰਨ ਦੇ ਖਿਲਾਫ ਹੈ। ਠੀਕ ਹੈ, ਹੁਣ ਤਾਂ ਅਸੀਂ ਮੂੰਹ ਜ਼ਬਾਨੀ ਬੋਲ ਰਹੇ ਹੈਗੇ, ਰੌਲਾ ਪਾ ਰਹੇ ਹਾਂ, ਲੋਕ ਬੈਠੇ ਹੈਗੇ ਜ਼ਿੰਦਾਬਾਦ ਮੁਰਦਾਬਾਦ ਕਰ ਰਹੇ, ਪਰ ਫਿਰ ਕਾਗਜ਼ੀ ਯਾਨੀ ਉਹ ਤੁਹਾਡੇ ਕੋਲ ਦਸਤਾਵੇਜ਼ ਬਣ ਗਿਆ, ਇੱਕ ਕਾਨੂੰਨੀ ਦਸਤਾਵੇਜ਼। ਜੀ। ਦੂਸਰਾ ਤੁਹਾਡੇ ਕੋਲ ਡਾਟਾ ਆ ਗਿਆ, ਹਾਰਡ ਕਾਪੀ ਆ ਗਈ, ਪੈਨ ਨਾਲ ਲਿਖਿਆ ਹੈ। ਅਸੀਂ ਮੈਂ ਕਿਹਾ ਵੀ ਕੁਝ IT ਦੇ ਬੰਦੇ ਬਾ ਕੇ ਜੇ ਤੁਹਾਡੇ ਕੋਲੇ ਹੈਗੇ ਵੈਰੀ ਗੁੱਡ, ਆਪਣੇ ਬੜੇ ਬੁੱਢੇ ਸੇਵਾ ਕਰਨ ਨੂੰ ਤਿਆਰ ਹੈ, ਕੁਝ ਲੱਗੇ ਵੀ ਉੱਥੇ ਤੇ ਕੁਝ ਲੋਕ ਹੈਗੇ, ਤੇ ਮੈਂ ਕਿਹਾ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਇਹਦਾ ਇੱਕ ਸੈਂਟਰਲ ਡਾਟਾ ਬੈਂਕ ਬਣਾ ਦਿਆਂਗੇ, ਪਿੰਡ ਵਾਈਜ਼, ਬਲਾਕ, ਤਹਿਸੀਲ ਤੇ ਜ਼ਿਲ੍ਹਾ ਵਾਈਜ਼, ਪੂਰੇ ਪੰਜਾਬ ਤੋਂ। ਸਾਡੇ ਹਰਿਆਣੇ ਵਾਲੇ ਭਰਾ ਕਰ ਲੈਣ। ਹੁਣ ਇਹ ਤਾਂ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ, ਜਿਵੇਂ ਅਫਵਾਹਾਂ ਫੈਲਦੀਆਂ ਸਰਕਾਰ ਵੱਲੋਂ, ਸਰਕਾਰ ਦੇ ਕੋਲ ਤਾਂ ਮੇਨ ਮੀਡੀਆ, ਸਰਕਾਰ ਕੋਲ ਅਖਬਾਰ ਹੈ, ਸਰਕਾਰ ਕੋਲ ਪੈਸਾ ਹੈ, ਫੌਜ ਹੈ, ਪੁਲਿਸ ਹੈ, ਸਰਕਾਰ ਕੋਲ ਪੂਰਾ ਅਮਲਾ, ਉਹਨਾਂ ਦੇ ਮੰਤਰੀ ਹੈ, MLA ਹੈ, ਗਰਾਊਂਡ ਜ਼ੀਰੋ ਤੱਕ ਉਹਨਾਂ ਦੇ ਬੰਦੇ ਹੈ, ਥੱਲੇ ਗਰਾਊਂਡ ਲੈਵਲ ਤੇ। ਸਾਡੇ ਕੋਲੇ ਨਾ ਤਾਂ ਅਸੀਂ ਉਹਨੇ ਆਰਗੇਨਾਈਜ਼ਡ ਹੈ, ਨਾ ਸਾਡੇ ਕੋਲ ਉਹਨੇ ਫੰਡ ਹੈ, ਤੇ ਨਾ ਸਾਡੇ ਕੋਲ ਕੋਈ ਸਿਸਟਮ ਹੈ। ਸਾਨੂੰ ਇੱਕ ਸਿਸਟਮ ਬਣਾਉਣਾ ਪੈਣਾ ਹੈ, ਉਸ ਸਿਸਟਮ ਨਾਲ ਲੜਨ ਵਾਸਤੇ। ਕੋਈ ਇੱਕ ਸੰਗਠਨ ਜਾਂ ਕੋਈ ਇੱਕ ਬੰਦਾ ਜਾਂ ਕੋਈ ਇੱਕ ਸੰਸਥਾ ਉਸ ਸਿਸਟਮ ਦੇ ਨਾਲ ਨਹੀਂ ਲੜ ਸਕਦੀ। ਇੱਕ ਸਿਸਟਮ ਸ਼ੋਸ਼ਣ ਕਰਨ ਵਾਲਿਆਂ ਦਾ, ਸਾਨੂੰ ਲੱਗਦਾ ਸੀ ਇਹ ਸਿਸਟਮ ਸਾਡਾ, ਅਸੀਂ ਵੋਟਾਂ ਪਾ ਕੇ ਨੂੰ ਜਿਤਾਉਣੇ, ਸਾਡੇ ਬੰਦੇ ਹੈ, ਪਰ ਕਿ ਉਹ ਸਿਸਟਮ ਸਾਨੂੰ ਮਾਫਕ ਨਹੀਂ ਆ ਰਿਹਾ ਤੇ ਸਾਨੂੰ ਆਪਣਾ ਸਿਸਟਮ ਉਹਨਾਂ ਦੇ ਖਿਲਾਫ ਖੜਾ ਕਰਨਾ ਪੈਣਾ ਇਨਸਾਫ ਵਾਸਤੇ, ਇਨਜਸਟਿਸ। ਹੁਣ ਇੰਨੇ ਲੋਕ ਉੱਥੇ ਪਹੁੰਚ ਗਏ ਤੇ ਸਰਕਾਰ ਸੰਸ਼ੋਧਨ ਵਾਸਤੇ ਰਾਜ਼ੀ ਹੋ ਗਈ ਜੀ। ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਕੋਲੇ 1 ਕਰੋੜ ਦਾ ਡਾਟਾ, ਹਾਂਜੀ, ਸਾਡੀ ਗੱਲ ਸੁਣਨਗੇ, DC ਵੀ ਸੁਣੂਗਾ, CM ਵੀ ਸੁਣੂਗਾ ਤੇ PM ਵੀ ਸੁਣੂਗਾ। ਹਾਂਜੀ, ਕਿ ਤੁਸੀਂ ਹਿੱਕ ਲੱਗੇ ਨਾ ਫਿਟਕਰੀ ਰੰਗ ਚੋਖਾ। ਹਾਂਜੀ, ਤੁਸੀਂ ਸਿਰਫ ਅਨਾਉਂਸ ਕਰੀ ਜਾਣਾ, ਜੇ ਉੱਥੇ ਲੰਗਰ ਲਾਈ ਬੈਠੇ ਸੱਜਣ ਸਾਡੇ NRI ਭਰਾ, ਦੇ ਪੈਸੇ ਤੇ ਪੈਸਾ, ਦੇ ਚੀਜ਼ਾਂ ਦੇ ਚੀਜ਼ਾਂ ਦੇਈ ਜਾਂਦੇ, ਉੱਥੇ ਫੈਕਟਰੀਆਂ ਦੇ ਲੇਬਰਰ ਹੈਗੇ ਆ। ਮੈਨੂੰ ਲੋਕਾਂ ਨੇ ਦੱਸਿਆ, ਮੈਂ ਲੋਕਾਂ ਦੇ ਸਟੇਟਮੈਂਟਸ ਵੀ ਲਈਆਂ ਕਿ 5-5 ਹਜ਼ਾਰ ਦੀ ਪਰਚੀ ਲੈ ਕੇ ਆਉਂਦੇ ਕਿ ਆ ਦਵਾਈ ਦਿਓ ਜੀ ਸਾਨੂੰ, ਜਿਹੜੀਆਂ ਡਾਕਟਰ ਲੈ ਕੇ ਦਿੱਤੀਆਂ ਹੈਗੀਆਂ। ਜਦੋਂ ਕਿ ਇਹ ਉੱਥੇ ਜਿਹੜੇ ਕਿਸਾਨ ਧਰਨੇ ਤੇ ਬੈਠੇ, ਇਹਨਾਂ ਵਾਸਤੇ ਸੀ। ਉੱਥੇ ਜੁੱਤੀਆਂ ਦੇ, ਲੋਹੀਆਂ ਦੇ ਲੰਗਰ, ਕੰਬਲਾਂ ਦੇ ਲੰਗਰ, ਦੁੱਧ ਦੇ ਲੰਗਰ, ਮਤਲਬ ਹੱਦ ਹੀ ਕਰਤੀ ਹੈ। ਤੁਸੀਂ ਤਾਂ ਪਿਕਨਿਕ ਬਣਾਤੀ ਹੈ। ਤੇ ਉਹ ਜਿਹੜੇ ਲੋਕਾਂ ਨੂੰ ਕਦਰ ਨਹੀਂ, ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਧਰਮ ਵਾਸਤੇ, ਇਹਨਾਂ ਦੇ ਜੰਜੂ ਵਾਸਤੇ, ਤਿਲਕ ਵਾਸਤੇ ਦਿੱਤੀਆਂ, ਇਹਨਾਂ ਨੇ ਸਾਡੀ ਕੀ ਕਦਰ ਪਾਈ? ਇਹ ਉਦੋਂ ਸਾਡੇ ਨਾਲ ਕੀ ਕੀਤਾ? 84 ਨੇ ਸਾਡੇ ਨਾਲ ਕੀ ਕੀਤਾ? ਕਿਸੇ ਨੇ ਕੋਈ ਰਿਆਇਤ ਵਰਤੀ? ਤੇ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੁੱਧ ਪਿਆ ਕੇ, ਜੂਸ ਪਿਆ ਕੇ, ਜੁੱਤੀਆਂ ਵੰਡ ਕੇ, ਇਹ ਲੰਗਰ ਲਾ ਕੇ ਤੁਸੀਂ
ਉਹਨਾਂ ਤੋਂ ਕੋਈ ਮਦਦ ਲੈ ਲਓਗੇ ਤੇ ਇਹ ਤੁਹਾਡਾ ਭੁਲੇਖਾ ਹੈਗਾ। ਤੁਹਾਨੂੰ ਆਪਣੇ ਵਿਰਸੇ ਦਾ ਪ੍ਰਚਾਰ ਕਰਨ ਦੀ ਲੋੜ ਸੀ, ਜੋ ਤੁਸੀਂ ਨਹੀਂ ਕੀਤਾ। ਪਰ ਹੁਣ ਘੱਟੋ ਘੱਟ ਇਹ ਕਰੋ ਕਿ ਉਹ ਜਿਹੜਾ ਪੈਸਾ ਉੱਥੇ ਆ ਰਿਹਾ ਹੈਗਾ NRIs ਵੱਲੋਂ ਜਾਂ ਹੋਰ ਇਕੱਠਾ ਹੋ ਰਿਹਾ ਹੈ, ਉਹ ਜਿਹੜੇ ਲੋਕ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਦਿਓ। ਜੇ ਕੋਈ ਅੰਦਰ ਹੈ ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਵਕੀਲੀ ਜਿਹੜੀ ਉਹਨਾਂ ਨੂੰ ਲੀਗਲ ਮਦਦ ਚਾਹੀਦੀ ਉਹ ਦਿਓ। ਜਿਹੜੇ ਕਿਸਾਨਾਂ ਤੇ ਲੱਖ ਰੁਪਈਆ 50,000 ਰੁਪਈਆ ਕਰਜ਼ਾ ਹੈ, ਉਹਦੇ ਕਰਜ਼ੇ ਲਾ ਦਿਓ। ਯਾਰ ਤੁਸੀਂ ਉੱਥੇ ਆਈ ਲੜਾਈ ਤੁਰੇ ਜਾਂਦੇ ਹੋ, ਇਹ ਕਿਹਨੂੰ ਵਿਖਾਉਣਾ ਚਾਹੁੰਦੇ ਹੋ ਤੁਸੀਂ? ਜਿਹੜੇ ਕਿਸਾਨ ਸੀ ਉਹਦਾ ਇੰਤਜ਼ਾਮ ਕਰਕੇ ਆਏ ਸੀ। ਖੈਰ ਇਹ ਥੋੜਾ ਜਿਹਾ ਮੈਂ ਪਾਸੇ ਜਾ ਰਿਹਾ। तो जो नहीं सर बिल्कुल सही है, मतलब गल जागरूकता तो आई है, पर वो जागरूकता साडी गलत साइड ਨੂੰ ਜਾ ਰਹੀ ਹੈ। ਐਗਜ਼ੈਕਟਲੀ। तो ਉੱਥੇ ਮੈਨੂੰ ਇਹ ਸੀਗਾ ਕਿ ਤੁਸੀਂ ਜਿੰਨੇ ਲੋਕ ਲੰਗਰ ਲਾਈ ਬੈਠੇ ਹੋ ਉੱਥੇ ਨਾ ਛੋਟੇ ਛੋਟੇ ਲੈ ਬੈਠੇ ਸਪੀਕਰ ਜੇ, ਉਹਨਾਂ ਤੇ ਉੱਚੀ ਉੱਚੀ ਰੌਲਾ ਪਾਉਂਦੇ। ਮੈਂ ਲੰਗਰ ਤੇ ਗਿਆ, ਉੱਥੇ ਬੈਠ ਕੇ ਉਹਨਾਂ ਨਾਲ ਮੈਂ ਤਕਰੀਬਨ ਸਾਰਿਆਂ ਕੋਲ ਜਾ ਕੇ ਜਾਂਦਾ, ਬੈਠਦਾ ਸੀ, ਗੱਲਬਾਤ ਕਰਦਾ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਐਕਟਰ ਤੁਹਾਡੇ ਸਿੰਗਰ ਉੱਤੇ ਸਟੇਜ ਤੇ ਆ ਕੇ ਬੋਲ ਕੇ ਚਲੇ ਜਾ, ਸਾਡੇ ਕੋਲ ਕੋਈ ਆਉਂਦਾ ਹੀ ਨਹੀਂ। ਮੈਂ ਕਿਹਾ ਮੇਰਾ ਸੋਚਣਾ ਵੱਖਰਾ ਹੈ, ਮੈਂ ਸਟੇਜ ਤੋਂ ਨਹੀਂ ਸ਼ੁਰੂ ਕੀਤਾ, ਮੈਂ ਸ਼ੁਰੂ ਥੱਲੇ ਕੀਤਾ। ਜਦੋਂ ਮਿਲਦੇ ਸਾਰਿਆਂ ਨੂੰ ਫਿਰ ਮੈਂ ਸਟੇਜ ਤੇ ਜਾਊਂਗਾ। ਸੋ ਉਹਨਾਂ ਨੇ ਪੁੱਛਿਆ ਵੀ ਇਹ ਦੁੱਧ ਕਿੱਥੋਂ ਆਇਆ, ਤੁਸੀਂ ਕਿਉਂ ਆਏ, ਤੁਸੀਂ ਇਹਨੂੰ ਵੰਡੀ ਜਾਂਦੇ ਹੋ? ਤੇ ਉਹ ਕਹਿੰਦੇ ਵੀ ਸਾਡੇ ਕੋਲ 300 ਲੀਟਰ ਰਿਜ਼ਰਵ ਪਿਆ, ਉਹ ਖਰਾਬ ਨਾ ਹੋ ਜਾਏ ਤੇ ਪਿਉਣਾ ਹੀ ਪਿਉਣਾ। ਖੈਰ ਇਸੇ ਤਰ੍ਹਾਂ ਲੋਕ ਚੀਜ਼ਾਂ ਆਪਣੀਆਂ ਵੰਡ ਰਹੇ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਜੀ ਇਹ ਜਿਹੜੇ ਬੰਦੇ ਲੱਗੇ ਪਏ ਲੋਕਾਂ ਨੂੰ ਮੱਲੋ ਮੱਲੀ ਖਵਾ ਰਹੇ ਆ, ਪਿਆਰੇ ਹੈ, ਚੌਂਟ ਦੇ ਉੱਤੇ ਲੰਗਰ ਲੱਗੇ ਹੈ, ਵੀ ਤੁਸੀਂ ਨਾਲ ਟੇਬਲ ਲਾਓ, ਉੱਥੇ ਨੌਜਵਾਨਾਂ ਨੂੰ ਭਾਓ, ਵੋਲੰਟੀਅਰਸ ਨੂੰ, ਤੇ ਅਨਾਉਂਸਮੈਂਟ ਕਰੋ ਕਿ ਭਾਈ ਜਿਹੜਾ ਆਇਆ ਉਹਦਾ ਨਾਂ ਨੰਬਰ ਦੇ ਕੇ ਜਾਵੇ, ਦਸਤਖਤ ਕਰਕੇ ਜਾਵੇ ਨਾਲ ਦੀ ਨਾਲ। ਨਾਂ ਦੇ ਜਾਣਾ, ਨੰਬਰ ਦੇ ਜਾਣਾ, ਉਹਦਾ ਪਿੰਡ ਜ਼ਿਲ੍ਹਾ ਲਿਖਤਾ, ਦਸਤਖਤ ਕਰਤੇ। ਸਾਡਾ ਡਾਟਾ ਵੀ ਇਕੱਠਾ ਹੋ ਜਾਣਾ ਸੀ। ਉਹ ਬੁੱਕ ਤੁਹਾਡੀ ਭਰ ਗਈ ਹੈ, ਦੂਜੀ ਲਾ ਲਓ, ਉਹਨਾਂ ਨੂੰ ਉੱਥੇ ਜਮ੍ਹਾਂ ਕਰਾਈ ਜਾਓ। ਜਥੇਬੰਦੀਆਂ ਕੋਲ ਜਮ੍ਹਾਂ ਕਰਾਈ ਜਾਓ, ਇੱਕ ਸੈਂਟਰ ਆਪਣੀ ਜਗ੍ਹਾ ਬਣਾ ਲਓ, ਉੱਥੇ ਜਮ੍ਹਾਂ ਕਰਾਈ ਜਾਓ। ਮੈਂ ਕਿਹਾ ਸਾਡੇ ਕੋਲੋਂ ਮਦਦ ਚਾਹੀਦੀ ਹੈਗੀ ਹੈ, ਅਸੀਂ ਤੁਹਾਡੇ ਕੋਲ ਬਾਅਦ ਚੋਂ ਉਹਦੀ ਹਾਰਡ ਕਾਪੀ ਲੈ ਕੇ ਕੰਮ ਕਰਾਂਗੇ, ਜਾਂ ਉਹਨਾਂ ਦੇ ਫੋਟੋ ਖਿੱਚ ਕੇ ਸਾਨੂੰ ਭੇਜੀ ਜਾਓ WhatsApp ਤੇ। ਜੀ ਕੰਮ ਆ ਗਿਆ, ਨਾਲ ਦੀ ਨਾਲ ਉਹਨੂੰ ਚੈਨਲਾਈਜ਼ ਕਰੀ ਜਾਵਾਂਗੇ, ਉਹ ਸਾਰਾ ਕਰੀ ਜਾਵਾਂਗੇ ਪਿੰਡ ਵਾਈਜ਼, ਜ਼ਿਲ੍ਹੇ ਵਾਈਜ਼। ਤੇ ਤੁਸੀਂ ਜਦੋਂ ਉਹਦੀ ਲੋੜ ਪੈਂਦੀ ਹੈ ਤੇ ਆਪਾਂ ਇੱਕ ਐਪ ਬਣਾ ਲਾਂਗੇ, ਉਹ ਐਪ ਦੇ ਵਿੱਚ ਸਾਰਾ ਡਾਟਾ ਹੋਊਗਾ। ਤੁਸੀਂ ਕੋਈ ਖਬਰ ਪਹੁੰਚਾਉਣੀ ਹੈ ਤੇ ਵਿਦਿਨ 15 ਮਿੰਟ ਔਰ 5 ਮਿੰਟਸ ਇੱਕ ਮੈਸੇਜ ਬਣਾਇਆ, ਤੁਸੀਂ ਉਹ ਚ ਪਾਇਆ, ਇਟ ਗੋਜ਼ ਟੂ ਆਲ ਓਵਰ ਪੰਜਾਬ ਵਿਦਿਨ 5 ਮਿੰਟਸ। ਤੋਂ ਤੁਸੀਂ ਕਨੈਕਟ ਹੋ ਗਏ, ਤੁਹਾਡੀ ਕਮਿਊਨੀਕੇਸ਼ਨ ਹੋ ਗਈ। ਕਮਿਊਨੀਕੇਸ਼ਨ, ਜੁੜਾਵ ਤੇ ਕਨੈਕਟੀਵਿਟੀ ਇਜ਼ ਦੀ ਪਾਵਰ। ਤੁਸੀਂ ਉੱਥੇ ਇਕੱਠੇ ਬੈਠੇ ਹੋ। ਮੈਂ ਸਟੇਜ ਤੋਂ ਕਿਹਾ ਗਿਆ ਕਿ ਜੇ ਮੰਨ ਲਓ ਸਰਕਾਰ ਆਪਣੀਆਂ ਮੰਗਾਂ ਮੰਨ ਲੈਂਦੀ ਹੈ, ਕਾਨੂੰਨ ਵਾਪਸ ਕਰ ਲੈਂਦੀ ਹੈ, ਆਪਾਂ ਭੰਗੜੇ ਪਾਉਂਦੇ, ਖੁਸ਼ੀਆਂ ਮਨਾਉਂਦੇ ਘਰਾਂ ਨੂੰ ਜਾਵਾਂਗੇ, ਆਪਾਂ ਇਕੱਠੇ ਕਿਉਂ ਆਵਾਂਗੇ, ਭਾਲਾਂਗੇ ਕਿਵੇਂ ਇੱਕ ਦੂਜੇ ਨੂੰ? ਜਿਹੜੇ ਇੱਕ ਪਿੰਡ ਤੋਂ ਆਏ ਆ, ਇੱਕ ਟਰਾਲੀ ਤੇ ਆਏ ਤੇ ਇੱਕ ਦੂਜੇ ਨੂੰ ਜਾਣਦੇ ਆ, ਪਰ ਇੱਥੇ ਮੈਂ ਕਿਹਾ ਕੋਈ ਕਿਹਨੂੰ ਜਾਣਦਾ ਨਹੀਂ। ਸਾਰੇ ਪੰਜਾਬ ਤੋਂ, ਹਰਿਆਣੇ ਤੋਂ, ਕਿੱਥੋਂ ਕਿੱਥੋਂ ਲੋਕ ਆਏ ਹੈਗੇ। ਉਹ ਸਾਰੇ ਇੱਕ ਕਾਲੇ ਹੀਰੇ ਹੈ, ਇਹਨਾਂ ਦੇ ਸੀਨੇ ਦੇ ਵਿੱਚ ਅੱਗ ਹੈ। ਇਹ ਪੰਜਾਬ ਦਾ, ਦੇਸ਼ ਦਾ ਭਲਾ ਚਾਹੁੰਦੇ ਹੈ, ਜਜ਼ਬਾਤੀ ਲੋਕ ਹੈ। ਇਹਨਾਂ ਨੂੰ ਆਪਾਂ ਹੀਰਿਆਂ ਨੂੰ ਇਕੱਠੇ ਕਰੀਏ, ਇੱਕ ਮਾਲਾ ਬਣਾਈਏ, ਫੁੱਲ ਆਪਣੇ ਖਿਲਰ ਨਾ ਜਾਣ। ਸੋ ਉਹ ਸਾਡੀ ਐਕਚੁਅਲ ਪਾਵਰ ਹੋਣੀ ਹੈ। ਤੇ ਇਹ ਲੋਕ ਅਨਾਉਂਸ ਕਰਕੇ ਆਇਆ, ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ, ਰਿਜ਼ਲਟ ਨਹੀਂ ਆਇਆ। ਮੈਂ ਦੁਬਾਰਾ ਗਿਆ, ਮੈਂ ਉਹ ਫਾਰਮੈਟ ਬਣਾ ਕੇ ਲੈ ਕੇ ਗਿਆ। ਉੱਥੇ ਲੇਡੀਜ਼ ਦਾ ਫੰਕਸ਼ਨ ਸੀ, ਵੂਮਨ ਪਾਵਰ ਦਾ ਸੀਗਾ। ਪ੍ਰੋਗਰਾਮ ਆਪਦੀਆਂ ਲੈ ਕੇ ਆਏ ਸੀ, ਆਈਟਮਸ ਵਿਖਾ ਰਹੇ ਸਟੇਜ ਤੇ। ਮੈਨੂੰ ਪੱਤਰਕਾਰਾਂ ਨੇ ਘੇਰ ਲਿਆ ਤੇ ਮੈਂ ਉੱਥੇ ਥੱਲੇ ਹੀ, ਮੇਰਾ ਸ਼ਾਮ ਵੱਜ ਗਈ। ਮੈਂ ਮਤਲਬ ਮੇਰਾ ਖਿਆਲ 2 ਵਜੇ ਤੋਂ ਲੈ ਕੇ ਤੇ ਸ਼ਾਮ ਦੇ 7-8 ਵਜ ਗਏ ਮੈਨੂੰ ਉੱਥੇ ਹੀ ਇੰਟਰਵਿਊ ਦਿੰਦੇ ਸਾਰਿਆਂ ਨੂੰ। ਉੱਥੇ ਵੀ ਇਹੀ ਗੱਲਾਂ ਕੀਤੀਆਂ। ਫਿਰ ਕੋਈ ਲੀਡਰ ਸਾਹਿਬਾਨ ਮੈਨੂੰ ਮਿਲ ਕੇ ਉਹਨਾਂ ਨੂੰ ਕਿਹਾ ਕਿ ਭਾਈ ਐਂ ਕਰ ਲਓ, ਤੁਸੀਂ ਇੱਥੇ ਜੇ ਸ਼ੁਰੂ ਕਰ ਲਓਗੇ ਤੇ ਆਪਣੇ ਕੋਲ ਡਾਟਾ ਇਕੱਠਾ ਹੋ ਜਾਊਗਾ, ਦੈਨ ਵੀ ਆਰ ਵਿਨਰਸ। ਇੱਥੇ ਜਿਹੜੇ ਲੋਕ ਤੁਹਾਡੇ ਬੈਠੇ ਹੈਗੇ ਆ ਮੋਰਚੇ ਤੇ, ਥੋੜੀ ਉਹਨਾਂ ਨਾਲ ਕਨੈਕਟੀਵਿਟੀ ਹੋ ਜਾਊਗੀ। ਜਿਹੜੇ ਪਿੱਛੇ ਰਸੋਈ ਤਾਈਂ, ਢਾਬੇ ਤਾਈਂ ਬੈਠੇ ਆ, ਸੋਨੀਪਤ ਤੱਕ ਬੈਠੇ ਆ, ਉਹਨਾਂ ਦੀ ਕੋਈ ਗੱਲ ਨਹੀਂ ਜਾਂਦੀਗੀ। ਉੱਥੇ ਕੋਈ ਤਾਸ਼ ਖੇਡੀ ਜਾਂਦਾ, ਕੋਈ ਸੁੱਤਾ ਪਿਆ ਹੈਗਾ, ਹੋਕਾ ਪੀ ਜਾਂਦਾ ਹੈਗਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਜ ਤੇ ਜਾਓ ਤਾਂ ਸਾਡਾ ਇਹ ਸੁਨੇਹਾ ਦੇ ਦਿਓ ਕਿ ਭਾਈ ਲਾਊਡ ਸਪੀਕਰ ਹੀ ਲਵਾ ਦਿਓ, ਹਾਰਨਸ ਹੀ ਲਵਾ ਦਿਓ, ਸਟੇਜ ਤੇ ਮੈਨੂੰ ਪਤਾ ਤਾਂ ਲੱਗੇ। ਅੱਛਾ, ਉੱਥੇ ਕੰਮ ਤੇ ਇੰਨਾ ਹੈਗਾ, ਭੀੜ ਇੰਨੀ ਜ਼ਿਆਦਾ ਸੀਗੀ ਕਿ ਉਹਨਾਂ ਵਾਸਤੇ ਇੰਨੀ ਦੂਰ ਚੱਲ ਕੇ ਜਾਣਾ ਵੀ ਬਜ਼ੁਰਗਾਂ ਵਾਸਤੇ ਕਈ ਵਾਸਤੇ ਮੁਸ਼ਕਿਲ ਹੈ, ਨੌਜਵਾਨ ਵੀ ਰੋਜ਼ ਨਹੀਂ ਜਾ ਸਕਦੇ। ਸੋ ਮੈਂ ਸਟੇਜ ਤੇ ਬੋਲਿਆ ਕਿ ਉਹਨਾਂ ਨੇ ਕੋਈ ਦੂਰ ਤੱਕ ਹਾਰਨ ਲਾਏ ਹੋਏ ਆ, ਪਰ ਇੱਥੇ ਕਿਤੇ ਇੰਨੀ ਵਾਰ ਸ਼ਾਇਦ ਸੰਭਵ ਨਾ ਹੋਵੇ, ਉਹਨਾਂ ਕੋਲ ਸਾਧਨ ਨਾ ਹੋਣ। ਤੇ ਜੇ ਮੰਨ ਲਓ ਇਹ ਡਾਟਾ ਇਕੱਠਾ ਹੋ ਜਾਂਦਾ ਉਹ ਸਾਰਾ, ਤੇ ਉਹ ਡਾਟੇ ਦਾ ਜਿਹੜੇ ਬੰਦੇ ਮੇਨ ਲੀਡਰਸ ਹੈ, ਮੰਨ ਲਓ ਹਰ 10 ਬੰਦਿਆਂ ਦਾ ਤੁਸੀਂ ਡਾਟਾ ਉਹਨਾਂ ਹੀ ਇਕੱਠਾ ਕਰ ਲੈਂਦੇ, ਤੁਸੀਂ ਉੱਥੇ ਇੱਕ ਸੁਨੇਹਾ ਪਾਉਣਾ ਸੀਗਾ। ਉਹ ਸਾਰੇ ਸੁਨੇਹੇ ਉਹਨਾਂ ਦੇ ਕੋਲੇ ਫੋਨ ਲੋਕਾਂ ਦੇ ਹੱਥ 'ਚ ਹੈ, ਤਾਂ ਅਸੀਂ ਟੈਕਨੋਲੋਜੀ ਇਸਤੇਮਾਲ ਕਰਕੇ ਇੱਕ ਦੂਜੇ ਨਾਲ ਜੁੜੇ ਰਹਿੰਦੇ। 26 ਜਨਵਰੀ ਨੂੰ ਜੋ ਹੋਇਆ, 26 ਜਨਵਰੀ ਨੂੰ ਜੇ ਇਹਨਾਂ ਨੇ ਇਹ ਕੀਤਾ ਹੁੰਦਾ, ਡਾਟਾ ਕਰਕੇ ਜੁੜੇ ਹੁੰਦੇ,
ਸਾਰਿਆਂ ਦੇ ਕੋਲ ਜੀ। ਉੱਥੇ ਡਾਟਾ ਬੈਂਕ ਬਣਿਆ ਹੁੰਦਾ ਤੇ ਹਾਂਜੀ। 26 ਜਨਵਰੀ ਜਿਹੜਾ ਕਨਫਿਊਜ਼ਨ ਕ੍ਰੀਏਟ ਹੋਇਆ ਉਹ ਕ੍ਰੀਏਟ ਨਹੀਂ ਹੋਣਾ ਸੀ। ਜਿਹੜੇ ਬੰਦੇ ਚੱਕ ਲਏ ਪਤਾ ਨਹੀਂ ਲੱਗਿਆ 3-4 ਦਿਨ ਦਾ ਵੀ ਕਿੱਥੇ ਕਿੰਨੇ ਚੱਕੇ ਗਏ, ਬਾਅਦ ਚ ਪਤਾ ਲੱਗ ਰਿਹਾ ਕੋਈ ਕਹਿੰਦਾ 120, ਕੋਈ ਕਹਿੰਦਾ 200, ਕੋਈ ਕਹਿੰਦਾ 400। ਜੇ ਸਾਡੇ ਕੋਲੇ ਉਹ ਹਾਂਜੀ। ਡਾਟਾ ਹੁੰਦਾ ਤੇ ਮੁੰਡਿਆਂ ਨੇ ਮੋਬਾਈਲ ਫੋਨ ਤੇ ਇਮੀਡੀਏਟਲੀ ਮੈਸੇਜ ਭੇਜਣਾ ਸੀ, ਵੀਡੀਓ ਬਣਾ ਕੇ ਭੇਜਣਾ ਸੀ ਤੇ ਉਹ ਨਾਲ ਦੀ ਨਾਲ ਲੀਡਰਸ਼ਿਪ ਕੋਲੇ ਸੁਨੇਹਾ ਪਹੁੰਚਦਾ। ਬਟ ਅਨਫੋਰਚੂਨੇਟਲੀ ਉਹਨਾਂ ਨੇ ਇਹਦੇ ਤੇ ਜ਼ਿਆਦਾ ਗੌਰ ਨਹੀਂ ਫਰਮਾਈ। ਨਾਓ ਮੈਂ ਦੁਬਾਰਾ ਜਦੋਂ ਗਿਆ ਤੇ ਮੈਨੂੰ ਹੋਰ ਆਈਡੀਆ ਆਇਆ, ਕਿਉਂਕਿ ਮੇਰੀ ਸੋਚ ਵੱਖਰੀ ਹੈ। ਮੈਂ ਇਹਨੂੰ ਲੱਗਿਆ ਕਿ ਯਾਰ ਇਹਨਾਂ ਨੂੰ ਇੱਕ ਨਾ ਟੈਲੀਗ੍ਰਾਮ ਇੱਕ ਐਪ ਹੈ, ਜੀ। ਉੱਤੇ ਸਾਰਾ ਕੁਝ ਹੁਣ ਸੁਰੱਖਿਅਤ ਨਹੀਂ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸਾਰੀ ਦੁਨੀਆ ਹੁਣ ਟੈਲੀਗ੍ਰਾਮ ਵੱਲ ਨੂੰ ਜਾ ਰਹੀ ਹੈ। ਹਾਂਜੀ। ਟੈਲੀਗ੍ਰਾਮ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜੇ ਉਹ ਚ ਗਰੁੱਪ ਬਣਾਓਗੇ ਤਾਂ ਉਹਦੇ 2 ਲੱਖ ਬੰਦਾ ਆ ਸਕਦਾ। ਇੱਕ ਗਰੁੱਪ ਮੈਂਬਰ ਉਹ ਚ ਬਣਾ ਸਕਦੇ ਹੋ ਤੁਸੀਂ। ਮੈਂ ਇਹ ਵੀ ਕਾਫੀ ਚੈਨਲਾਂ ਤੇ ਕਹਿ ਕੇ ਆਇਆ ਕਿ ਭਾਈ ਤੁਸੀਂ ਐਂ ਕਰ ਲਓ ਕਿ ਜੇ ਹੋਰ ਨਹੀਂ ਕੁਝ ਕਰ ਸਕਦੇ, ਤੁਹਾਨੂੰ ਵੱਡਾ ਕੰਮ ਲੱਗਦਾ ਉਹ ਆਪਾਂ ਬਾਅਦ ਚ ਕਰ ਲਾਂਗੇ। ਤੁਸੀਂ ਸਟੇਜ ਤੋਂ ਮੇਰਾ ਇੱਕ ਨੰਬਰ ਹੈ, ਮੈਂ ਨੰਬਰ ਵੀ ਦਿੱਤਾ 9920031094 9920311094। ਮੈਂ ਕਿਹਾ ਮੈਂ ਇਸੇ ਕੰਮ ਵਾਸਤੇ ਦਿੱਤਾ ਹੈ। ਉਹਦੇ ਤੇ ਮੈਂ ਟੈਲੀਗ੍ਰਾਮ ਡਾਊਨਲੋਡ ਕਰਕੇ ਸੰਯੁਕਤ ਕਿਸਾਨ ਮੋਰਚਾ ਸਿੰਘੂ ਇੱਕ ਗਰੁੱਪ ਬਣਾਤਾ ਜਿਹਦੇ ਵਿੱਚ 2 ਲੱਖ ਬੰਦਾ ਆ ਸਕਦਾ ਹੈ। ਤੇ ਮੈਂ ਕਿਹਾ ਵੀ ਤੁਸੀਂ ਇਹਦੇ ਵਿੱਚ ਜਿਹੜੇ ਮੁੰਡੇ ਉੱਤੇ ਫਿਰ ਬੈਠੇ ਗਏ ਉਹਨਾਂ ਨੂੰ ਉੱਥੇ ਅਨਾਉਂਸ ਕਰੋ ਕਿ ਆਹ ਨੰਬਰ ਹੈ, ਇਹ ਨੰਬਰ ਫੀਡ ਕਰੋ ਤੇ ਇੱਥੇ ਗਰੁੱਪ ਦੇ ਤੋਂ ਮੈਨੂੰ ਭੇਜੋ। ਮੈਨੂੰ ਮੇਰਾ ਜਦੋਂ ਤੁਹਾਡੇ ਕੋਲ ਆ ਜਾਊਗਾ ਟੈਲੀਗ੍ਰਾਮ, ਤੁਸੀਂ ਮੈਨੂੰ ਮੈਸੇਜ ਭੇਜੋ। ਹਰ ਪਿੰਡ ਦੇ 10-10 ਮੁੰਡੇ, 15-15 ਜਿੰਨੇ ਵੀ ਤੁਸੀਂ ਭੇਜ ਸਕਦੇ ਹੋ। ਜਿਹੜੇ ਲੀਡਰਸ਼ਿਪ ਵਾਲੇ ਜਿਹੜੇ ਮੇਨ ਆਗੂ ਹੈ ਉਹ ਆਪਦਾ ਉੱਤੇ ਪਹਿਲਾਂ ਨਾਮ ਲਿਖੋ, ਬਾਕੀ ਸਾਰੇ ਹੇਠਾਂ ਪਿੰਡ, ਜ਼ਿਲ੍ਹਾ ਤੇ ਬਾਕੀ ਨਾਮ ਭੇਜੋ। ਮੈਂ ਕਿਹਾ ਮੈਂ ਹਾਂਜੀ, ਆਪਾਂ ਇਹੀ ਕਹਿ ਸਕਦੇ ਕਿ ਸਟ੍ਰੈਟਜੀ ਜਿਹੜੀ ਆ ਉਹਨਾਂ ਦੀ ਜਿਹੜੀ ਪਲੈਨਿੰਗ ਆ ਉਹ ਨਹੀਂ ਹੈਗੀ। ਅੰਦੋਲਨ ਜਿੰਨਾ ਵੱਡਾ ਹੋ ਗਿਆ, ਸਾਡੀ ਉਸ ਲੈਵਲ ਦੀ ਪਲੈਨਿੰਗ ਨਹੀਂ ਹੈਗੀ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਇੱਥੋਂ ਬੈਠਾ ਕੁਝ ਹੋਰ ਬੰਦੇ ਵॉलंटियर ਨਾਲ ਲਾ ਕੇ ਮੈਂ ਉਹ ਗਰੁੱਪ ਦੇ ਵਿੱਚ ਸਾਰੇ ਫੀਡ ਕਰ ਦੂੰਗਾ ਤੇ ਤੁਹਾਡੇ ਜਿਹੜੇ ਮੇਨ ਮੁੰਡੇ ਆ ਉਹਨਾਂ ਨੂੰ ਐਡਮਿਨ ਬਣਾ ਦੂੰਗਾ। ਜਦੋਂ ਬਣ ਗਏ ਫਿਰ ਤੁਸੀਂ ਉੱਥੇ ਬੈਠੇ ਵੀ ਐਡ ਕਰੋਗੇ, ਮੈਂ ਇਕੱਲਾ ਕਿੰਨਾ ਕੰਮ ਕਰੂੰਗਾ, ਤੁਸੀਂ ਵੀ ਐਡ ਕਰੋ। ਹਾਂਜੀ ਹਾਂਜੀ। ਤੇ ਜਦੋਂ ਆਪਣੇ ਕੋਲੇ 2 ਲੱਖ ਇੱਕ ਗਰੁੱਪ ਦੇ ਵਿੱਚ ਹੋ ਗਿਆ, ਮੰਨ ਲਓ ਇਸ ਗਰੁੱਪ ਦੇ ਵਿੱਚ ਇੱਕ ਗਰੁੱਪ ਆਪਾਂ ਬਣਾ ਲਈਏ, ਇੱਕ ਗਰੁੱਪ ਆਪਾਂ ਗਾਜ਼ੀਪੁਰ ਬਣਾ ਲਈਏ ਤੇ 2 ਲੱਖ ਦਾ ਡਾਟਾ ਹੋਊਗਾ। ਹੁਣ ਉਹ 2 ਲੱਖ ਜਿਹੜੇ ਮੁੰਡੇ ਹੈ ਜਿਹੜੇ ਉਸ ਗਰੁੱਪ ਦੇ ਵਿੱਚ ਹੋਣਗੇ, ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਦੇ ਆਪਦੇ ਫੋਨ ਦੇ ਵਿੱਚ ਕਿੰਨਾ ਡਾਟਾ ਹੋਊਗਾ। ਪਿੰਡ ਦੇ ਵਿੱਚ ਜੁੜੇ ਹੋਏ ਹੈਗੇ ਆ, ਤੁਸੀਂ ਪਾਉਣਾ ਹੈ। ਉਹ 2 ਲੱਖ ਕੋਲੇ ਗਿਆ ਤੇ ਉਹ 2 ਲੱਖ ਨੇ ਅੱਗੇ ਨੂੰ ਫਾਰਵਰਡ ਕਰਤਾ, ਉਹ ਕਰੋੜਾਂ ਦੇ ਕੋਲੇ ਜਾਣਾ ਹੈਗਾ ਵਿਦ ਇਨ ਨੋ ਟਾਈਮ। ਜੇ ਅਸੀਂ ਕੀਤਾ ਹੁੰਦਾ ਤੇ 26 ਜਨਵਰੀ ਨੂੰ ਜੋ ਕਨਫਿਊਜ਼ਨ ਹੋਇਆ ਹੈ, ਜੋ ਪੁਲਿਸ ਨੇ ਆਪਣੇ, ਉਹ ਪੁਲਿਸ ਨਹੀਂ ਸੀ, ਉਹ ਗੁੰਡੇ ਸੀਗੇ, ਉਹ ਕੁੱਟ ਰਹੇ ਸੀਗੇ। ਕਿਉਂਕਿ ਪੁਲਿਸ ਵਾਲੇ ਤਾਂ ਹੈ ਜੀ, ਡਾਕਟਰ ਸਾਹਿਬ ਉਹ ਦੱਸ ਰਹੇ ਸੀਗੇ ਕਿ ਉਹ ਤਾਂ ਰੋ ਰਹੇ ਸੀ ਕਿ ਨਹੀਂ ਅਸੀਂ ਨਹੀਂ ਕੀਤਾ, ਅਸੀਂ ਨਹੀਂ ਕੀਤਾਗਾ। ਜਿਹੜੇ ਲਾਲ ਕਿਲੇ ਤੇ ਪੁਲਿਸ ਨੂੰ ਕੁੱਟਿਆ ਜਿਨ੍ਹਾਂ ਨੇ, ਉਹ ਕਿਸਾਨ ਨਹੀਂ ਸੀਗੇ, ਉਹ ਕਿਸਾਨਾਂ ਦੇ ਭੇਸ ਦੇ ਵਿੱਚ, ਕਿਉਂਕਿ ਪਹਿਲੇ ਲੀਕ ਆਊਟ ਹੋ ਗਿਆ ਸੀ ਜਿਹੜਾ। ਬਟ somehow they were not able to control, they were not able to organize। ਵੇਖੋ ਠੀਕ ਹੈ, ਇਹਨਾਂ ਦੀ ਮਿਹਨਤ ਹੈ, ਅਸੀਂ ਨੇ ਧੰਨਵਾਦੀ ਹੈ। ਮੈਂ ਜ਼ਿਆਦਾ ਧੰਨਵਾਦੀ ਉਹਨਾਂ ਲੋਕਾਂ ਦਾ ਜਿਹੜੇ ਟਰਾਲੀਆਂ 'ਚ ਬੈਠੇ ਆ, ਆਪਦੇ ਖਰਚੇ ਤੇ ਗਏ ਹੈ, ਆਪਦੇ ਖਰਚੇ ਤੇ ਬੈਠੇ ਹੈ। ਮੈਂ ਉਹਨਾਂ ਨੂੰ ਸਲੂਟ ਕਰਦਾ, ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੇ ਅਕੀਦੇ ਨੂੰ, ਉਹਨਾਂ ਦੀ ਜੁਰਤ ਨੂੰ। ਲੀਡਰ ਸਾਹਿਬਾਨ ਦੇ ਧੰਨਵਾਦੀ ਹੈ ਕਿ ਉਹਨਾਂ ਨੇ ਮੂਵਮੈਂਟ ਨੂੰ ਸ਼ੁਰੂਆਤ ਕੀਤੀ ਉਹਦੀ, ਤੇ ਉਹ ਚਲਾ ਰਹੇ ਗਏ। ਹਾਂਜੀ ਬਿਲਕੁਲ। ਲੋਕਾਂ ਨੂੰ ਕੰਟਰੋਲ ਕਰਨਾ ਸਭ ਦੇ ਵੱਸ ਦੀ ਗੱਲ ਨਹੀਂ, ਉਹਦੇ ਵਾਸਤੇ ਇੱਕ ਬਹੁਤ ਵੱਡਾ ਸਿਸਟਮ ਚਾਹੀਦਾ ਹੈ। ਕਿ ਇੰਨੇ ਲੋਕ ਖੜੇ ਹੋ ਗਏ ਆ, ਇੰਨੀ ਵੱਡੀ ਮੂਵਮੈਂਟ ਬਣ ਗਈ ਹੈ, ਦੁਨੀਆ ਦੇ ਲੈਵਲ ਤੇ ਪਹੁੰਚ ਗਈ ਹੈ ਤੇ ਸਾਡੇ ਲੀਡਰ ਸਾਹਿਬਾਨ ਇਹ ਸਟੇਟ ਲੈਵਲ ਤੇ ਤਾਂ ਇਹਨਾਂ ਨੇ ਲੜਾਈਆਂ ਲੜੀਆਂ, ਪਰ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਨੇ ਕੋਈ ਮੋਰਚਾ ਨਹੀਂ ਲਾਇਆ ਸੀਗਾ। ਪਹਿਲੀ ਵਾਰੀ ਸਾਡੇ ਹੱਥ ਆਇਆ, ਅਸੀਂ ਇਹਨੂੰ ਜਾਣ ਨਹੀਂ ਦੇਣਾ। ਸੋ ਮੇਰਾ ਇੱਕ ਕੰਸਰਨ ਸੀ ਕਿ ਭਾਈ ਜੇ ਇਹ ਆਪਾਂ ਨੈਟਵਰਕ ਬਣਾ ਲੈਂਦੇ ਹੈਗੇ ਹੈ ਕਿ ਖਰਚਾ ਕੁਛ ਨਹੀਂ, ਜਾਣਾ ਕਿਤੇ ਨਹੀਂਗਾ, ਤੇ ਉਦੋਂ ਬਾਅਦ ਆਪਾਂ ਜੁੜ ਜਾਾਂਗੇ। ਇਹ ਲਹਿਰ ਤੋਂ ਚੱਲ ਪਈ ਤੇ ਫਿਰ ਹਰ ਪਿੰਡ ਦੇ ਵਿੱਚ ਤੁਸੀਂ ਟੈਲੀਗ੍ਰਾਮ ਡਾਊਨਲੋਡ ਕਰੋ। 10-10, 20-20 ਹਜ਼ਾਰ ਪਿੰਡ ਦੀ ਮਸਾ ਆਬਾਦੀ ਹੁੰਦੀ, ਵੋਟਾਂ ਹੁੰਦੀਆਂ। ਹਾਂਜੀ ਸਰ, ਬਿਲਕੁਲ ਬਿਲਕੁਲ ਘੱਟ ਹੁੰਦੇ। ਨੂੰ ਜੇ ਤੁਸੀਂ ਚਾਹੋ ਤਾਂ ਇਹਨੂੰ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਇਸਤੇਮਾਲ ਕਰ ਲਓ। ਕੱਟ ਕਰਨਾ ਹੈ, ਸੁਨੇਹਾ ਭੇਜਣਾ ਹੈ, ਲੋਕਾਂ ਨੂੰ ਜਾਗਰੂਕ ਕਰਨਾ, ਖੜੇ ਕਰਨਾ, ਜੋ ਵੀ ਕਰਨਾ ਹੈ, ਇਹ ਤੁਹਾਡੀ ਕਨੈਕਟੀਵਿਟੀ ਹੋਗੀ ਇੱਕ ਚੀਜ਼। ਤੇ ਦੂਜਾ, ਜੇ ਕੱਲ ਨੂੰ ਤੁਹਾਡਾ ਜੀ ਕਰੇ, ਕਿਉਂਕਿ ਧਰਮ ਬਿਨਾਂ ਨਾ ਰਾਜ ਚਲੇ ਹੈ, ਰਾਜ ਬਿਨਾਂ ਸਭ ਦਲੇ ਹੈ। ਇਹਨਾਂ ਨੂੰ 72 ਸਾਲ ਵੇਖਿਆ, ਇਹਨਾਂ ਦਾ ਸਾਡੇ ਸਾਹਮਣੇ ਹੈ, ਸਾਡੀ ਹਾਲਤ ਵੀ ਸਾਹਮਣੇ ਹੈ। ਹੁਣ ਭਾਈ ਇਹਨਾਂ ਦੇ ਕੋਲੇ ਪਰਖਣ ਨੂੰ, ਵੇਖਣ ਨੂੰ ਕੁਝ ਰਿਹਾ ਨਹੀਂ। ਹੁਣ ਆਪਦੇ
ਆਪਦੇ ਕਸਬਿਆਂ ਚੋਂ, ਆਪਦੇ ਸ਼ਹਿਰਾਂ ਚੋਂ ईमानदार बंदे पालो, जुर्त वाले बंदे पालो, कुछ समाज सेवी पालो, कुछ विद्वान, कुछ इंटलैक्चुअल्स, बुद्धिजीवी पालो, कुछ चंगे पत्रकार, कुछ वकील, कुछ जज रिटायर्ड, उन्होंने खड़े बिल्कुल सर, बिल्कुल लड़ो, आपकी सरकार बनाओ, सारी जिंदगी मोर्चे ही लाते रह गए, आई मर जाना। ये मेरी राय सी। तो सब आओ, ये अजे तक मैटेरियलाइज नहीं होया। हाँ जी, कोई सवाल पूछना पूछ लो, अदरवाइज हम ना आना सोल्यूशन ते कि मेरी हाँ जी सर, नहीं सवाल सर ਆਪਾਂ ਗੱਲ ਸੋਲੂਸ਼ਨ ਦੀ ਹੀ ਕਰਨੀ ਆ, ਕਿਉਂਕਿ ਦੇਖੋ ਹੁਣ ਸਿਰਫ ਜਿਵੇਂ ਅੱਜ ਆਪਾਂ ਖੇਤੀ ਬਿੱਲਾਂ ਲਈ ਲੜ ਰਹੇ ਹਾਂ ਕਿ ਖੇਤੀ ਕਾਨੂੰਨ ਰੱਦ ਹੋ ਜਾਣ, ਲੜਾਈ ਸਿਰਫ ਇਹ ਨਹੀਂ ਹੈਗੀ। ਜਿਵੇਂ ਤੁਸੀਂ ਗੱਲ ਕੀਤੀ, ਆਪਣੀ ਵਾਕਈ ਪਲੈਨਿੰਗ ਦੀ ਬਹੁਤ ਕਮੀ ਹੈ। ਜੇ ਪਲੈਨਿੰਗ ਹੁੰਦੀ, ਨੈਟਵਰਕ ਹੁੰਦਾ, 26 जनवरी जो कुछ होया वो कभी भी नहीं होना सी। और दूसरी गल सर, जिवें लीडर साडे ਉਹ ਬਜ਼ੁਰਗ ਨੇ, ਪੁਰਾਣੇ ਨੇ, ਉਹ ਆਪਣੇ ਖਿਆਲਾਂ ਨਾਲ ਚੱਲਦੇ ਨੇ, ਲੋੜ ਆ ਉਹਨਾਂ ਨੂੰ ਵੀ ਸਮੇਂ ਦੇ ਹਿਸਾਬ ਨਾਲ ਬਦਲਣ ਦੀ। ਸੋ ਸਰ ਜਿਵੇਂ ਇੱਥੇ ਹੁਣ ਆਪਾਂ ਜਿਵੇਂ ਉਹ ਮੰਗ ਇੱਕ ਰੱਖ ਕੇ ਬੈਠੇ ਆ ਵੀ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਮੈਂ ਕੀ ਸੋਚਦੀ ਆ, ਜੋ ਮੇਰਾ ਪੁਆਇੰਟ ਆਫ ਵਿਊ ਆ, ਜਾਂ ਮੈਂ ਕੁਝ ਲੋਕਾਂ ਨਾਲ ਆਪਣੇ ਆਸ-ਪਾਸ ਗੱਲ ਕਰਦੀ ਆ ਤੇ ਉਹ ਕੀ ਕਹਿੰਦੇ ਨੇ, ਸਿਰਫ ਇੰਨੀ ਗੱਲ ਨਹੀਂ ਹੋਣੀ ਚਾਹੀਦੀ ਕਿ ਕਾਨੂੰਨ ਰੱਦ ਹੋਣ, ਬਲਕਿ ਇਹ ਹੋਣਾ ਚਾਹੀਦਾ ਕਿ ਜਿਵੇਂ ਪ੍ਰਾਈਮ ਮਿਨਿਸਟਰ ਨੇ ਵੱਡੇ ਬਿਜ਼ਨਸ ਕੰਪਨੀਆਂ ਦੇ ਲੋਨ ਮਾਫ ਕੀਤੇ ਨੇ, ਤੇ ਕਿਉਂ ਨਹੀਂ ਕਿਸਾਨਾਂ ਦਾ ਲੋਨ ਕਿਉਂ ਨਹੀਂ ਮਾਫ ਹੋਇਆ? ਇਹ ਵੀ ਇੱਕ ਮੰਗ ਹੋਣੀ ਚਾਹੀਦੀ ਆ ਕਿ ਉਹਨਾਂ ਦੇ ਕਰਜ਼ੇ ਮਾਫ ਹੋਣ। ਨਾਲ ਇੱਕ ਮੰਗ ਇਹ ਵੀ ਹੋਣੀ ਚਾਹੀਦੀ ਹੈ ਬਿਜਲੀ ਨੂੰ ਲੈ ਕੇ, ਕਿਸਾਨਾਂ ਦੇ ਜਿਹੜੇ ਖੇਤੀ ਦੇ ਜਿਹੜੇ ਬਿਜਲੀ ਦੇ ਬਿੱਲ ਆਉਂਦੇ ਨੇ ਉਹ ਵੀ ਜਿਹੜੇ ਮਾਫ ਹੋਣੇ ਚਾਹੀਦੇ ਨੇ, ਕਿਉਂਕਿ ਜੀ ਕੰਪਨੀਆਂ ਨੂੰ ਸਬਸਿਡੀਆਂ ਦਿੱਤੀਆਂ ਜਾਂਦੀਆਂ, ਕਿਸਾਨਾਂ ਕੋਲ ਵੀ ਹੋਣੀ ਚਾਹੀਦੀ ਆ। ਤੁਸੀਂ ਇਹਦੇ ਬਾਰੇ ਕੀ ਸੋਚਦੇ ਕਿ ਇਹਦੇ ਨਾਲ ਇਹਨਾਂ ਨੂੰ ਹੋਰ ਮੰਗਾਂ ਜੋੜਨੀਆਂ ਚਾਹੀਦੀਆਂ ਨੇ? देखो जी, गल है कि अपने पंजाबी की कहावत तुम सुनी होनी है कि वो आके थड़े ना चढ़ ते वो आके पूरा तोड़। जी 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 बिल्कुल। सिचुएशन हैगी है ਉਹਦੇ ਵਿੱਚ ਦੇਖੋ ਰੀਜ਼ਨ ਇਹ ਹੁੰਦਾ ਹੈ ਕਿ ਉਹ ਚੀਜ਼ਾਂ ਨਾ ਬਿਜਲੀ ਦਾ ਤਾਂ ਕਰ ਰਹੇ ਆ, ਉਹ ਬਿਜਲੀ ਦਾ ਵੀ ਕਰ ਰਹੇ, ਖੋਜ ਜਿਹੜਾ ਨੇ ਪਰਾਲੀ ਵਾਲਾ ਸੀਗਾ ਉਹ ਵੀ ਕਰ ਰਹੇ, ਕਿ ਲੈ ਰਹੇ ਵਿੱਚ ਉਹ ਵਾਈਟ, ਬਟ ਉਹਨਾਂ ਨੂੰ ਕਿਤੇ ਨਾ ਕਿਤੇ ਹੁੰਦਾ ਕਿ ਇੰਨੇ ਸਾਰੇ ਮਸਲੇ ਤੁਸੀਂ ਚੱਕ ਲਾਓਗੇ ਤਾਂ ਉਹ ਚੀਜ਼ ਡਿਵੀਏਟ ਨਾ ਹੋ ਜਾਏ, ਰਾਮ ਰੌਲਾ ਜਿਹਾ ਪੈ ਜਾਵੇ। ਸਾਰਾ ਕੁਝ ਹੀ ਕਰਾਉਣਾ ਚਾਹੁੰਦੇ ਹੈਗੇ ਹੈ। ਹੁਣ ਜਿਨ੍ਹਾਂ ਨੇ ਫੋਕਸ ਕੀਤਾ ਕਿ ਅਸੀਂ 3 ਕਰੋੜ ਵਾਪਸ ਕਰਦੇ ਹਾਂ, ਮੇਰੀ ਤੁੱਛ ਬੁੱਧੀ ਦੇ ਮੁਤਾਬਕ ਮਸ਼ਵਰਾ ਸੀਗਾ ਕਿ ਵੇਖੋ ਮੰਨ ਲਓ 3 ਕੋਬਰੇ ਨਿਕਲੇ ਆਏ, ਜਿਹੜੇ 3 ਕੋਬਰੇ ਮੰਨ ਲਈਏ, ਮੈਂ ਉਦਾਹਰਨ ਦੇ ਕੇ ਗੱਲ ਕਰ ਰਿਹਾ। ਹੁਣ ਦਾ ਇੱਕ ਸੋਚ ਰਿਹਾ ਕਿ ਵੀ ਸਾਡੇ ਖਾਲਸੇ ਕਹਿੰਦੇ ਵੀ ਆਪਾਂ ਤਿੰਨੇ ਮਾਰਦੇ ਆ, ਆਪਾਂ ਡਾਂਗ ਵੀ ਤੋੜਦੀ ਹੈ ਤੇ ਕੋਬਰੇ ਵੀ ਮਾਰਦੇ, ਖੁੱਡ ਚ ਵਾੜਦਾ ਇਹਨਾਂ ਨੂੰ। ਇਹ ਆਪਾਂ ਇੱਥੇ ਖੜੇ ਸਟੈਂਡ ਜਿਹੜਾ ਆਪਣਾ, ਮੇਰੀ ਸੋਚ ਕਿ ਯਾਰ ਆਪਾਂ ਇਹ ਨਾ ਕਰੀਏ ਵੀ ਜੇ ਇਹਨਾਂ ਕੋਬਰਿਆਂ ਦੀ ਆਪਾਂ ਜ਼ਹਿਰ ਵਾਲੀ ਥੈਲੀ ਕੱਢ ਲਈਏ ਜੀ, ਦੰਦ ਵੀ ਕੱਢ ਦਈਏ ਤੇ ਇਹਨਾਂ ਨੂੰ ਪਿਟਾਰੀ ਚ ਬੰਦ ਕਰ ਲਈਏ ਜੀ, ਇਹਨਾਂ ਦਾ ਜ਼ਹਿਰ ਕਰ ਸਕਦੇ ਆ ਤੇ ਇਹਨਾਂ ਨੂੰ ਵਿਖਾ ਕੇ ਦਰਸ਼ੀ ਬਣਾ ਕੇ ਇਹਨਾਂ ਤੋਂ ਪੈਸੇ ਦਾ ਸਾਧਨ ਵੀ ਬਣਾ ਸਕਦੇ, ਕਮਾਈ ਵੀ ਕਰ ਸਕਦੇ ਆ, ਜਿਵੇਂ ਹਾਂਜੀ ਪੇਰੇ ਕਰਦੇ ਹੈਗੇ ਆ। ਉਹਦਾ ਲੌਜਿਕ ਕੀ ਹੈ? ਉਹਦੇ ਪਿੱਛੇ ਲੌਜਿਕ ਇਹ ਹੈਗਾ ਹੈ ਕਿ ਜੇ ਅਸੀਂ ਇਸ ਗੱਲ ਤੇ ਅੜੇ ਤਾਂ ਸਰਕਾਰ ਵਾਸਤੇ ਉਹਨਾਂ ਦਾ ਰੈਪੂਟੇਸ਼ਨ ਜਾਂ ਉਹਨਾਂ ਦਾ ਜਿਹੜਾ ਛਵੀ ਹੈ ਦੇਖਦੇ ਹੈ, ਤੇ ਉਹਨਾਂ ਦਾ ਕਹਿਣਾ ਬਾਰ-ਬਾਰ ਇਹ ਹੈ ਕਿ ਤੁਸੀਂ ਸਿਰਫ ਪੰਜਾਬ ਵਾਲੇ ਸਰਦਾਰਾਂ ਦੀ ਪ੍ਰੋਬਲਮ ਹੈ, ਠੀਕ ਹੈ ਹਾਂਜੀ, ਬੰਦੇ ਦਾ ਪ੍ਰੋਬਲਮ ਹੈ। ਫਿਰ ਖੇਤੀਬਾੜੀ ਜਿਹੜਾ ਮੰਤਰੀ ਉਹਨਾਂ ਨੂੰ ਕਿਹਾ ਵੀ ਤੁਸੀਂ ਥੋੜੇ ਜਿਹੇ ਮੁਸ਼ਕਿਲ ਉਹਦੀ 5% ਵੀ ਨਹੀਂ ਹੋਣੇ ਤੇ ਸਾਡਾ ਸਾਰਾ ਦੇਸ਼ ਸਾਡੇ ਨਾਲ ਹੈ। ਉਹਨਾਂ ਜਦੋਂ ਨਹੀਂ ਨੇ ਤੇ ਉਹਨਾਂ ਨੇ ਕੀ ਕੀਤਾ, ਦੂਜੇ ਪਲਾਨ ਆਪਣੇ ਸ਼ੁਰੂ ਕਰਤੇ, ਜਿਹੜੇ ਸਟ੍ਰੈਟਜੀ ਉਹਨਾਂ ਕੋਲ ਸੀ ਕਿ ਉਹਨਾਂ ਦੇ ਮੰਤਰੀ, ਉਹਨਾਂ ਦੇ ਐਮਐਲਏ, ਬਲਾਕ ਲੈਵਲ ਦੇ, ਪਿੰਡ ਲੈਵਲ ਦੇ ਉਹਨਾਂ ਦੇ ਨੇਤੇ ਸੀ, ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਰੈਲੀਆਂ ਸ਼ੁਰੂ ਕਰਤੀਆਂ, ਚੈਨਲਾਂ ਨੂੰ ਤਾਂ ਨੈਚੁਰਲੀ ਉਹਨਾਂ ਦੇ ਮਾਊਥਪੀਸ ਹੀ ਹੈ ਚੈਨਲ। ਉੱਥੇ ਕਿਸਾਨ ਵੀ ਉਹਨਾਂ ਨੇ ਕ੍ਰੀਏਟ ਕਰ ਲਏ, ਜਿਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਆ, ਉਹਨਾਂ ਨੇ ਕਹਿੰਦੇ ਬੜੇ ਅੱਛੇ ਕਾਨੂੰਨ ਹੈ। ਉਹਨਾਂ ਨੇ ਜਿਹੜਾ ਆਮ ਲੋਕ ਹੈਗੇ ਉਹਨਾਂ ਨੂੰ ਉਹਨੇ ਕਨਫਿਊਜ਼ ਕੀਤਾ ਵੀ ਇਹ ਜਿਹੜੇ 5% ਜਿਹੜੇ ਉਹ ਕਹਿ ਰਹੇ ਸੀਗੇ ਕਿ ਥੋੜੀ ਪੱਛਮੀ ਯੂਪੀ ਹੈ, ਕੁਝ ਹਰਿਆਣੇ ਦੇ ਲੋਕ ਹੈ। ਅੱਛਾ, ਇਹ ਗੱਲ ਵੀ ਸਹੀ ਹੈ ਕਿ ਮੈਂ ਹੁਣ ਹਿਸਾਰ ਹੋ ਕੇ ਆਇਆ ਤੇ ਉਧਰ ਇਸ ਗੱਲ ਦਾ ਬਿਲਕੁਲ ਕੋਈ ਚਰਚਾ ਨਹੀਂ ਸੀਗਾ, ਨਾ ਕੋਈ ਝੰਡਾ। ਮੇਰੀ ਗੱਡੀ ਦਾ ਝੰਡਾ ਲੱਗਿਆ ਸੀਗਾ ਤੇ ਮੇਰੀ ਹੀ ਗੱਡੀ ਦਾ ਝੰਡਾ ਲੱਗਿਆ ਸੀਗਾ। ਸੋ ਇਸ ਪਾਸੇ ਜਿਹੜਾ ਹਰਿਆਣੇ ਆਪ ਜਾਣੇ, ਆਪਾਂ ਅੰਬਾਲੇ ਤੋਂ ਕਰਨਾਲ ਇੱਧਰ ਦੀ ਹੋ ਕੇ ਜਾਣੇ ਆ, ਉਧਰ ਬਹਾਦਰਗੜ੍ਹ ਤੱਕ, ਇੱਥੇ ਜਾਗਰੂਕਤਾ ਹੈ, ਪਰ ਉਧਰ ਹੈ ਨਹੀਂ ਇਸ ਬਾਰੇ ਜਾਗਰੂਕਤਾ ਬਾਲੀ। ਸ਼ਾਇਦ ਕੁਝ ਗੁੱਟਬਾਜ਼ੀ ਹੋਣੀ ਹੈ, ਉਹ ਚੱਕਰ ਵੀ ਹੋ ਸਕਦਾ ਹੈਗਾ। ਸਰਕਾਰ ਨੂੰ ਇਹ ਪਤਾ ਹੈਗਾ ਕਿ ਉਹ ਉਹਨਾਂ ਦੇ ਕੋਲ ਏਜੰਸੀਆਂ, ਸਾਰਾ ਸਿਸਟਮ ਉਹਨਾਂ ਦੇ ਕੋਲੇ, ਤੇ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਕਿੰਨੇ ਹੈ ਗਿਣਤੀ ਦੇ। ਫਿਰ ਉਹਨਾਂ ਨੇ ਮੂਵਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਖਾਲਿਸਤਾਨੀ ਹੈ, ਇਹਨੂੰ ਬਦਨਾਮ ਕਰੋ, ਇਹ ਕਰੋ, ਉਹ ਕਰੋ, ਇਹ ਵੱਖਵਾਦੀ ਹੈ, ਇਹ ਕਾਮਰੇਡ ਹੈ, ਇਹ ਵਿਪਕਸ਼ ਵਾਲੇ ਹੈ, ਇਹ ਭਟਕੇ ਹੋਏ ਹੈ। ਐਸਾ ਕਰਕੇ ਉਹ ਲੋਕਾਂ ਨੂੰ ਜਿਹੜੇ ਦੇਸ਼ ਦੇ ਉਹਦੇ ਪਿੱਛੇ ਟਾਰਗੇਟ ਕੀ ਸੀ? ਟਾਰਗੇਟ ਇਹ ਸੀਗਾ ਕਿ ਦੇਸ਼ ਦੇ ਲੋਕ ਸਾਰੇ ਕਿਸਾਨਾਂ ਦੇ ਨਾਲ ਨਾ ਹੋ ਜਾਣ ਕਿਤੇ,
हाँ जी, हाँ जी, ਹੁਣ ਜੇ ਆਪਾਂ ਵੇਖਦੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨਾਲ ਸਾਡੀ ਗੱਲ ਹੁੰਦੀ ਹੈ ਐਂਡ ਆਈ ਐਮ ਆਲਵੇਜ਼ ਸ਼ੌਕਡ। ਬਹੁਤ ਸਾਰੇ ਲੋਕ ਇਹੋ ਜਿਹੇ ਤੁਰੇ ਫਿਰਦੇ ਜਿਹੜੇ ਕਨਫਿਊਜ਼ ਹੈ, ਜਦੋਂ ਮੀਡੀਆ ਵੀ ਮੰਨਦੇ ਆ। ਹੁਣ ਲੋਕਾਂ ਦੀ ਸੋਚ ਦੀ ਗੱਲ ਆਪਾਂ ਕਰੀਏ ਤੇ ਜੀ, common जी, ਗੱਲ ਹੈ ਕਿ ਤੁਸੀਂ ਮਾਸਕ ਲਾਈ ਫਿਰਦੇ ਹੋ, ਸਰਕਾਰ ਨੇ ਕਿਹਾ ਮਾਸਕ ਲਾਓ हाँ ਤੇ जी, ਉੱਥੇ ਸਾਰੇ ਮਾਸਕ ਹੀ ਲਾਈ ਫਿਰਦੇ ਸੀਗੇ ਕਿਉਂਕਿ 500 ਰੁਪਇਆ ਫਾਈਨ ਵੀ ਕਰਦੇ ਆ। ਹੁਣ ਉਹ ਬੰਦੇ ਰਿਟੈਲੀਏਟ ਨਹੀਂ ਕਰਦੇ, ਇਹ ਨਹੀਂ ਕਹਿੰਦੇ ਗਏ ਕਿ ਵੀ ਮਾਸਕ ਲਾਉਣ ਨਾਲ ਮੇਰੀ ਕਾਰਬਨ ਡਾਈਆਕਸਾਈਡ ਰੀਸਰਕੂਲੇਟ ਹੋਊਗੀ ਤੇ ਆਕਸੀਜਨ ਦਾ ਇਨਟੇਕ ਕਮ ਹੋਊਗਾ ਤੇ ਮੇਰੀ ਜਿਹੜੀ ਇਮਿਊਨਿਟੀ ਹੈ जी, बिल्कुल, ਥੱਲੇ ਚਲਿਆ ਜਾਊਗਾ ਤੇ ਮੈਨੂੰ ਤਾਂ ਕੋਈ ਹੋਰ ਬਿਮਾਰੀ ਲੱਗ ਜਾਊਗੀ। हाँ जी, बिल्कुल, ਕਈ ਜਿਹੜੇ ਸਪੋਰਟਸਮੈਨ ਹੈਗੇ ਆ ਉਹ ਨੁਕਸਾਨ ਵੀ ਹੋਇਆ, ਉਹਨਾਂ ਦੇ ਕਿਸੇ ਦੀ ਜਾਨ ਵੀ ਗਈ ਹੈ, ਕੋਈ ਬੇਹੋਸ਼ ਹੋ ਗਿਆ ਜਿਹੜੇ ਮਾਸਕ ਲਾ ਕੇ ਸਾਰੇ ਸੀਗੇ। ਪਰ ਲੋਕਾਂ ਨੂੰ ਇੰਨਾ ਭਰੋਸਾ ਹੈ ਚੈਨਲਾਂ ਤੇ ਆਪਣੀ ਸਰਕਾਰਾਂ ਤੇ जी, ਕਿ ਉਹ ਉਹਨਾਂ ਦਾ ਅੱਖਾਂ ਮੰਨ ਕੇ ਮਾਸਕ ਲਾਈ ਫਿਰਦੇ ਆ। हाँ जी, ਜਿਹੜੇ ਲੋਕਾਂ ਦੀ ਸੋਚ ਆਹ ਹੈ, ਜਿਹੜੇ ਲੋਕ ਉਸ ਤੋਂ ਬਾਅਦ ਸੋਚਦੇ ਹੀ ਨਹੀਂ, ਜਿਹੜੇ ਉਸ ਮੀਡੀਆ ਦੇ ਗੁਲਾਮ ਹੈ, ਉਹਨਾਂ ਨੂੰ ਫੀਡ ਕਰ ਰਹੀ ਹੈ ਕਿ ਭਾਈ ਇਹ ਥੋੜੇ ਜਿਹੇ ਬੰਦੇ ਆ ਤੇ ਕਾਨੂੰਨ ਤਾਂ ਬਹੁਤ ਅੱਛੇ ਆ, ਵੇਖੋ ਸਾਰੇ ਕਿਸਾਨ ਇੰਨੇ ਖੁਸ਼ ਹੈ, ਇਹ ਸਿਰਫ ਖਾਲਿਸਤਾਨ ਵਾਲੇ ਜਾਂ ਦੂਜੇ ਵੱਖਵਾਦੀ ਆ ਜਿਹੜੇ ਪੱਖ ਵਾਲੇ ਹੈਗੇ ਕਾਂਗਰਸ ਵਾਲੇ, ਉਹਨਾਂ ਨੇ ਭੜਕਾ ਕੇ ਕਾਮਰੇਡਾਂ ਨੇ ਪਾਏ ਹੋਏ ਆ। ਸੋ ਇਸ ਜਿਹੜੇ ਲੋਕ ਆਉਣਾ ਵੀ ਚਾਹੁੰਦੇ ਸੀ ਉਹ ਕਨਫਿਊਜ਼ ਹੋ ਗਏ, ਸੂਈ ਉਹਨਾਂ ਦੀ ਆ ਗਈ ਨਾ। ਮੇਰਾ ਸੁਜੈਸ਼ਨ ਇਹ ਸੀਗਾ, ਮੇਰੀ ਤੁੱਛ ਬੁੱਧੀ ਦੇ ਮੁਤਾਬਕ, ਮੇਰਾ ਵਿਅਕਤੀਗਤ ਵਿਚਾਰ ਹੈ ਕਿ ਭਾਈ ਸਰਕਾਰ ਤੁਹਾਡੇ ਤੇ ਇਲਜ਼ਾਮ ਇਹ ਲਾ ਰਹੀ ਹੈ ਕਿ ਭਾਈ ਕਿਸਾਨ ਜ਼ਿੱਦ ਤੇ ਅੜੇ ਹੋਏ ਹੈ। हाँ जी, ਜ਼ਿੱਦ ਤੇ ਅੜੇ ਹੋਏ ਹੈ। ਇਹ ਸੰਸ਼ੋਧਨ ਵਾਸਤੇ ਅਸੀਂ ਰਾਜ਼ੀ ਹੋ ਗਏ, ਇਹ ਮੰਨਦੇ ਨਹੀਂ ਇਹ ਕੁਝ ਲੀਡਰਸ ਨੇ ਕਿਹਾ, ਆਪਣੇ ਕਿਸਾਨ ਲੀਡਰਸ ਨੇ, ਉਹ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਬਈ ਤੁਸੀਂ ਜੋ ਕਰਨਾ ਕਰ ਦਿਓ, ਅਸੀਂ ਉਹ ਕਰਨ ਨੂੰ ਤਿਆਰ ਹੈ, ਵਾਪਸ ਅਸੀਂ ਲੈਣੇ ਨਹੀਂ ਤੇ ਸਾਨੂੰ ਯਾਰ ਖਾਲੀ ਡੱਬਾ ਦੇ ਦਿਓ। ਇਹ ਮੈਨੂੰ ਲੀਡਰਾਂ ਨੇ ਕਿਹਾ। हाँ जी, हाँ जी, कहते कि दिल दो ही रहन दो, विचों पन्ने बदल दो। ਹਾਂ ਵਿੱਚੋਂ ਜੋ ਸਭ ਉੱਤੋਂ ਰਹਿਣ ਦੇ ਖਾਣਾ ਇਹਨਾਂ ਰਹਿਣ ਤੋਂ ਸਾਡੀ ਇੱਜ਼ਤ ਬਚੀ ਰਹਿਣ ਦਿਓ। ਜੇ ਤੁਸੀਂ ਅੱਜ ਇਹਨਾਂ ਨੂੰ ਵਾਪਸ ਕਰਦੇ ਹੋ ਤੇ ਫਿਰ ਤਾਂ ਹਰੇਕ ਕੇ ਵਾਪਸ ਕਰੋਗੇ, ਅੱਜ ਵਾਪਸ ਕਰੋ, ਬਹੁਤ ਵੱਡਾ ਮਸਲਾ ਖੜਾ ਹੋ ਜਾਊਗਾ। ਇਹ ਮੈਨੂੰ ਕੁਝ ਅੰਦਰ ਦੇ ਬੰਦਿਆਂ ਨੇ ਦੱਸਿਆ। ਖੈਰ ਇਹ ਸਮੱਸਿਆ ਹੋ ਵੀ ਸਕਦੀ, ਅਸੀਂ ਹਰ ਪੱਖੋਂ ਵੇਖਣਾ ਹੈਗਾ ਜਦੋਂ ਅਸੀਂ ਫੈਸਲੇ ਦੀ ਗੱਲ ਕਰਦੇ ਹਾਂ। ਦੋ ਮੁਲਕਾਂ ਦੀ ਜੰਗ ਹੁੰਦੀ ਹੈ, ਬਹੁਤ ਲੱਖਾਂ ਬੰਦੇ ਮਰ ਜਾਂਦੇ, ਅਰਬਾਂ ਖਰਬਾਂ ਨੁਕਸਾਨ ਹੋ ਜਾਂਦਾ, ਫਿਰ ਦੋਵੇਂ ਟੇਬਲ ਤੇ ਬੈਠਦੀ ਹੈ, ਕ੍ਰਾਸ ਦੀ ਟੇਬਲ ਬੈਠਦੀ ਹੈ, ਗੱਲਬਾਤ ਕਰ ਤੇ ਫਿਰ ਦੋਵੇਂ ਸਮਝੌਤਾ ਕਰਦੀਆਂ, ਥੋੜਾ ਜਿਹਾ ਉਹ ਬਰਦਾਸ਼ਤ ਕਰ ਲੈਂਦੇ, ਥੋੜਾ ਜਿਹਾ ਉਹ ਬਰਦਾਸ਼ਤ ਕਰ ਲੈਂਦੇ। ਹਾਂਜੀ, ਇਹ ਗੱਲ ਇਹ ਹੋ ਰਹੀ ਹੈ ਕਿ ਜੇ ਇਹ ਤਿੰਨ ਕਾਨੂੰਨਾਂ ਦੇ ਵਿੱਚ ਤਬਦੀਲੀ ਵੀ ਹੁੰਦੀ ਹੈ, ਜਿਵੇਂ ਖੇਤੀਬਾੜੀ ਮੰਤਰੀ ਨੇ ਮੰਨਿਆ, ਇਹ ਸਾਡੇ ਕਿਸਾਨ ਲੀਡਰਾਂ ਨੇ ਕਿਹਾ ਕਿ ਉਹਨੇ 9 ਕਮੀਆਂ ਮੰਨੀਆਂ ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿੱਚ। ਇਹਦੇ ਵਿੱਚ 9 ਕਮੀਆਂ ਨੇ ਤਿੰਨਾਂ ਕਾਨੂੰਨਾਂ ਦੇ ਵਿੱਚ, ਫਿਰ ਕਾਨੂੰਨੀ ਗੱਲ ਤੇ ਇਹਨੂੰ ਵਾਪਸ ਲਓ, ਉਹਨਾਂ ਦਾ ਕਹਿਣਾ ਇਹ ਹੈ। ਹਾਂਜੀ, ਉਹ ਚਾਹੇ ਕਿ ਜੇ ਸਰਕਾਰ ਮੰਨ ਲਓ ਉਹਨੂੰ ਸਰਕਾਰ ਨੇ ਗਲਤੀ ਕੀਤੀ ਹੈਗੀ, ਕਾਨੂੰਨ ਗਲਤ ਹੈ, ਸਾਫ਼ ਦੱਸੀ ਜਾਂਦਾ ਕਿ ਜਮਾਖੋਰੀ ਦਾ ਕਾਨੂੰਨ ਖਤਮ ਕਰਤਾ ਤੇ ਫਿਰ ਵੈਸੇ ਸਹੀਆਂ ਭਾਈ ਕੋਤਵਾਲ ਅਬ ਡਰ ਖਾਏਗਾ। ਜਦੋਂ ਜਮਾਖੋਰੀ ਦਾ ਕਾਨੂੰਨ ਸੀ, ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਦਾ ਕਾਨੂੰਨ ਸੀ ਕਿ ਜਮਾਖੋਰੀ ਨਹੀਂ ਕਰ ਸਕਦੇ, ਜਮਾਖੋਰੀ ਕਰਦੇ ਰਹੇ, ਕਿੰਨੀ ਵਾਰੀ ਆਪਾਂ ਸਾਰਿਆਂ ਨੇ ਵੇਖਿਆ। ਹਾਂਜੀ ਹਾਂਜੀ, ਉਦੋਂ ਹੁੰਦੀ ਰਹੀ ਹੈ ਜਮਾਖੋਰੀ ਹੁੰਦੀ ਆ, ਤੇ ਜਦੋਂ ਹੁਣ ਕਾਨੂੰਨ ਹੀ ਨਾ ਰਿਹਾ ਤੇ ਫਿਰ ਤੇ ਕੌਣ ਪੁੱਛਣਾ ਪਏਗਾ, ਤੇ ਇਹ ਡਰ ਜਾਇਜ਼ ਹੈ। ਹੁਣ ਉਹਦੇ ਮੇਰਾ ਕਹਿਣ ਦਾ ਭਾਵ ਇਹ ਸੀਗਾ ਕਿ ਸੁਨੇਹਾ ਇਹ ਨਾ ਜਾਵੇ ਕਿ ਕਿਸਾਨ ਜ਼ਿੱਦ ਤੇ ਅੜੇ ਹੈ। ਲੈਟ ਦ ਬਾਲ ਬੀ ਇਨ ਗਵਰਨਮੈਂਟਸ ਕੋਰਟ ਕਿ ਸਭ ਸੰਸ਼ੋਧਨ ਦੀ ਗੱਲ ਕਰਦੇ ਹੋ, ਚਲੋ ਸਾਡੇ ਆਹ ਸੰਸ਼ੋਧਨ ਹੈ। ਜਿਵੇਂ ਕਿ ਮੈਂ ਐਗਜ਼ਾਮਪਲ ਦੇ ਕੇ ਨਾ, ਬਾਕੀ ਤਾਂ ਉੱਥੇ ਖੇਤੀਬਾੜੀ ਐਕਸਪਰਟ ਬੈਠੇ, ਏਡੇ ਵੱਡੇ ਵਕੀਲ ਬੈਠੇ ਆ, ਸਾਡੇ ਕਿਸਾਨ ਸਾਹਿਬਾਨ ਬੈਠੇ ਆ, ਉਹ ਤੈਅ ਕਰਕੇ ਫਿਰ ਸਾਡੇ ਜਿਹੜੇ ਯੂਥ ਹੈ ਉਹਨਾਂ ਨੇ ਡਿਸਕਸ ਕਰਨ, ਉਹਨਾਂ ਨੂੰ ਜਿਹੜੇ ਉਹਨਾਂ ਦੇ ਮੇਨ ਯੂਥ ਦੇ ਬੰਦੇ ਆ ਉਹਨਾਂ ਨੂੰ ਬਿਠਾ ਕੇ ਸਮਝਾਉਣ ਕਿ ਪੁੱਤ ਆ ਹੈ, ਠੀਕ ਹੈ, ਇੱਥੇ ਕੋਈ ਹੇਠੇ ਵਾਲੀ ਗੱਲ ਨਹੀਂ, ਆਪਾਂ ਵੱਡਾ ਟਾਰਗੇਟ ਵੇਖਣਾ ਹੈਗਾ। ਵੱਡਾ ਟਾਰਗੇਟ ਸਾਡਾ ਬ੍ਰਹਮਾਸਤਰ ਇਹ ਬਣਾਉਣਾ ਹੈ ਕਿ ਆਪਾਂ ਜਾਗ ਪਏ, ਆਪਾਂ ਇਕੱਠੇ ਹੋ ਗਏ, ਆਪਾਂ ਜੁੜ ਗਏ, ਉਹਨੂੰ ਆਪਾਂ ਨੂੰ ਕੋਆਰਡੀਨੇਟ ਕਰਨਾ ਹੈ। ਆਪਾਂ ਆਪਣਾ ਡਾਟਾ ਬੈਂਕ ਬਣਾ ਕੇ ਆਉਣ ਵਾਲੇ ਸਮੇਂ 'ਚ ਲੋੜ ਪਈ ਤਾਂ ਆਪਣੀਆਂ ਸਰਕਾਰਾਂ ਬਣਾਉਣੀਆਂ, ਆਪਾਂ ਮੋਰਚੇ ਨੂੰ ਕਰ ਦਾਂਗਾ, ਉਹਨਾਂ ਨੇ ਡਾਂਗਾ ਨਹੀਂ ਖਾਣੀਆਂ। ਆਪਾਂ ਉਹ ਉਹਨਾਂ ਨੂੰ ਸਮਝਾ ਕੇ ਤੇ ਆਪਾਂ ਹੁਣ ਐਂ ਕਰਨਾ ਹੈ ਕਿ ਮੰਨ ਲਓ ਉਹ ਕਹਿੰਦੇ ਹੈ ਕਿ ਵੀ ਜੇ ਅੱਜ ਦਾ ਇੱਕ ਤਾਂ ਐਮਐਸਪੀ ਹੈ, ਉਹ ਤਾਂ ਨਿਸ਼ਚਿਤ ਸਾਨੂੰ ਐਮਐਸਪੀ ਚਾਹੀਦੀ ਹੈ, ਤੇ ਪ੍ਰੋਕਿਉਰਮੈਂਟ ਯਾਨੀ ਸਰਕਾਰੀ ਖਰੀਦ ਰਹੇ। ਉਹਨਾਂ ਦਾ ਡਰ ਇਹ ਸੀ, ਇਹ ਆਪਦਾ ਸੰਸ਼ੋਧਨ ਵਿੱਚ ਕਹਿਣ ਕਿ ਹਾਂਜੀ ਕਰੋ, ਉਹਨਾਂ ਨੇ ਕਿਹਾ ਵੀ ਅਸੀਂ ਮੰਨ ਲਾਂਗੇ, ਅਸੀਂ ਐਮਐਸਪੀ ਦੇ ਦੇਵਾਂਗੇ। ਹੁਣ ਮਸਲਾ ਇਹ ਆ ਗਿਆ ਕਿ ਵੀ ਜੇ ਤੁਸੀਂ ਐਮਐਸਪੀ ਦੇਤੀ ਤੇ ਜਿਹੜਾ ਪ੍ਰਾਈਵੇਟ ਸੈਕਟਰ ਆ ਰਿਹਾ, ਕਾਰਪੋਰੇਟ ਆ ਰਿਹਾ, ਜਿਹਨਾਂ ਸੇਲੋ ਬਣ ਗਏ, ਇਹ ਜਿਹੜੀ ਐਮਐਸਪੀ ਹੈ ਉਹ ਤੋਂ ਵੱਧ 50 ਜਾਂ 100 ਰੁਪਇਆ ਦੇਣ ਲੱਗ ਪੈਣਗੇ।
हाँ जी, ਪ੍ਰਾਈਵੇਟ ਮੰਡੀ ਹੈ ਤੇ ਸਾਡੇ ਬੰਦਿਆਂ ਨੇ ਜਾ ਕੇ ਉਹਨਾਂ ਨੂੰ ਵੇਚਣ ਲੱਗ ਪੈਣਾ। ਉੱਥੇ ਆਰਾਮ ਨਾਲ ਬੈਠਣਗੇ, ਟਰਾਲੀ ਖੜੀ ਕੀਤੀ, ਇੱਥੇ ਤਾਂ ਧੱਕੇ ਖਾਂਦੇ ਹੈਗੇ ਆੜ੍ਹਤੀਆਂ ਦੇ ਜਾਂਦੇ ਆ ਮੰਡੀ ਦੇ ਵਿੱਚ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਉੱਥੇ ਵੀ ਕਰਪਸ਼ਨ ਹੈ। ਹਾਂਜੀ ਸਰ, ਤੁਹਾਡੀ ਜਿਹੜੀ ਗੱਲ ਆ ਇਹਦੇ ਵਿੱਚ ਮੈਂ ਹਾਮੀ ਭਰਨਾ ਚਾਹੂੰਗੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਚੀਜ਼ ਆਲਰੇਡੀ ਹੋ ਚੁੱਕੀ ਆ ਕਿ ਮੂੰਗਫਲੀ ਖਰੀਦਣ ਲਈ ਫੈਕਟਰੀ ਲੱਗੀ, ਮੂੰਗਫਲੀ ਦਾ ਤੇਲ ਕੱਢਣ ਲਈ, ਤੇ ਸਰਕਾਰੀ ਖਰੀਦ ਹੋ ਰਹੀ ਸੀ, ਕਿਸਾਨ ਲਈ ਜਾ ਰਹੇ ਸੀ। ਉੱਥੇ ਪ੍ਰਾਈਵੇਟ ਕੰਪਨੀ ਆਈ, ਉਹਨੇ 2 ਸਾਲ ਐਕਸਟਰਾ ਉਹਦਾ ਰੇਟ ਦਿੱਤਾ ਸਰਕਾਰੀ ਤੋਂ, ਖਰੀਦਿਆ, ਉਹਨਾਂ ਨੂੰ ਬਾਅਦ ਚ ਕੰਪਨੀ ਨੂੰ ਨਹੀਂ ਕੋਈ ਫਾਇਦਾ ਦਿਖਿਆ, ਉਹਨੇ ਖਰੀਦਣਾ ਬੰਦ ਕਰਤਾ। ਤੇ ਹੁਣ ਸਰਕਾਰ ਵੀ ਨਹੀਂ ਖਰੀਦ ਰਹੀ, ਕਹਿੰਦੀ ਕਿ ਤੁਸੀਂ ਜੀ ਪਹਿਲਾਂ ਬੰਦ ਕਰਤਾ ਸੀ। ਤੇ ਇਹੀ ਚੀਜ਼ ਸਾਡੇ ਵਿੱਚ ਆਉਣੀ ਨਹੀਂ, ਉਹਨਾਂ ਨੂੰ ਇਹ ਡਰ ਹੈ ਨਾ। ਮੈਂ ਉਹ ਤੇ ਕਹਿ ਰਿਹਾ ਕਿ ਕੋਈ ਪ੍ਰੋਬਲਮ ਪੈਦਾ ਹੁੰਦੀ ਹੈ ਸੰਸਾਰ 'ਚ, ਉਹਦਾ ਸੋਲੂਸ਼ਨ ਨਾਲ ਪੈਦਾ ਹੁੰਦਾ ਹੈ। ਇਹ ਵੱਖਰੀ ਉਹਨਾਂ ਨੂੰ ਦੇਰ ਦਾ ਮਿਲੇ ਜਾਂ ਫੌਰਨ ਮਿਲ ਜੇ, ਇਹ ਡਿਪੈਂਡ ਕਰਦਾ ਹੈ। ਇਹ ਜਿਹੜਾ ਖਤਰਾ ਹੈ, ਹਾਂਜੀ, ਉਹ ਮੰਡੀਆਂ ਤਾਂ ਬੰਦ ਹੋ ਜਾਣਗੀਆਂ, ਅਸੀਂ ਤਾਂ ਸਾਰੇ ਬੰਦੇ ਸਾਡੇ ਉੱਥੇ ਜਾਣ ਲੱਗ ਪੈਣਗੇ। ਠੀਕ ਹੈ, ਇਹ ਡਰ ਲੱਗਦਾ ਹੈ ਕਿ ਉਦੋਂ ਬਾਅਦ ਜਦੋਂ ਮੰਡੀਆਂ ਸਾਡੀਆਂ ਬੰਦ ਕਰਤੀਆਂ, ਸਰਕਾਰ ਨੇ ਕਹਿਣਾ ਵੀ ਇੱਥੇ ਕੋਈ ਲਿਆਉਂਦਾ ਹੀ ਨਹੀਂ, ਕਿਉਂਕਿ ਉੱਥੇ 100 ਰੁਪਏ ਜਾਂ 50 ਰੁਪਏ ਵੱਧ ਮਿਲਦੇ ਆ, ਨਾਲੇ ਆਰਾਮ ਨਾਲ ਵਿਕਦਾ। ਇੱਥੇ ਤਾਂ ਜਿਹੜੀਆਂ ਮੰਡੀਆਂ ਸਾਡੀਆਂ ਹੁਣ ਹੈਗੀਆਂ, ਜਿੱਥੇ ਆੜ੍ਹਤੀਏ ਹੈਗੇ ਆ, ਇੱਥੇ ਵੀ CI ਨਾਲ ਮਿਲ ਕੇ ਉਹ ਜਿਹੜੇ ਇੰਸਪੈਕਟਰ ਆ ਉਹ ਕੀ ਕੁਝ ਕਰਦੇ ਆਪਾਂ ਸਾਰੇ ਜਾਣਦੇ ਆ। ਹਾਂਜੀ ਸਰ, ਉਹ ਤਾਂ ਚੱਲ ਰਹੇ ਨੇ। ਦੇਰ ਤੱਕ ਕਿਸਾਨ ਨੂੰ ਰੋਂਦਾ ਹੈ, ਆਪਾਂ ਸਾਰੇ ਜਾਣਦੇ ਆ। ਮਜਬੂਰੀ ਦੇ ਵਿੱਚ ਹੁਣ ਆੜ੍ਹਤੀਏ ਤਾਰੀਫ ਕਰੀ ਜਾਂਦੇ ਆ, ਆੜ੍ਹਤੀਏ ਦੇ ਤੋਂ ਕਿੰਨੇ ਕਿਸਾਨ ਬਰਬਾਦ ਹੋਏ ਵੀ ਆਪਾਂ ਜਾਣਦੇ ਆ। ਇਹ ਸੱਚਾਈ ਹੈ। ਬਿਲਕੁਲ ਬਿਲਕੁਲ ਸਰ, ਬਿਲਕੁਲ। ਇੱਕ ਵੱਡੇ ਤੋਂ ਡਰ ਕੇ ਉਹ ਛੋਟੇ ਦੁਸ਼ਮਣ ਦੀ ਤਾਰੀਫ ਕਰਨ ਲੱਗ ਪਏ ਆ। ਠੀਕ ਹੈ, ਵੱਡੀ ਬੁਰਾਈ ਤੋਂ ਬਚਣ ਵਾਸਤੇ ਛੋਟੀ ਬੁਰਾਈ ਨੂੰ ਨਾਲ ਲਈ ਬੈਠੇ ਆ। ਇਹ ਇੱਕ ਡਰ ਹੈ ਕਿ ਵੀ ਉਹ ਤਾਂ ਫਿਰ ਸਾਡੇ ਸਰਕਾਰ ਨੇ ਬੰਦ ਕਰ ਦੇਣੀ ਹੈ, ਵੀ ਇੱਥੇ ਕੋਈ ਆਉਂਦਾ ਨਹੀਂ, ਖਾਲੀ ਪਈ ਹੈ। ਤੇ ਇਹਦੇ ਜਿਹੜਾ ਸੋਲੂਸ਼ਨ ਹੈਗਾ, ਉਹ ਸੋਲੂਸ਼ਨ ਇਹ ਹੈ ਕਿ ਭਾਈ ਜੇ ਜਿਹੜਾ ਉਹ ਬੰਦਾ ਉੱਥੇ ਖਰੀਦ ਰਿਹਾ, ਹਾਂਜੀ, ਉਹ MSP ਤੇ ਨਹੀਂ ਖਰੀਦ ਸਕਦਾ। ਮੰਨ ਲਓ ਤੁਹਾਨੂੰ ਡਰ ਹੈ ਕਿ ਜਿਹੜੇ ਇਹ ਸਰਕਾਰੀ ਮੰਡੀ ਜਿਹੜੀ ਖਰੀਦ ਹੈਗੀ ਇਹ ਬੰਦ ਹੋ ਜੂਗੀ, ਕਿਉਂਕਿ ਜਾਣਗੇ ਪ੍ਰਾਈਵੇਟ ਕੋਲੇ। ਦਰਜ ਕਰਾਓ, ਸੰਸ਼ੋਧਨ ਵਿੱਚ ਪਵਾਓ ਕਿ ਉਹ ਜਿਹੜਾ ਆਦਮੀ ਹੈ ਉਹ MSP ਤੋਂ ਥੱਲੇ ਨਹੀਂ ਖਰੀਦ ਸਕਦਾ, ਉਹ ਕਾਨੂੰਨਨ ਜੁਰਮ ਹੋਊਗਾ। ਜੀ ਬਿਲਕੁਲ, ਉਹਦੇ ਵਿੱਚ ਪਾ ਤੁਸੀਂ ਉੱਥੇ ਬਚ ਸਕਦੇ ਹੋ। ਫਿਰ ਸਾਨੂੰ ਇਹ ਡਰ ਹੈ ਕਿ ਉਹ ਜਮਾ ਕਰ ਲੈਣਗੇ, ਜੇ ਉਹਨੂੰ ਜਮਾ ਦੇ ਸਟੋਰ ਬਣਾਏ ਆ ਤੇ ਫਿਰ ਉਹ ਮਹਿੰਗਾ ਕਰਕੇ ਵੇਚਣਗੇ। ਤੁਸੀਂ ਉਹਨੂੰ ਸੰਸ਼ੋਧਨ ਪਵਾਓ ਕਿ ਭਾਈ MSP ਵੀ ਚਾਹੀਦੀ ਹੈ ਸਾਨੂੰ, ਉਹ ਪ੍ਰਾਈਵੇਟ ਤੇ ਵੀ ਲਾਗੂ ਹੋਊਗੀ, ਤੇ ਨਾਲ ਸਾਨੂੰ MRP ਵੀ ਚਾਹੀਦੀ ਹੈ। ਉਹ ਅੱਜ 10 ਰੁਪਏ ਦੀ ਮੱਕੀ ਲੈ ਕੇ ਤੇ ਉਹ ਮਾਲ ਦੇ ਵਿੱਚ ਉਹ ਪੈਕੇਟ ਮੱਕੀ ਦਾ ਜਿਹੜਾ ਆਟੇ ਦਾ 150 ਰੁਪਏ ਕਿਲੋ ਵਿਕ ਰਿਹਾ, ਬਿਲਕੁਲ, ਤੇ ਵੀ MRP ਹੋਣੀ ਚਾਹੀਦੀ ਹੈ ਕਿ ਜੋ ਖਰੀਦ ਹੈ ਉਹਦੇ ਕਨੈਕਸ਼ਨ ਦੇ ਵਿੱਚ, ਉਹਦੇ ਅਨੁਪਾਤ ਦੇ ਵਿੱਚ ਹੀ ਤੁਸੀਂ MRP ਰੱਖੋਗੇ ਕਿ ਇਹਨੂੰ ਜੇ ਤੁਸੀਂ 10 ਰੁਪਏ ਦੀ ਖਰੀਦੀ ਹੈ ਤਾਂ ਤੁਸੀਂ ਇਹਨੂੰ 75 ਤੋਂ ਉੱਤੇ, ਮਤਲਬ ਜੋ ਵੀ 80 75 60 ਜੋ ਵੀ ਉਹ ਜਿਹੜੇ ਐਕਸਪਰਟਸ ਹੈਗੇ ਉਹ ਦੱਸਣ, ਮਿਲ ਕੇ ਬੈਠ ਕੇ ਰਾਏ ਕਰਨ ਕਿ ਨਹੀਂ ਵੇਚ ਸਕਦੇ। ਠੀਕ ਹੈ, ਸੋ ਤੁਹਾਡੇ ਜਿਹੜੇ ਦੋ ਡਰ ਹੈ ਤੇ ਜਿਹੜੀ ਜਮਾਖੋਰੀ ਹੈ ਉਹਦੇ ਬਾਰੇ ਕਰ ਲਓ ਕਿ ਜਿਸ ਸਟੇਟ ਦੇ ਵਿੱਚੋਂ ਤੁਸੀਂ ਚੱਕ ਰਹੇ ਹੋ, ਉਹ ਸਟੇਟ ਦੇ ਵਿੱਚੋਂ ਜਿੰਨੀ ਤੁਹਾਡੀ ਹਰ ਸਾਲ ਦੀ ਖਪਤ ਹੁੰਦੀ ਹੈ ਜੀ, ਉਨੀ ਖਪਤ ਨੂੰ ਛੱਡ ਕੇ ਤੁਸੀਂ ਜਮਾ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਉਹਨਾਂ ਦਾ ਹਿੱਸਾ ਜਮਾ ਕਰ ਲਓ ਤੇ ਬਾਅਦ ਵਿੱਚ ਤੁਸੀਂ ਵੇਚੋ। ਪਰ ਜਦੋਂ MRP ਆ ਗਈ ਕਿ ਤੁਹਾਨੂੰ ਇਹ ਤੋਂ ਬਾਅਦ ਤੁਸੀਂ ਵੇਚ ਨਹੀਂ ਸਕਦੇ ਤੇ ਸਾਡਾ ਜਾ ਸਕਦਾ। ਮੇਰੇ ਕੁਝ ਸੁਜੈਸ਼ਨਸ ਆ, ਮਸ਼ਵਰੇ ਹੈ। ਨਹੀਂ ਸਰ, ਬਿਲਕੁਲ ਸਹੀ ਹੋਣਾ ਵੀ ਇਦਾਂ ਹੀ ਚਾਹੀਦਾ। ਕੱਲੀ MSP ਨਾਲ ਗੱਲ ਨਹੀਂ ਬਣਨੀ, ਬਾਅਦ ਵਿੱਚ MRP ਵੀ ਚਾਹੀਦੀ ਹੈ, ਉਹਦੀ ਚਾਹੀਦੀ ਹੈਗੀ। ਇਹ ਡਰ ਹੈਗਾ ਕਿ ਮੰਡੀਆਂ ਬੰਦ ਹੋ ਜਾਣਗੀਆਂ। ਉਹਦੇ ਬਾਅਦ ਇਹ ਹੈ ਕਿ ਮੰਨ ਲਓ ਉਹ ਮੰਡੀਆਂ ਬੰਦ ਹੁੰਦੀਆਂ ਤੇ MSP ਜਿਹੜੀ ਹੈਗੀ ਹੈ ਉਹ ਤੋਂ ਘੱਟ ਖਰੀਦ ਨਹੀਂ ਸਕਦਾ, ਉਹ ਕਾਨੂੰਨ ਜੁਰਮ ਹੋਊਗਾ, ਜਿਹੜਾ ਪ੍ਰਾਈਵੇਟ ਵਾਲਾ ਵੀ ਹੈ ਜੀ ਲਾਗੂ ਹੋਵੇ। ਇਹ ਨਹੀਂ, ਠੀਕ ਹੈ। ਹੁਣ ਦੂਜੀ ਗੱਲ ਕਿ ਜਿਹੜਾ ਇਹਨਾਂ ਨੂੰ ਇਹ ਲੱਗਿਆ ਸੀਗਾ ਕਿ ਪ੍ਰਾਈਸ ਤੈਅ ਕਰਨ ਦੇ ਕੰਟਰੈਕਟ ਫਾਰਮਿੰਗ, ਜਿਹੜਾ ਤੁਸੀਂ ਮੂੰਗਫਲੀ ਤੇਲ ਦੀ ਗੱਲ ਦੱਸੀ ਹੁਸ਼ਿਆਰਪੁਰ ਵੱਲ ਜਾਂ ਇੱਥੇ ਚਿਪਸ ਵਾਲਿਆਂ ਨੇ ਕੀਤਾ ਆਲੂਆਂ ਦਾ, ਉਹਨਾਂ ਨੇ ਦੇ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਆਲੂ ਛੋਟੇ ਵੱਡੇ ਤੇ ਛੱਲਾ ਲਿਆਏ ਰਵੀ ਜੀ ਕੱਢੋ, ਅਸੀਂ ਤਾਂ ਵੱਡੇ ਵੱਡੇ ਆਲੂ ਲਵਾਂਗੇ ਜੀ। ਉਹਦੀ ਵਾਸਤੇ ਹੈ ਕਿ ਉਸ ਕਾਨੂੰਨ ਦੇ ਵਿੱਚ ਇਹ ਪਾਇਆ ਜਾਵੇ, ਜੇ ਨਹੀਂ ਹੈ ਆਲਰੇਡੀ ਤਾਂ ਜਦੋਂ ਕੋਈ ਕਹਿੰਦੇ ਕਿ ਸੰਸ਼ੋਧਨ ਕਰ ਦਿੱਤੇ ਆ, ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਕਾਨੂੰਨ ਪੜ੍ਹੋ, ਉਹਦੇ ਵਿੱਚ ਸਾਰੀਆਂ ਚੀਜ਼ਾਂ ਹੁਣ ਅਸੀਂ ਪਾ ਦਿੱਤੀਆਂ। ਇਹ ਪਹਿਲਾਂ ਦੀਆਂ ਗੱਲਾਂ ਹੈ। ਖੈਰ, ਜੇ ਨਹੀਂ ਹੈ ਤੇ ਪਾਉਣੀਆਂ ਚਾਹੀਦੀਆਂ ਹੈਗੀਆਂ ਕਿ ਇਹ ਫੈਕਟਰੀ ਦੇ ਵਿੱਚ ਜਾਂ ਮਸ਼ੀਨ ਦੇ ਵਿੱਚ ਆਲੂ ਜਾਂ ਚਾਵਲ ਨਹੀਂ ਬਣਦੇ ਜਾਂ ਕਣਕ ਨਹੀਂ ਬਣਦੀ। ਜੀ ਜੀ ਜੀ, ਇਹ ਕੁਦਰਤ ਨੇ ਬਣਾਉਣਾ ਹੈਗਾ। ਕਿਤੇ ਬਾਰਿਸ਼ ਜ਼ਿਆਦਾ ਹੋ ਗਈ, ਘੱਟ ਹੋਈ, ਜੋ ਵੀ ਕੋਈ ਪ੍ਰੋਬਲਮ ਆ ਗਈ, ਸੁੰਡੀ ਲੱਗ ਗਈ, ਤੇ ਹੋ ਸਕਦਾ ਕਿ ਉਹ ਆਲੂ ਛੋਟੇ ਵੱਡੇ ਹੋ ਜਾਣ। ਤੁਸੀਂ ਆਲੂ ਦੇ ਬੀਜ ਦੇਣਾ, ਖਾਦ ਦੇਣੀ ਹੈ, ਤੁਸੀਂ ਉਹਦੀ ਸੁਪਰਵਿਜ਼ਨ ਕਰਨੀ ਹੈ, ਤੁਹਾਡੇ ਬੰਦਿਆਂ ਨੇ ਕਰਨੀ ਹੈ।
ਜੇ ਉਹ ਛੋਟੇ ਵੱਡੇ ਹੋ ਗਏ ਜੋ ਵੀ ਹੋ ਗਿਆ, ਕਿਉਂਕਿ ਤੁਸੀਂ ਸੁਪਰਵਿਜ਼ਨ ਕੀਤੀ ਹੈ, ਇਹ 'ਚ ਕਿਸਾਨ ਦਾ ਦੋਸ਼ ਕੋਈ ਨਹੀਂਗਾ, ਤੁਹਾਨੂੰ ਹਰ ਹਾਲਤ ਵਿੱਚ ਚੱਕਣਾ ਪੈਣਾ ਹੈ, ਇਹ ਕਾਨੂੰਨ ਦੇ ਵਿੱਚ ਦਰਜ ਹੋਵੇ। ਠੀਕ ਹੈ ਜੀ। ਸੋ ਉਹ ਖਤਰਾ ਸਾਡਾ ਉੱਥੇ ਖਤਮ ਹੁੰਦਾ ਜੇ ਉਹ ਕਲੌਜ਼ ਉਹਦੇ ਵਿੱਚ ਕਾਨੂੰਨ ਦੇ ਵਿੱਚ ਆ ਗਿਆ। ਇੱਕ ਉਹਦੇ ਵਿੱਚ ਪ੍ਰੋਬਲਮ ਇਹ ਆਈ ਹੈਗੀ ਹੈ ਕਿ ਕਿਸਾਨ ਕਹਿ ਰਿਹਾ ਹੈ ਕਿ ਉਹਦੇ ਤੇ ਕਰਜ਼ਾ ਲੈ ਗਿਆ ਬੰਦਾ, ਹਾਂਜੀ ਬੈਂਕਿਟ ਹੋਣਾ ਚਾਹੀਦਾ ਹੈ ਕਿ ਕੋਈ ਵੀ ਆਦਮੀ ਜਿਹੜਾ ਵੀ ਕੰਟਰੈਕਟ ਹੈਗਾ ਉਹ ਫਸਲ ਦਾ ਹੈ, ਉਹ ਖੇਤ ਦਾ ਨਹੀਂ ਹੈ, ਮਾਲ ਕਿਸਾਨ ਨੇ ਰਹਿਣਾ ਹੈਗਾ, ਇਹ ਕਾਨੂੰਨ ਦੇ ਵਿੱਚ ਹੋਵੇ। ਜੇ ਨਹੀਂ ਹੈ ਤਾਂ, ਜੇ ਹੈ ਤਾਂ ਠੀਕ ਹੈ, ਇਹਦੇ ਤੇ ਕਿਸੇ ਵੀ ਹਾਲਤ ਦੇ ਵਿੱਚ ਬੈਂਕ ਕਦੇ ਵੀ ਉਸ ਬੰਦੇ ਨੂੰ ਐਂਟਰਟੇਨ ਨਹੀਂ ਕਰੂਗਾ, ਕੰਪਨੀ ਨੂੰ, ਕਾਰਪੋਰੇਟ ਨੂੰ, ਤੇ ਕਰਜ਼ਾ ਨਹੀਂ ਦੇਊਗਾ। ਜਿਵੇਂ ਕਿ ਕੁਝ ਕਿਸਾਨ ਰੋ ਰਹੇ ਹੈ ਕਿ ਉੱਥੇ ਪਤਾ ਨਹੀਂ ਕਿੰਨੇ ਕਰੋੜ ਦਾ ਕਰਜ਼ਾ ਲੈ ਕੇ ਉਹ ਕੰਪਨੀ ਭੱਜ ਗਈ। ਫਿਰ ਉਹਦੇ ਇੱਕ ਹੋਰ ਗੱਲ ਹੈ ਕਿ ਜਿਹੜੇ ਕਿਸਾਨ ਹੈ, ਜਿਹੜਾ ਕੰਟਰੈਕਟ ਕੀਤਾ, ਜਦੋਂ ਵੇਚਣ ਦਾ ਟਾਈਮ ਆਇਆ ਤੇ ਉਦੋਂ ਉਹਦਾ ਰੇਟ ਵੱਧ ਗਿਆ। ਮੱਧ ਪ੍ਰਦੇਸ਼ ਮੈਂ ਸੁਣੀ ਕਿ 2000 ਦੇ ਵਿੱਚ ਕੰਟਰੈਕਟ ਕੀਤਾ ਸੀਗਾ, ਤੇ ਜਦੋਂ ਵੇਚਣ ਦਾ ਟਾਈਮ ਆਇਆ ਤੇ ਉਹ ਹੋ ਗਿਆ ਭਾਅ ਉਹਦਾ 3000 ਰੁਪਏ, ਉਹਨਾਂ ਦਾ ਅਪਡੇਟ ਹੋ ਗਿਆ ਤੇ ਉਹ ਕੰਪਨੀ ਬੈਕਆਊਟ ਕਰ ਗਈ, ਭੱਜ ਗਈ। ਉਹ ਕਿਸਾਨ ਭਾਲਦਾ ਫਿਰਦਾ ਹੁਣ ਮੈਂ ਕਿੱਥੇ ਜਾ ਕੇ ਵੇਚਾਂ। ਉਹਦੇ ਵਿੱਚ ਇੱਕ ਕਲੌਜ਼ ਪਾਤਾ ਜਾਵੇ, ਜੇ ਨਹੀਂ ਹੈ ਤਾਂ, ਕਿ ਭਾਈ ਜੇ ਇਸ ਤਰ੍ਹਾਂ ਹੁੰਦਾ, ਪ੍ਰਾਈਸ ਦੇ ਵਿੱਚ ਫਲਕਚੁਏਸ਼ਨ ਹੁੰਦੀ ਹੈ, 2000 ਤਾਂ MSP ਹੈ, ਉਹ ਤਾਂ ਨਿਊਨਤਮ ਸਮਰਥਨ ਮੁੱਲ ਹੈ ਹੀ ਹੈ ਉਹਦਾ ਤੇ ਨਹੀਂ ਪੈਣਾ ਹੈਗਾ, ਉਦੋਂ ਘੱਟ ਤੁਸੀਂ ਦੇ ਨਹੀਂ ਸਕਦੇ। ਪਰ ਜੇ ਉਹ ਫਲਕਚੁਏਟ ਕਰ ਗਿਆ, ਮੰਨ ਲਓ 3000 ਹੋ ਗਿਆ ਜੀ, 3000 ਦੇ ਵਾਸਤੇ ਇਹ ਹੈ ਕਿ ਉਹਦਾ ਮਿਡਵੇ ਕੱਢ ਲਓ ਕਿ 50-50 ਕਰ ਲਓ, ਉਹਦੀ ਜਿਹੜੀ ਕੀਮਤ ਵਧੀ। ਜੇ ਮੰਨ ਲਓ 3000 ਹੋਈ ਤਾਂ ਤੁਸੀਂ ਕਿਸਾਨ ਨੂੰ 2500 ਦਿਓਗੇ ਤੇ ਉਹਨੂੰ ਉਹ 3000 ਦੇ 500 ਉਹਨੂੰ ਬਚ ਗਿਆ, ਕਾਰਪੋਰੇਟ ਹੈ, ਤੇ 500 ਕਿਸਾਨ ਨੂੰ ਮਿਲ ਗਿਆ, ਦੋਨੋਂ ਨੂੰ ਉਹਦੇ ਚ ਮੁਨਾਫਾ ਹੋਇਆ। ਅਦਰਵਾਈਜ਼ ਕਾਰਪੋਰੇਟ ਨੇ ਰਾਜ਼ੀ ਨਹੀਂ ਹੋਣਾਗਾ। ਹੁਣ ਗੱਲ ਆਈ ਕਿ ਉਹਨਾਂ ਦਾ ਡਿਸਪਿਊਟ ਹੁੰਦਾ ਹੈ, ਤਾਂ ਸਰਕਾਰ ਵੀ ਕਹਿ ਰਹੀ ਹੈ ਕਿ ਪਹਿਲਾਂ SDM ਨੇ ਫੈਸਲਾ ਕਰਨਾ ਸੀ, ਸਾਨੂੰ ਭਰੋਸਾ ਨਹੀਂ। ਸਹੀ ਗੱਲ ਹੈਗੀ ਹੈ ਕਿ SDM ਸਾਡੀ ਉਹਨੇ ਕਿਹਨੀ ਸੁਣਨੀ ਹੈ, DCP ਨਹੀਂ ਸੁਣੂਗਾ, ਤੇ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਕਿਸਾਨ ਨੂੰ ਹੋਣਾ ਚਾਹੀਦਾ। ਹਾਂਜੀ ਸਰ, ਗੰਨੇ ਦੇ ਮਾਮਲੇ 'ਚ ਕਿਸਾਨਾਂ ਨਾਲ ਆਮ ਹੀ ਗਰਾਊਂਡ ਲੈਵਲ ਤੇ ਜੇ ਦੇਖਿਆ ਜਾਵੇ ਨਾ, ਗਰਾਊਂਡ ਜ਼ੀਰੋ ਤੇ ਪੰਜਾਬ ਦੇ ਵਿੱਚ ਗੰਨੇ ਦੇ ਮਾਮਲੇ 'ਚ ਇਹੀ ਹੋ ਰਿਹਾ ਕਿਸਾਨਾਂ ਜੀ ਜੀ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਸੇ ਤਰ੍ਹਾਂ ਜਿੰਨੀਆਂ ਵੀ ਚੋਰ ਬੋਰੀਆਂ ਹੈ, ਜਿਹਨੂੰ ਡਰ ਲੱਗਦਾ ਹੈ, ਉਹ ਆਪਦੀ ਜਿਹੜੀ ਸੰਸ਼ੋਧਨ ਹੈ ਲਿਖ ਲੈਣ, ਆਪਦੇ ਵਕੀਲਾਂ ਨਾਲ, ਆਪਦੇ ਕ੍ਰਿਸ਼ੀ ਵਿਗਿਆਨੀਆਂ ਨਾਲ ਡਿਸਕਸ ਕਰ ਲੈਣ, ਆਪਣੇ ਯੂਥ ਨੂੰ ਬਿਠਾ ਲੈਣ। ਬੇਸ਼ੱਕ ਦੀ ਉਹ ਬਹੁਤ ਵੱਡਾ ਜਿਹੜਾ ਇਕੱਠ ਕਰਨਾ ਉਹ ਬਾਅਦ ਚ ਕਰਨ, ਪਹਿਲਾਂ ਆਸ 100 ਬੰਦਾ 50 ਬੰਦੇ ਬੈਠ ਕੇ ਉਹਨਾਂ ਨਾਲ ਡਿਸਕਸ ਕਰਨ, ਤੇ ਉਹ ਕਹਿਣ ਵੀ ਹੋਰ ਕੁਝ ਰਹਿ ਤਾਂ ਨਹੀਂ ਗਿਆ। ਜਦੋਂ ਅਸੀਂ ਸਾਰੀਆਂ ਚੋਰ ਮੋਰੀਆਂ ਬੰਦ ਕਰਤੀਆਂ ਤੇ ਫਿਰ ਸਾਨੂੰ ਡਰ ਕਿਸ ਗੱਲ ਦਾ ਹੈਗਾ? ਵੇਖੋ, ਕਿਤੇ ਸਾਨੂੰ ਵਿਸ਼ਵਾਸ ਤਾਂ, ਜੇ ਅਸੀਂ ਇਸ ਮੁਲਕ 'ਚ ਰਹਿਣਾ ਹੈ, ਜੇ ਅਸੀਂ ਵੋਟਾਂ ਦੇ ਕੇ ਉਹਨਾਂ ਨੂੰ ਜਿਤਾਇਆ ਜਾਂ ਜਿਵੇਂ ਵੀ ਉਹ ਜਿੱਤੇ ਹੈਗੇ ਹੈ, ਜਦੋਂ ਆ ਗਈ ਹੈ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਵਾਸਤੇ ਖੜੇ, ਉਹਨਾਂ ਨਾਲ ਵੀ ਖੜੇ ਦਿਸਦੇ ਹੈਗੇ ਹੈ, ਉਹਨਾਂ ਦੀ ਤਾਰੀਫ ਕਰਦੇ ਹੈਗੇ ਹੈ। ਸਾਨੂੰ ਕਿਤੇ ਨਾ ਕਿਤੇ ਇੱਕ ਤਾਂ ਇਹਨਾਂ ਸ਼ਰਤਾਂ ਦਾ ਕਾਨੂੰਨ ਬਣ ਹੀ ਗਿਆ, ਮੰਨ ਲਓ ਇਹਨਾਂ ਸੰਸ਼ੋਧਨਾਂ ਵਾਸਤੇ ਸਰਕਾਰ ਤਿਆਰ ਨਹੀਂ ਹੁੰਦੀ ਤੇ ਫਿਰ ਸੁਨੇਹਾ ਇਹ ਜਾਊਗਾ ਕਿ ਵੀ ਕਿਸਾਨ ਤਾਂ ਸੰਸ਼ੋਧਨਾਂ ਵਾਸਤੇ ਵੀ ਬਣ ਗਏ ਆ, ਤਰਮੀਮਾਂ ਵਾਸਤੇ ਵੀ ਹੁਣ ਸਰਕਾਰ ਦੀ ਮੰਨੇਗੀ, ਸਰਕਾਰ ਦਾ ਤਾਂ ਉਹ ਜ਼ਿੱਦ ਢੜੀ ਹੋਈ ਹੈ। ਲੈਟ ਦਾ ਬਾਲ ਬੀ ਇਨ ਗਵਰਨਮੈਂਟਸ ਕੋਰਟ। ਠੀਕ ਹੈ ਜੀ। ਇਹਦੇ ਨਾਲ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈਗਾ। ਮੈਂ ਆਪਦੀ ਗੱਲ ਨੂੰ ਕੰਕਲੂਡ ਕਰਨ ਲੱਗਾ ਕਿ ਇਹਦਾ ਮੇਰੇ ਇੱਕ ਮਸ਼ਵਰੇ ਸੀ ਕਿ ਕੁਝ ਇੱਕ ਉਦਾਹਰਨਾਂ ਦਿੱਤੀਆਂ ਮੈਂ, ਉਹਨੂੰ ਹੋਰ ਪੜਚੋਲ ਕਰੋ, ਉਹਦੀ ਪੂਰਾ ਨਿਰੀਖਣ ਕਰੋ, ਐਕਸਪਰਟਸ ਨੂੰ ਪਾਓ, ਜਿੱਥੇ ਚੋਰ ਮੋਰੀ ਲੱਗਦੀ ਉਹਨੂੰ ਬੰਦ ਕਰੋ। ਇਹ ਲਿਖ ਕੇ 2 ਪੇਜ ਦੇ ਵਿੱਚ, 3 ਪੇਜ ਦੇ ਵਿੱਚ ਸਰਕਾਰ ਨੂੰ ਕਹੋ ਤੁਸੀਂ ਕਿਸੇ ਸੰਸ਼ੋਧਨ ਵਾਸਤੇ ਅਸੀਂ, ਤੁਸੀਂ ਤਿਆਰ ਹੋ, ਆਹ ਸਾਡੇ ਸੰਸ਼ੋਧਨ ਹੈ, ਇਹਨਾਂ ਨੂੰ ਕਰ ਦਿਓ। ਜੇ ਨਹੀਂ ਕਰਦੇ, ਇੱਕ ਗੱਲ। ਦੂਜੀ ਗੱਲ, ਸਾਡੇ ਕਿਸਾਨ ਭਰਾਵਾਂ ਨੂੰ, ਸਾਡੇ ਲੀਡਰ ਸਾਹਿਬਾਨ ਨੂੰ ਇਹ ਵੀ ਸੋਚਣਾ ਪੈਣਾ ਹੈਗਾ, ਕਿਉਂਕਿ ਜਿਹੜੇ ਇਹ ਸੈਲੋ ਇੱਥੇ ਬਣੇ ਹੈ, ਇਹ ਰਾਤੋਂ ਰਾਤ ਨਹੀਂ ਬਣੇ। ਇਹ ਅਡਾਨੀਆਂ ਨੇ ਜਾਂ ਅੰਬਾਨੀਆਂ ਨੇ ਚੋਰੀ ਨਹੀਂ ਬਣਾਏ। ਇਹ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਇੱਥੇ ਆਪਣੇ ਰਹੀਆਂ, ਭਲਾ ਉਹ ਅਕਾਲੀ ਸੀਗੇ, ਭਲਾ ਉਹ ਕਾਂਗਰਸ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਸਟੇਟਸ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਕਾਰਪੋਰੇਟਸ ਕੋਲੇ ਜਾ ਕੇ ਹੱਥ ਜੋੜਦੇ ਆ, ਮਿੰਨਤਾਂ ਕਰਦੇ ਆ ਕਿ ਸਾਡੇ ਇੱਥੇ ਸਟੇਟ ਚ ਆ ਕੇ ਇਨਵੈਸਟਮੈਂਟ ਕਰੋ। ਇਹ ਆਪਾਂ ਸਾਰੇ ਜਾਣਦੇ ਹਾਂ। ਹਾਂਜੀ ਸਰ, ਬਿਲਕੁਲ ਬਿਲਕੁਲ। ਜਾਂਦਾ ਕੋਈ ਨਾ ਕੋਲ ਜਾਂਦਾ, ਕੋਈ ਨਾ ਅੰਬਾਨੀ ਕੋਲੇ ਜਾਂਦਾ। ਉਹਨਾਂ ਨੇ ਐਗਰੀਮੈਂਟ ਸਾਈਨ ਕੀਤੇ ਹੈ, ਉਹਨਾਂ ਨੇ ਜਗ੍ਹਾ ਅਲਾਟ ਕੀਤੀ ਹੈ, ਉਹਨਾਂ ਦੀ ਮਰਜ਼ੀ ਦੇ ਨਾਲ ਹੀ ਇਹ ਸੈਲੋ ਬਣੇ ਹੈ। ਠੀਕ ਹੈ। ਉੱਥੇ ਰੇਲਵੇ ਬਣ ਗਏ, ਸਾਰਾ ਕੁਝ ਬਣ ਗਿਆ, ਇੰਨੇ ਵੱਡਾ ਜ਼ਮੀਨ ਹੈ ਲੋਕਾਂ ਦੀ ਲਈ, ਉਹਨੇ ਐਕਵਾਇਰ ਕੀਤੀ ਹੈਗੀ ਹੈ। ਸੋ ਜੇ ਹੁਣ ਅਕਾਲੀ ਜਾਂ ਕਾਂਗਰਸ ਇਹ ਕਹਿੰਦੇ ਕਿ ਸਾਨੂੰ ਤਾਂ ਪਤਾ ਨਹੀਂ ਸੀਗਾ, ਹੁਣ ਉਹ ਮੁਰਦਾਬਾਦ ਕਰਦੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਸਾਰੇ ਇੱਕ ਦੂਜੇ ਦੇ ਉੱਪਰ ਹੀ ਆਪਣਾ ਮਤਲਬ ਕਹਿ ਰਹੇ ਹੋ ਕਿ ਰਾਜਨੀਤਿਕ ਰੋਟੀ ਸੇਕ ਰਹੇ। I mean, this is absolutely too ridiculous and hilarious
ਕਿ ਇਹ ਆਇਰੋਨਿਕਲ ਵੀ ਹੈ ਕਿ ਹੁਣ ਉੱਥੇ ਧਰਨਾ ਦੇ ਜਾਂਦੇ ਬੈਠੇ ਹੋ, ਤੇ ਇਸੇ ਕਰਕੇ ਜਦੋਂ ਬੀਜੇਪੀ ਸਰਕਾਰ ਇਹ ਕਹਿਣ ਲੱਗ ਪੈਂਦੀ ਹੈ ਕਿ ਇਹ ਬੰਦੇ ਗੜਬੜ ਹੈਗੇ, ਕਿਸਾਨਾਂ ਨੂੰ ਭਰਮਾ ਰਹੇ ਹੈਗੇ ਹੈ, ਉਹਨਾਂ ਦਾ ਇਹ ਲੌਜੀਕ ਹੋਊਗਾ ਯਾਰ ਇਹਨਾਂ ਨੇ ਤਾਂ ਐਗਰੀਮੈਂਟ ਕੀਤੇ ਸੀ, ਇਹਨਾਂ ਨੇ ਜਗ੍ਹਾ ਦਿੱਤੀ ਹੈ, ਹੁਣ ਇਹ ਮੁੱਕਰ ਗਏ, ਹੁਣ ਇਹ ਕਿਹੜੇ ਗਲਤ ਹੈ। ਹੁਣ ਉਹਦੇ ਵਿੱਚ ਕੀ ਰੀਜ਼ਨ ਹੈ ਕਿ ਦੇਖੋ ਇਹਦੇ ਕੋਈ ਦੋ ਰਾਏ ਨਹੀਂ ਕਿ ਸਰਕਾਰ ਦੋ ਬੰਦਿਆਂ ਨੂੰ ਫੇਵਰ ਕਰ ਰਹੀ ਹੈ। ਸਰਕਾਰ ਨੇ ਗਲਤ ਤਰੀਕੇ ਨਾਲ ਇਹ ਕਾਨੂੰਨ ਪਾਸ ਕੀਤੇ, ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨਾ ਤਾਂ ਉਹਨਾਂ ਨੇ ਆਪ ਮੰਨੀਆਂ, ਚੋਰ ਮੋਰੀਆਂ, ਕਿਸਾਨਾਂ ਦੇ ਹੱਕ 'ਚ ਨਹੀਂ, ਨੁਕਸਾਨ ਹੈ। ਜਿਹੜੇ ਆਮ ਲੋਕ ਘਰਾਂ 'ਚ ਬੈਠੇ ਹੈ ਉਹਨਾਂ ਨੂੰ ਇਹ ਚੀਜ਼ਾਂ ਮਹਿੰਗੀਆਂ ਮਿਲਣਗੀਆਂ। ਲੜਾਈ ਕਿਸਾਨ ਲੜ ਰਹੇ ਹੈ ਪਰ ਸਾਡੇ ਸਾਰਿਆਂ ਵਾਸਤੇ ਲੜ ਰਹੇ ਹੈ। ਉਹ ਮੱਕੀ ਦੇ ਆਟੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ, ਕਣਕ ਦਾ ਆਟਾ ਵੀ ਉਹਨਾਂ ਮਹਿੰਗਾ ਮਿਲੂਗਾ, ਸਬਜ਼ੀਆਂ ਵੀ ਇੰਨੀਆਂ ਮਹਿੰਗੀਆਂ ਮਿਲਣੀ, ਫਲ ਮਹਿੰਗੇ ਮਿਲਣਗੇ। ਨਾਓ ਵੇਖੋ ਕਿਸਾਨ ਝੋਨਾ ਪੈਦਾ ਕਰਦੇ ਆ, ਉਹ 'ਚ ਕਿੰਨਾ ਫਰਟੀਲਾਈਜ਼ਰ ਪਾਉਂਦੇ ਆ, ਪੈਸਟੀਸਾਈਡ ਪਾਉਂਦੇ ਆ, ਉਹ ਜੀਰੀ ਲਾਉਂਦੇ ਆ, ਫਿਰ ਉਹਨੂੰ ਕੱਢਦੇ ਆ ਉਹ ਕੰਬਾਈਨਾਂ ਦੇ ਨਾਲ, ਫਿਰ ਉਹਨੂੰ ਕਿੰਨਾ ਪਾਣੀ ਲਾਉਂਦੇ ਆ, ਤੇ ਉਹਨੂੰ ਵੇਚਣ ਜਾਂਦੇ ਫਿਰ ਤੇ ਰੋਲਦੇ ਆ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਕੇ ਇਹ ਪੁੱਛਣਾ ਚਾਹੁੰਦਾ ਸਾਡੇ ਭਰਾਵਾਂ ਤੋਂ ਕਿ ਇਹ ਤੁਹਾਡੀ ਆਪਣੀ ਸੋਚ ਹੈ, ਮੈਂ ਉਹਨਾਂ ਦੇ ਨਾਲ ਹੈ, ਉਹਨਾਂ ਦੇ ਪਿੱਛੇ ਖੜਾ ਹੈ, ਪਰ ਆਪਾਂ ਨੂੰ ਸੋਚਣਾ ਵੀ ਚਾਹੀਦਾ ਹੈਗਾ। ਬਿਲਕੁਲ ਸਰ, ਪਲੈਨਿੰਗ ਤਾਂ ਮਸਟ ਹੈ, ਸੋਚਣਾ ਪਏਗਾ ਤਾਂ ਹੀ ਅੱਗੇ ਵਧਾਂਗੇ। ਮੈਂ ਵੀ ਖੇਤੀ ਕਰਦਾ ਰਿਹਾ, ਮੈਂ ਝੋਨਾ ਜੀਰੀ ਆਪ ਲਾਈ ਹੈ, ਕਣਕ ਵੀ ਵੱਢੀ ਹੈ, ਮੈਂ ਫਲਿਆਂ ਤੇ ਵੀ ਬਹਿੰਦਾ ਰਿਹਾ, ਛੋਟਾ ਹੁੰਦਾ ਸੀ ਟਰੈਕਟਰ ਨਾਲ ਵੀ ਖੇਤੀ ਕਰਦਾ ਰਿਹਾ ਹੈਗਾ। ਮੈਂ ਹੱਥੀਂ ਖੇਤੀ ਕੀਤੀ, ਮੈਨੂੰ ਪਤਾ ਕਿੰਨਾ ਔਖਾ ਕੰਮ ਹੈ, ਇਸ ਕਰਕੇ ਮੈਂ ਛੱਡ ਕੇ ਭੱਜਿਆ ਵੀ, ਇਹ ਬਹੁਤ ਔਖਾ ਕੰਮ ਹੈ ਬਈ। ਹੁਣ ਦੇਖੋ ਕਿ ਆਪਾਂ ਸਾਰੀ ਜ਼ਿੰਦਗੀ ਝੋਨਾ ਹੀ ਬੀਜੀ ਜਾਣਾ, ਆਪਾਂ ਵੀ ਕੁਝ ਇਹੋ ਜਿਹੀ ਫਸਲਾਂ ਬੀਜੀਏ ਜਿਨ੍ਹਾਂ ਦੇ ਨਾਲ ਆਪਾਂ ਨੂੰ ਆਮਦਨੀ ਜ਼ਿਆਦਾ ਹੋਵੇ। ਹੁਣ ਝੋਨੇ ਦੇ ਉੱਤੇ ਕ੍ਰਿਸ਼ੀ ਵਿਗਿਆਨੀ ਇਹ ਕਹਿੰਦੇ ਹੈਗੇ, ਐਕਸਪਰਟ ਕਹਿੰਦੇ ਹੈਗੇ ਕਿ 1 ਕਿਲੋ ਝੋਨੇ ਦੇ ਉੱਤੇ 4000 ਲੀਟਰ ਪਾਣੀ ਲੱਗਦਾ। ਬਿਲਕੁਲ ਗੂਗਲ ਤੇ ਵੇਖ ਲਓ, ਸਾਰੀ ਦੁਨੀਆ ਚ ਰੌਲਾ ਹੈ ਕਿ ਰੈੱਡ ਜ਼ੋਨ ਦੇ ਵਿੱਚ ਆ ਗਿਆ, ਪੰਜਾਬ ਚ ਪਾਣੀ ਥੱਲੇ 400-500 ਫੁੱਟ ਤੇ ਜਾ ਕੇ ਲੋਕੀ ਪਾਣੀ ਕੱਢਦੇ, ਬੜੇ ਔਖੇ ਹੈ, ਕਿੰਨੇ ਬੋਰ ਕਰਦੇ ਪਿੰਡਾਂ ਨੂੰ, ਠੀਕ ਹੈ, ਕੈਵਿਟੀ ਬਣਾਉਂਦੇ ਆ, ਪਤਾ ਨਹੀਂ ਕੀ ਕੁਝ ਕਰਦੇ ਆ, ਕਿੰਨਾ ਪੈਸਾ ਲੱਗਦਾ ਹੈਗਾ। ਇਹ ਝੋਨੇ ਤੇ ਝੋਨਾ ਲੱਗੇ ਪਏ ਹੈਗੇ, ਲੋਕ ਇੱਥੇ ਯੂਕਲਿਪਟਸ ਦੇ ਬੂਟੇ ਲਾਏ ਬੈਠੇ, ਸਪੇਦੇ ਲਾਏ ਬੈਠੇ ਆ, ਉਹ ਕਰੀਬ 1500 ਲੀਟਰ ਪਾਣੀ ਰੋਜ਼ ਪੀਂਦਾ ਇੱਕ ਸਪੇਦਾ, ਤੇ ਪਾਣੀ ਥੱਲੇ ਜਾ ਰਿਹਾ। ਅਗਲਾ ਵਰਲਡ ਵਾਰ ਲੋਕ ਕਹੀ ਜਾਂਦੇ ਪਾਣੀ ਪਿੱਛੇ ਹੋਣਾ, ਇਹਨਾਂ ਨੂੰ ਸਮਝਾਉਂਦਾ ਕਿਉਂ ਨਹੀਂ ਕੋਈ। ਦੂਜੀ ਗੱਲ, ਹੁਣ ਜਿਹੜਾ ਝੋਨਾ ਹੈ, ਮੇਰੀ ਬੇਨਤੀ ਹੈਗੀ ਹੈ ਨਿਮਰਤਾ ਨਾਲ, ਆਪਾਂ ਗੱਲ ਕਰ ਰਹੇ ਹਾਂ, ਮੇਰਾ ਇਹ ਕੋਈ ਕਾਨੂੰਨ ਨਹੀਂ ਬਣ ਗਿਆ ਜਾਂ ਬਿਲਕੁਲ ਸਰ, ਕੁਝ ਨਵਾਂ ਸੋਚਣਾ ਹੀ ਪਏਗਾ। ਕਈ ਬੰਦੇ ਨਾ ਉਹਨੂੰ ਪੇਸ਼ੈਂਸ ਨਹੀਂ, ਛਾਲਾ ਮਾਰ ਲੱਗ ਪੈਂਦੇ, ਰੌਲਾ ਪਾਉਣ। ਹਾਂਜੀ ਸਰ, ਇੱਥੇ ਆਪਣੇ ਐਕਚੁਅਲੀ ਪੰਜਾਬੀਆਂ ਦੀ ਕਹਿ ਸਕਦੇ ਕਿ ਸੋਚ ਇੱਥੇ ਆ ਕੇ ਸੀਮਤ ਹੋ ਜਾਂਦੀ, ਵੈਸੀ ਜਿਹੜੀ ਰਵਾਇਤ ਬਣ ਚੁੱਕੀ ਹੈ ਉਹ ਤੋੜਨੀ ਨਹੀਂ। ਇਸੇ ਕਰਕੇ ਅਸੀਂ ਨੁਕਸਾਨ ਉਠਾਇਆ ਗਿਆ। ਤੇ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਅਸੀਂ ਆਈਲੈਟਸ ਕਰ ਕਰਕੇ ਬਾਹਰ ਭੱਜੀ ਜਾਂਦੇ ਆ, ਅਸੀਂ ਵਿਦੇਸ਼ਾਂ ਵਿੱਚ ਜਾ ਕੇ ਬਹਿ ਗਏ, ਅਸੀਂ ਇੱਥੇ ਸਾਡੇ ਕਾਂ ਬੋਲਦੇ ਆ, ਬਘੇਰੇ ਹੀ ਨੇ ਸਾਡੀਆਂ ਕੋਠੀਆਂ ਦੇ ਵਿੱਚ, ਖਾਸ ਕਰ ਪਾਸੇ ਦਾ ਬੜਾ ਬੁਰਾ ਹਾਲ ਹੈ। ਤੇ ਮੇਰਾ ਕਹਿਣ ਦਾ ਭਾਵ ਹੈ ਕਿ ਆਪਾਂ ਸਮੇਂ ਦੇ ਨਾਲ ਇੱਕ ਝੋਨਾ ਜਿਹੜਾ ਆਪਾਂ ਉੱਤੇ 4000 ਲੀਟਰ ਪਾਣੀ ਵੀ ਲਾਉਣੇ ਆਪਾਂ 1 ਕਿਲੋ ਤੇ ਜੀ ਪੈਪਸੀ ਵਾਲੇ ਤੇ ਦੂਜੇ ਸਾਰੇ ਕਿੱਲੇ ਵਾਲੇ ਸਾਡੇ ਕੋਲ ਮੁਫਤ ਪਾਣੀ ਲੈ ਕੇ ਤੇ ਉਹੀ ਪਾਣੀ 80,000 ਦਾ ਵੇਚਦੇ ਆ, 1 ਲੀਟਰ 20 ਰੁਪਏ ਦਾ ਜੀ, ਲੀਟਰ 20 ਰੁਪਏ ਦਾ। ਅਸੀਂ 4000 ਲੀਟਰ ਪਾਣੀ 1 ਕਿਲੋ ਨੂੰ ਲਾਤਾ, ਤੇ ਅਸੀਂ ਜੇ ਸਾਨੂੰ MSP ਵੀ ਮਿਲ ਗਈ, ਅਸੀਂ ਕੁਇੰਟਲ ਵੇਚਾਂਗੇ 2000 ਨੂੰ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਸਾਨੂੰ 1 ਕਿਲੋ ਤੇ ਕਿੰਨਾ ਮਿਲਿਆ, 20 ਰੁਪਏ। ਸਾਨੂੰ MSP ਮਿਲੀ ਤਾਂ, ਅਦਰਵਾਈਜ਼ 1500 1200 ਇੱਥੇ ਵਿਕਦਾ ਹੈਗਾ। ਅਸੀਂ ਉੱਤੇ 4000 ਲੀਟਰ ਪਾਣੀ ਲਾਤਾ, ਤੇ 4000 ਲੀਟਰ ਪਾਣੀ ਦਾ ਮੁੱਲ ਕੀ ਹੋਇਆ, 80,000 ਰੁਪਇਆ। ਪੈਪਸੀ ਵੇਚਦਾ, ਚਲੋ ਤੁਸੀਂ ਉਹਨੂੰ ਘੱਟ ਕਰ ਲਓ, ਤੇ ਬੋਤਲ ਪੈਕੇਜਿੰਗ ਆ ਗਈ। ਓਏ ਭਰਾਵੋ, ਓਏ ਆਪਾਂ ਪਾਣੀ ਸਾਫ਼ ਕਰਨ ਦੀਆਂ ਮਸ਼ੀਨਾਂ ਹੀ ਲਾ ਲਈਏ ਯਾਰ, ਜਿਹੜਾ ਮੁਫਤ ਨੂੰ ਪਾਣੀ ਦੇ ਜਾਂਦੇ ਆ, ਆਪਾਂ 20 ਰੁਪਏ ਦਾ ਵੇਚਦੇ ਆ MSP ਦੇ ਜ਼ਰੀਏ ਪਾਣੀ, ਤੇ ਆਪਾਂ 60,000-80,000 ਦਾ ਪਾਣੀ ਵੇਚ ਲਿਆ ਕਰਾਂਗੇ। ਕਿੱਥੇ 20 ਰੁਪਏ ਜਾਂ 15 ਰੁਪਏ, ਤੇ ਕਿੱਥੇ 60,000-80,000 ਰੁਪਇਆ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਸਾਰੇ ਸੋਚੀਏ, ਆਪਾਂ ਨੂੰ ਬਦਲਣ ਦੀ ਜ਼ਰੂਰਤ ਹੈ। ਆਪਾਂ ਨੂੰ ਉਹ ਜਿਹੜੇ ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਦੀ ਬਿਲਕੁਲ ਠੀਕ ਹੈ, ਜਿਹੜੇ ਕਾਰਪੋਰੇਟ ਹੈਗੇ ਆ, ਉਹਨਾਂ ਨੇ ਲੁੱਟਿਆ, ਦੇਸ਼ ਦਾ ਬੇੜਾ ਗਰਕ ਕਰਤਾ। ਪਰ ਜਦੋਂ ਆਪਾਂ ਜਾਗੇ ਹੈ, ਆਪਾਂ ਜਾ ਕੇ ਇੱਕ ਹਾਥੀ ਲਿਆਂਦਾ, ਹਾਥੀ ਮਸਤਾਨਾ ਹੋਇਆ ਫਿਰਦਾ, ਉਹ ਸਾਨੂੰ ਮਾਰ ਦੂਗਾ, ਸਭ ਤਬਾਹ ਕਰ ਦੂਗਾ, ਘੜੀਸ ਕੇ ਲੈ ਜਾਊ, ਸਾਡੇ ਘਰਾਂ 'ਚ ਵੜ ਜੂਗਾ, ਸਾਨੂੰ ਭੱਜਣਾ ਪੈਣਾ ਹੈ। ਪਰ ਮੈਂ ਕਹਿੰਦਾ ਕਿ ਯਾਰ ਹਾਥੀ ਦੇ ਆਪਾਂ ਨਕੇਲ ਪਾ ਲਈਏ, ਪਾ ਕੇ ਕੰਮ ਲਈਏ, ਹਾਥੀ ਤੋਂ ਭਾਰ ਢਵਾਇਆ ਕਰੀਏ। ਕਾਰਪੋਰੇਟ ਦੀ ਜੇ ਲੋੜ ਹੈ, ਜੇ ਇੰਡਸਟਰੀਲਾਈਜੇਸ਼ਨ ਵੀ ਤਰੱਕੀ ਦਾ ਮਾਪਦੰਡ ਮੰਨਿਆ ਜਾਂਦਾ ਹੈ, ਜੇ ਦੇਸ਼ ਦੇ ਵਿੱਚ ਆਪਾਂ ਕਹਿੰਦੇ ਕਾਰਖਾਨੇ ਲੱਗੇ ਆ, ਤੇ ਮਿਲਾਂ ਲੱਗੀਆਂ, ਸ਼ੂਗਰ ਮਿਲਾਂ ਲੱਗੀਆਂ, ਦੂਜੇ ਕਾਰਖਾਨੇ ਲੁਧਿਆਣੇ 'ਚ ਲੱਗੇ, ਉੱਥੇ ਲੱਗੇ, ਤੇ ਤਰੱਕੀ ਹੋਈ, ਇੰਡਸਟਰੀ ਏਰੀਆ ਹੈ। ਤੇ ਜੇ ਆਪਾਂ ਉਹਨੂੰ ਤਰੱਕੀ ਮੰਨਦੇ ਆ, ਤੇ ਵੱਖਰੀ ਗੱਲ ਹੈ, ਉਹਨਾਂ ਨੇ ਤਬਾਹੀ ਲੈਂਦੀ ਹੈ, ਕੰਟੈਮੀਨੇਟ ਕਰਤਾ ਪਾਣੀ ਨੂੰ, ਹੋਰ ਗੰਦਗੀ ਪਾਤੀ, ਉੱਥੇ ਫਸਲਾਂ ਨਹੀਂ ਹੁੰਦੀਆਂ, ਉਹ ਵੱਖਰੀ ਗੱਲ ਹੈ, ਉਹ ਵੱਖਰਾ ਵਿਸ਼ਾ ਹੈ। ਪਰ ਉਹਦੇ ਵਾਸਤੇ ਕਿਵੇਂ ਪਾਵਾਂਗੇ, ਨੱਥ ਪਾਊਗਾ ਸਾਡਾ ਇਕੱਠ, ਸਾਡਾ ਏਕਾ,
ਆ ਸਾਡਾ ਕਨੈਕਟੀਵਿਟੀ, ਆ ਸਾਡੀ ਕਮਿਊਨੀਕੇਸ਼ਨ। ਹਾਂਜੀ ਸਰ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਸਰਕਾਰਾਂ ਨੇ ਪਹਿਲਾਂ ਉਹਨਾਂ ਨੂੰ ਹਰੀ ਕ੍ਰਾਂਤੀ ਦਾ ਸ਼ਿਕਾਰ ਬਣਾਇਆ ਸੀ, ਬਿਲਕੁਲ, ਜਿਹਦੇ ਜ਼ਰੀਏ ਅਸੀਂ ਹਰੀ ਕ੍ਰਾਂਤੀ ਦਾ ਸ਼ਿਕਾਰ ਬਣ ਕੇ ਹੁਣ ਬਸ ਅਸੀਂ ਉਹਦਾ ਹੀ ਸ਼ਿਕਾਰ ਬਣੀ ਜਾਂਦੇ ਹਾਂ, ਅਸੀਂ ਖਤਮ ਨਹੀਂ ਕਰ ਰਹੇ ਉਸ ਚੀਜ਼ ਨੂੰ। ਸਾਨੂੰ ਨਵੀਆਂ ਨਵੀਆਂ ਕਾਢਾਂ ਕੱਢਣ ਦੀ ਲੋੜ ਆ, ਯੂਥ ਨੂੰ ਸਮਝਣ ਦੀ ਲੋੜ ਆ ਕਿ ਅਸੀਂ ਕੁਝ ਨਵਾਂ ਕਰੀਏ। ਉਸ ਦਿਸ਼ਾ ਵਿੱਚ ਵੀ ਸੋਚਣ ਦੀ ਲੋੜ ਹੈ। ਤੇ ਉੱਥੇ ਆ ਕੇ ਮੈਂ ਕਨਕਲੂਡ ਕਰਦਾ ਸਰਕਾਰ ਦੀ ਗੱਲ ਨੂੰ ਕਿ ਸਰਕਾਰ ਇੱਥੇ ਇਸ ਕਰਕੇ ਗਲਤ ਹੈ, ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ। ਕਿਉਂ? ਕਿਉਂਕਿ ਮੰਨ ਲਓ ਸਰਕਾਰ ਕਹਿ ਰਹੀ ਹੈ, ਸਾਰੇ ਰੌਲਾ ਪਾ ਰਹੀ ਹੈ, ਚੈਨਲਾਂ ਤੇ ਪੈ ਰਿਹਾ, ਉਹਨਾਂ ਦੇ ਮੰਤਰੀ ਪਾ ਰਹੇ ਹੈਗੇ, ਰੈਲੀਆਂ ਕਰ ਰਹੇ ਆ ਕਿ ਉਹਨਾਂ ਦੇ ਕਿਸਾਨ ਜਿਹੜੇ ਉਹਨਾਂ ਦੇ ਪੱਖੀ ਆ, ਉਹਨਾਂ ਦੀ ਪਾਰਟੀ ਦੇ ਬੰਦੇ ਆ, ਉਹ ਆ ਕੇ ਕਹਿ ਰਹੇ ਆ ਕਿ ਬਹੁਤ ਵਧੀਆ ਕਾਨੂੰਨ, ਅਸੀਂ ਬੜੇ ਖੁਸ਼ ਹਾਂ। ਮੰਨ ਲਿਆ। ਮੈਂ ਸਾਡੇ ਮੋਦੀ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਥੋੜਾ ਸੋਚੋ ਕਿ ਜੇ ਤੁਹਾਡੇ ਕਾਨੂੰਨ ਇੰਨੇ ਚੰਗੇ ਆ ਤੇ ਆ ਜਿਹੜੇ ਬੰਦੇ ਪੰਜਾਬ ਦਾ ਜਿਹੜਾ ਖਿੱਤਾ ਹੈਗਾ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ ਤੇ ਪੱਛਮੀ ਯੂਪੀ ਹੋ ਗਿਆ, ਇਹ ਡਿਵੈਲਪਡ ਹੈ, ਇੱਥੇ ਮੰਡੀ ਸਿਸਟਮ, ਐਫਸੀਆਈ ਤੇ ਹੋਰ ਬੜੇ ਡਿਪਾਰਟਮੈਂਟਸ ਹੈਗੇ ਸਰਕਾਰੀ, ਤੇ ਇਹਨਾਂ ਲੋਕਾਂ ਨੇ ਹਰੀ ਕ੍ਰਾਂਤੀ ਕਰਕੇ ਦੇਸ਼ ਨੂੰ ਆਤਮ ਨਿਰਭਰ ਵੀ ਕੀਤਾ ਤੇ ਅਸੀਂ ਐਕਸਪੋਰਟ ਵੀ ਕਰਨ ਲੱਗ ਪਏ। ਤੇ ਇਹਨਾਂ ਨੂੰ ਇਸ ਇਨਾਮ ਦੇ ਤੌਰ ਤੇ ਕਿ ਤੁਹਾਡੇ ਕੋਲੇ ਮੰਡੀ ਹੈ, ਤੁਹਾਡੇ ਕੋਲੇ ਆਪਣਾ ਇੱਕ ਸਿਸਟਮ ਹੈ ਤੇ ਤੁਸੀਂ ਇੰਨੇ ਖਿਲਾਫ ਹੋ ਇਹਨਾਂ ਦੇ। ਅਸੀਂ ਕਾਨੂੰਨ ਬੜੇ ਵਧੀਆ ਬਣਾਏ, ਇਹਨਾਂ ਤੁਹਾਡੀ ਆਮਦਨੀ ਦੁੱਗਣੀ ਹੋ ਜਾਣੀ ਸੀ, ਤਿੱਗਣੀ ਹੋ ਜਾਣੀ ਸੀ, ਜਿਹੜਾ ਉਹ ਦਾਅਵੇ ਕਰਦੇ ਸੀਗੇ। ਤੇ ਫਿਰ ਕਿੰਨੀ ਸਿੰਪਲ ਗੱਲ ਹੈ, ਵੇਖੋ ਯੂਪੀ ਕਿੰਨਾ ਪਿੱਛੇ ਹੈ, ਬਿਹਾਰ ਕਿੰਨਾ ਪਿੱਛੇ ਹੈ, ਜਿੰਨੀਆਂ ਸਟੇਟਾਂ ਪਿੱਛੇ ਹੈ, ਤੇ ਜਿਹੜੀਆਂ ਸਟੇਟਸ ਜਿਹੜੇ ਉਹਨਾਂ ਦੇ ਮੰਤਰੀ, ਮੁੱਖ ਮੰਤਰੀ ਜਾਂ ਕਿਸਾਨ ਵਿਰੋਧ ਨਹੀਂ ਕਰ ਰਹੇ, ਇਹਨਾਂ ਦੇ ਪੱਖ 'ਚ ਬੋਲ ਰਹੇ ਆ ਕਿੰਨਾ ਕਾਨੂੰਨਾਂ ਦੇ, ਤੁਸੀਂ ਉੱਥੇ ਲਾਗੂ ਕਰ ਦਿਓ ਤੇ ਇਹਨਾਂ ਨੂੰ ਕਹੋ ਵੀ ਤੁਹਾਡੇ ਨਹੀਂ ਲਾਗੂ ਕਰਨਾ ਸੀ। ਤੁਸੀਂ ਸਾਲ 2 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਚੜ੍ਹਦੀ ਕਲਾ ਹੋ ਗਈ, ਯੂਪੀ ਵਾਲਿਆਂ ਦੀ, ਬਿਹਾਰ ਵਾਲਿਆਂ ਦੀ, ਉਹਨਾਂ ਨੂੰ ਡਬਲ ਆਮਦਨੀ ਹੋਣ ਲੱਗ ਪਈ ਤੇ ਮੋਦੀ ਸਾਹਿਬ ਨੂੰ ਤਾਂ ਆਨੰਦ ਲੈਣਾ ਚਾਹੀਦਾ। ਫਿਰ ਇਹੀ ਬੰਦੇ ਤੇ ਉਹਨਾਂ ਨੂੰ दावा करना चाहिए, स्वाद लेना चाहिए कि मैं अब तुम्हारे यहाँ ये 3 कानून लागू नहीं करूंगा जब तक तुम लोग दोबारा मोर्चा नहीं लगाते, मैं देखना चाहता हूं। फिर तो ऐ स्वाद लेना चाहिए ना कि एडी छेती थोड़ा मुख्यमंत्री आखी जाता ना, तुम उत्ते धरने लाई जाने, ना 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 हुण ही सदूंगा, दिल्ली आओ, मोर्चे लाओ ते फिर कहो कि असं इस करके लाने है कि वो कानून साडे लाए जान। कौन नहीं चाहता कि उसकी आमदनी दुगनी हो जाए? इत्थे सरकार गलत है। और वैसे भी एक खेतीबाड़ी जो है स्टेट सब्जेक्ट है, जिन्हें उन्होंने कानून बनाए है वो गैर कानूनी है, वो गैर कानूनी काम किया है कॉमर्स में लिया। सो लेट द स्टेट डिसाइड, स्टेट के किसान तय कर कि सानू कानून नहीं चाहिए तो नहीं चाहिए, नहीं लागू करेंगे। पंजाब स्टेट का होगा तो जे नहीं चाहते सी आपकी आमदनी दुगनी करती तो तुसीं धक्का क्यों कर लोगे? आई डोंट अंडरस्टैंड। ये तो सरकार गलत है। ਜੀ ਸਰ, ਹਾਂਜੀ ਸਰ, ਇਹ ਮਤਲਬ ਇਹ ਕਿ ਸਾਨੂੰ ਮੁੱਢਲੀ ਗੱਲ ਇਹ ਹੈ ਕਿ ਸਾਡੀ ਨੌਜਵਾਨੀ ਨੂੰ, ਸਾਡੇ ਲੀਡਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਪਹਿਲਾਂ ਇੱਕ ਪੁਖਤਾ ਪਲੈਨਿੰਗ ਹੋਵੇ, ਪੈਨ ਪੇਪਰ ਤੇ ਸਾਰੀ ਪਲੈਨਿੰਗ ਜਿਹੜੀ ਆ ਉਹ ਇੱਕ ਬਲੂਪ੍ਰਿੰਟ ਬਣ ਜਾਵੇ ਕਿ ਸਾਨੂੰ ਆਹ ਚੀਜ਼ਾਂ ਦੀ ਲੋੜ ਆ ਤੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਇੰਨੇ ਵੱਡੇ ਅੰਦੋਲਨ ਨੂੰ ਸਕਸੈਸਫੁਲੀ ਚਲਾਉਣ ਦਾ ਹੀ ਇੱਕ ਰਸਤਾ ਹੈ, ਜਿਵੇਂ ਤੁਸੀਂ ਦੱਸਿਆ ਕਿ ਇੱਕ ਡਾਟਾਬੇਸ ਤਿਆਰ ਕੀਤਾ ਜਾਵੇ, ਸਾਰਾ ਕੁਝ, ਉਹ ਚੀਜ਼ਾਂ ਬਹੁਤ ਜ਼ਰੂਰੀ ਆ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਲੀਡਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣ। ਨੋ ਡਾਊਟ ਉਹ ਬਹੁਤ ਵਧੀਆ ਕੰਮ ਕਰ ਰਹੇ, ਇੰਨੀ ਵੱਡੀ ਮੂਵਮੈਂਟ ਉਹਨਾਂ ਚਲਾ ਲਈ, ਪਰ ਇਸ ਨੂੰ ਸਕਸੈਸਫੁਲ ਕਰਨ ਲਈ ਜਿਵੇਂ ਤੁਸੀਂ ਦੱਸਿਆ ਕਿ ਡਾਟਾ ਹੋਣਾ ਚਾਹੀਦਾ ਤੇ ਹੋਣਾ ਚਾਹੀਦਾ ਹੈ। ਅੱਛਾ ਸਰ, ਇਹ ਆਪਣੇ ਲੀਡਰਸ ਦੀ ਗੱਲ, ਅੰਦੋਲਨ ਦੀ ਗੱਲ, ਹੁਣ ਮੈਂ ਆਉਣਾ ਚਾਹਾਂਗੀ, ਤੁਸੀਂ ਬਾਲੀਵੁੱਡ ਨਾਲ ਜੁੜੇ ਹੋਏ ਹੋ ਤੇ ਬਾਲੀਵੁੱਡ ਵਾਲੀ ਸਾਈਡ ਤੇ ਕਿ ਜਿੱਦਾਂ ਸ਼ੁਰੂ ਤੋਂ ਹੀ ਇੱਕ ਐਕਟਰਸ ਦਾ, ਕੰਗਨਾ ਰਣੌਤ ਦਾ ਕਾਫੀ ਆਪਣਾ ਡਿਸਪਿਊਟ ਚੱਲ ਰਿਹਾ, ਉਸ ਤੋਂ ਬਾਅਦ ਅਕਸ਼ੇ ਕੁਮਾਰ ਜੀ ਆ ਗਏ, ਇੰਟਰਨੈਸ਼ਨਲ ਜਦੋਂ ਹਸਤੀਆਂ ਨੇ ਇਹਦੇ ਵਿੱਚ ਇੰਟਰਫੇਅਰ ਕੀਤਾ ਕਿ ਹਾਂਜੀ ਕਿਸਾਨਾਂ ਦੀ ਸੁਣਨੀ ਚਾਹੀਦੀ ਆ, ਬੁਨਿਆਦੀ ਲੋੜਾਂ ਬੰਦ ਹੋ ਗਈਆਂ, ਉਹਨਾਂ ਨੇ ਬਿਲਕੁਲ ਇੱਕ ਜਾਇਜ਼ ਗੱਲ ਕੀਤੀ ਹੈ ਨਾ, ਕਿ ਆਪਣਾ ਸਾਰਾ ਬਾਲੀਵੁੱਡ ਜਿਹੜਾ ਉਹ ਸਰਕਾਰ ਦੀ ਸਪੋਰਟ ਵਿੱਚ ਆ ਗਿਆ। ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਆਪਣੀ ਸੋਚ ਬਦਲਣ ਦੀ ਲੋੜ ਹੈ? देखो जी, ये ना इंडिविजुअल मसला है, व्यक्तिगत मसला है। ਹੁਣ ਤੁਸੀਂ ਜੇ ਕਿਸੇ ਦੀ ਆਤਮਾ ਉਹਨੂੰ ਨਹੀਂ ਟੁੰਬਦੀ ਜੀ, ਜੇ ਕਿਸੇ ਦੇ ਅੰਦਰੋਂ ਉਹ ਵਲਵਲਾ ਨਹੀਂ ਉੱਠਦਾ ਜੀ, ਮੈਂ ਸ਼ੁਰੂ ਤੋਂ ਜ਼ਿਕਰ ਕੀਤਾ ਸੀਗਾ ਕਿ ਬਈ ਜੇ ਬੰਦਾ ਸਹਿਕਦਾ ਹੈ ਜਾਂ ਮਰ ਗਿਆ ਜੀ, ਤੁਸੀਂ ਉਹਨੂੰ ਕਿਵੇਂ ਜਗਾਓਗੇ? ਅੱਛਾ, ਤੁਸੀਂ ਸੁੱਤੇ ਪਏ ਨੂੰ ਤਾਂ ਜਗਾ ਸਕਦੇ ਹੋ, ਹਾਂਜੀ, ਸੁੱਤੇ ਪਏ ਨੂੰ ਤੁਸੀਂ ਜਗਾ ਸਕਦੇ ਹੋ, ਪਰ ਜਿਹੜਾ ਸੌਣ ਦਾ ਨਾਟਕ ਕਰ ਰਿਹਾ, ਛਾਪੜਿਆ ਹੋਇਆ, ਉਹ ਤੁਸੀਂ ਕਿਵੇਂ ਜਗਾਓਗੇ? ਸੋ ਇਸ ਕਰਕੇ ਮੇਰਾ ਮਤਲਬ ਇਹ ਹੈਗਾ ਕਿ ਸਾਡੀ ਇੰਡਸਟਰੀ ਦੇ ਲੋਕ ਹੈਗੇ, ਉੱਥੇ ਵੀ ਧੜੇ ਹੈ, ਜਿਵੇਂ ਤੇ ਪਾਰਟੀਆਂ ਉੱਥੇ ਵੀ ਪਾਰਟੀਆਂ, ਕੋਈ ਕਾਂਗਰਸ ਨਾਲ ਹੈ, ਕੋਈ ਬੀਜੇਪੀ ਨਾਲ ਹੈ, ਕੋਈ ਸ਼ਿਵ ਸੈਨਾ ਨਾਲ ਹੈ,
ਜੀ ਤੇ ਜੀ ਉਹਨਾਂ ਬੰਦਿਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਭਾਸ਼ਾ ਬੋਲਣੀ ਹੈ। ਬਿਲਕੁਲ ਮੈਂ ਕਦੇ ਕਿਸੇ ਪਾਰਟੀ ਨਾਲ ਗਿਆ ਨਹੀਂਗਾ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਭਾਈ ਸਾਨੂੰ ਦੇਸ਼ ਭਗਤ ਹੋਣਾ ਚਾਹੀਦਾ, ਪਾਰਟੀ ਜਾਂ ਵਿਅਕਤੀ ਭਗਤ ਨਹੀਂ ਹੋਣਾ ਚਾਹੀਦਾ। ਜੀ ਪਰ ਅੱਜ ਦੇ ਸੰਸਾਰ ਦੇ ਵਿੱਚ ਹਰ ਆਦਮੀ ਮਤਲਬੀ ਹੈ, ਹਰ ਆਦਮੀ ਮਤਲਬੀ ਹੈ, ਠੀਕ ਬਿਲਕੁਲ ਹੈ। ਤੇ ਉਹ ਆਪਦੇ ਮਤਲਬ ਕੱਢਣ ਵਾਸਤੇ ਉਹ ਸੋਚਦੇ ਆ। ਦੇਖੋ ਜਿਹੜੇ ਲੋਕ ਸ਼ਹੀਦ ਵੀ ਹੋਏ ਆ ਉਹਨਾਂ ਦੇ ਘਰੇ ਜਾ ਕੇ ਵੇਖੋ ਤੁਸੀਂ, ਤੇ ਉਹਨਾਂ ਦੇ ਘਰੇ ਕੁਝ ਵੀ ਨਹੀਂ ਵਿਚਾਰਿਆਂ ਦੇ। ਤੇ ਜਿਹੜਾ ਆਮ ਆਦਮੀ ਗਰੀਬ ਆਦਮੀ ਹੁੰਦਾ ਉਹਦੇ ਕੋਲੇ ਆਪਦਾ ਆਪਾ ਹੁੰਦਾ, ਉਹ ਕੁਰਬਾਨ ਕਰ ਦਿੰਦਾ ਹੈ। ਜਿਹੜਾ ਜੀ ਅਮੀਰ ਆਦਮੀ ਹੁੰਦਾ ਉਹਦੇ ਕੋਲੇ ਗਾਉਣ ਨੂੰ ਬਹੁਤ ਕੁਝ ਹੁੰਦਾ ਹੈਗਾ, ਤੇ ਜੀ ਉਹ ਡਰਦਾ ਹੈ। ਬਿਲਕੁਲ ਉਹਦੀ ਫੈਮਿਲੀ ਹੁੰਦੀ ਹੈ, ਉਹਨੇ ਕੰਫਰਟ ਜ਼ੋਨ ਵੇਖਿਆ ਹੈ। ਉਹਨੂੰ ਲੱਗਦਾ ਯਾਰ ਜੇਲ੍ਹ ਚ ਚਲੇ ਗਏ ਤਾਂ ਬੜਾ ਮੁਸ਼ਕਲ ਹੋਊਗਾ, ਉੱਥੇ ਬੜਾ ਔਖਾ ਹੈ, ਜੇਲ੍ਹ ਦੇ ਕਿੰਨੇ ਉਮਰ ਰੱਖਣਗੇ। ਸੋ ਸਾਡੇ ਜਿਹੜੇ ਐਕਟਰ ਹੈਗੇ ਆ, ਇੱਕ ਤਾਂ ਉਹਨਾਂ ਦੀ ਗੱਲ ਮੈਟਰ ਕਰਦੀ ਹੈ ਕਿਉਂਕਿ ਲੋਕ ਉਹਨਾਂ ਦੇ ਫਾਲੋਅਰ ਹੁੰਦੇ ਆ, ਉਹਨਾਂ ਦੇ ਫੈਨ ਹੁੰਦੇ ਆ। ਸਰਕਾਰ ਉੱਤੇ ਨਿਗਾਹ ਰੱਖਦੀ ਹੈ ਤੇ ਸਰਕਾਰ ਇਮੀਡੀਏਟਲੀ ਉਹਨਾਂ ਨੂੰ ਕੋਈ ਨਾ ਕੋਈ ਤਰੀਕੇ ਨਾਲ ਦਬਾਉਂਦੀ ਹੈ। ਬਿਲਕੁਲ ਉਹਨਾਂ ਦੀ ਫੈਮਿਲੀ, ਉਹਨਾਂ ਦੇ ਬੱਚੇ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਨੂੰ ਲੱਗਦਾ ਕਿ ਯਾਰ ਆਪਣੇ ਕਰਨਾ ਤਾਂ ਕੁਝ ਹੋਣਾ ਨਹੀਂਗਾ, ਆਪਾਂ ਤਾਂ ਵਪਾਰ ਕਰਦੇ ਹਾਂ, ਆਪਾਂ ਐਕਟਰ ਹੈ, ਕਲਾਕਾਰ ਹੈ, ਆਪਾਂ ਪੰਗੇ 'ਚ ਕਿਉਂ ਪੈਣਾ ਹੈ, ਆਪਣੇ ਕੀਤਾ ਕੁਝ ਨਹੀਂ ਹੋਣਾ। ਹੁਣ ਇਹ ਸੋਚ ਕੇ ਉਹ ਬੰਦੇ ਨਹੀਂ ਬੋਲਦੇ। ਜਿਹੜੇ ਉਸ ਪਾਰਟੀ ਨਾਲ ਹੈ ਉਹਨਾਂ ਤੋਂ ਬੋਲਣਾ ਕੀ ਹੈ। ਇਹ ਜਿਹੜਾ ਜਿਉਂਦਾ ਬੰਦਾ ਹੁੰਦਾ ਹੈ, ਜਿਹੜਾ ਕ੍ਰਾਂਤੀਕਾਰੀ ਬੰਦਾ ਹੁੰਦਾ ਹੈ, ਜਿਹੜੇ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਅੰਦਰ ਉਹਦੀ ਅੰਤਰਾਤਮਾ ਨੂੰ ਝੰਜੋੜਦੀ ਹੈ, ਉਹ ਤਾਂ ਫਿਰ ਨਿਕਲਦਾ ਹੈ। ਕਿਉਂਕਿ ਅੰਦਰ ਹੀ ਉਹਦੇ ਇੰਨਾ ਜ਼ਿਆਦਾ ਜਦੋਂ ਜਹਿਦ ਸ਼ੁਰੂ ਹੋ ਜਾਂਦੀ, ਸੰਘਰਸ਼ ਅੰਦਰ ਸ਼ੁਰੂ ਹੋ ਜਾਂਦਾ ਹੈ, ਜੀ ਜੀ ਉਹਦੇ ਕੋਲ ਰੁਕਿਆ ਨਹੀਂ ਜਾਂਦਾ ਕਿ ਜੋ ਹੋਊਗਾ ਵੇਖਿਆ ਜਾਊਗਾ। ਆਪਾਂ ਨੂੰ ਬੋਲਣਾ ਚਾਹੀਦਾ ਹੈ। ਸੋ ਮੇਰੀ ਸੋਚ ਦੇ ਮੁਤਾਬਕ ਸਾਡੇ ਜਿਹੜੇ ਕਲਾਕਾਰ ਭਰਾ ਹੈਗੇ ਆ ਬੰਬਈ ਦੇ ਵਿੱਚ, ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ। ਬੇਸ਼ੱਕ ਉਹਨਾਂ ਦੀਆਂ ਮਜਬੂਰੀਆਂ ਹੈਗੀਆਂ, ਉਹ ਨਹੀਂ ਬੋਲੇ, ਵੱਖਰੀ ਗੱਲ ਹੈਗੀ ਹੈ। ਜੇ ਕੰਗਨਾ ਰਣੌਤ ਦੀ ਕੰਟਰੋਵਰਸੀ ਹੁੰਦੀ ਹੈ, ਹੁਣ ਜਿੰਨੀ ਵੱਡੀ ਉਹਨੂੰ ਸਿਕਿਉਰਿਟੀ ਦਿੱਤੀ ਹੋਈ ਹੈ, ਜਿਸ ਕਰਕੇ ਦਿੱਤੀ ਹੋਈ ਹੈ, ਉਹਦੇ ਪਿੱਛੇ ਜੋ ਰੀਜ਼ਨ ਹੋਣਗੇ, ਤੇ ਫਿਰ ਉਹ ਨਹੀਂ ਬੋਲੂਗੀ ਤੇ ਹੋਰ ਕੌਣ ਬੋਲੂਗਾ। ਹੁਣ ਤੁਸੀਂ ਵੇਖੋ ਕਿ ਆਦਮੀ ਜੋ ਕੁਝ ਵੀ ਕਰਦਾ ਉਹਦੀ ਜ਼ਿੰਦਗੀ ਵਿੱਚ ਇੱਜ਼ਤ ਵਾਸਤੇ ਕਰਦਾ ਹੈਗਾ, ਠੀਕ ਹੈ। ਪੈਸਾ ਤਾਂ ਤਵਾਇਫਾਂ ਕੋਲ ਬਹੁਤ ਹੁੰਦਾ ਹੈ, ਦਲਾਲਾਂ ਕੋਲ ਬਹੁਤ ਹੁੰਦਾ ਹੈਗਾ। ਪੈਸਾ ਕਮਾਉਣ ਦੇ ਬੜੇ ਢੰਗ ਹੈਗੇ ਆ, ਪਰ ਜਿਹੜੇ ਬੰਦੇ ਦੀ ਸੋਚ ਨਾ ਹੋਵੇ, ਵਿਜ਼ਨ ਨਾ ਹੋਵੇ, ਜਿਹਦੇ ਕੋਲੇ ਇਹ ਸਮਝ ਨਾ ਹੋਵੇ, ਇਹ ਐਜੂਕੇਸ਼ਨ ਨਾ ਹੋਵੇ, ਇਹ ਸੰਸਕਾਰ ਨਾ ਹੋਣ, ਤੇ ਉਹ ਦਇਆ ਦਾ ਪਾਤਰ ਹੈ। ਉਹਦੇ ਬਾਰੇ ਮੈਂ ਕੀ ਕਹਿ ਸਕਦਾ ਹੈਗਾ, ਕਿਉਂਕਿ ਤੁਸੀਂ ਪੈਸਾ ਇਕੱਠਾ ਕਰ ਲਿਆ, ਪਰ ਜੇ ਲੋਕਾਂ ਦੀ ਨਿਗਾਹ ਤੇ ਤੁਹਾਡੀ ਇੱਜ਼ਤ ਨਾ ਰਹੀ, ਜੇ ਲੋਕੀ ਤੁਹਾਡੇ ਥੁੱਕਣ ਲੱਗ ਪਏ, ਜੇ ਲੋਕ ਤੁਹਾਨੂੰ ਮਾੜਾ, ਤੁਸੀਂ ਨੂੰ ਕੀ ਕਰੋਗੇ। ਅਸੀਂ ਸਾਰੀ ਜ਼ਿੰਦਗੀ ਜੋ ਵੀ ਕਰਦੇ, ਪੈਸਾ, ਨਾਂ, ਸ਼ੋਹਰਤ ਇਕੱਠੀ ਕਰਦੇ ਆ, ਲੋਕ ਸਾਡੀ ਇੱਜ਼ਤ ਕਰਨ, ਤੇ ਜੇ ਲੋਕ ਹੀ ਤੁਹਾਨੂੰ ਗਾਲਾਂ ਕੱਢਣ ਲੱਗ ਪਏ। ਹੁਣ ਕਿਸਾਨ ਹੈ, ਅੰਨਦਾਤਾ ਹੈ, ਅੰਨ ਦੇਵਤਾ ਹੈ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਇਹ ਰੱਬ ਦਾ ਸਹਿਯੋਗੀ ਹੈ, ਤੇ ਕਹਿੰਦੇ ਕਿ ਇਹ ਲੋਕਾਈ ਦਾ ਪਾਲਕ ਹੈ, ਪਾਲਣਹਾਰ ਹੈ। ਕ੍ਰਿਸ਼ਨ ਭਗਵਾਨ ਨੇ ਕਿਹਾ, ਤੇ ਮੈਂ ਤਾਂ ਹੈਰਾਨ ਹੈ ਕਿ ਬੇਸ਼ੱਕ ਉਹ ਕਹਿੰਦੇ ਕਿ ਇਹ ਜੀ ਗੁੰਮਰਾਹ ਕੀਤੇ ਹੋਏ ਦੇ ਪਿੱਛੇ ਪੱਕ ਹੈ। ਉਹਨਾਂ ਸਾਰਿਆਂ ਨੂੰ ਮੈਂ ਤਾਂ ਮੋਦੀ ਜੀ ਬਾਰੇ ਵੀ ਕਹਿੰਦਾ ਕਿ ਉਹਨਾਂ ਨੂੰ ਆ ਕੇ ਇਹਨਾਂ ਨੂੰ ਉੱਥੇ ਖੜੇ ਹੋਣਾ ਚਾਹੀਦਾ ਸੀ। ਸਿਕਿਉਰਿਟੀ ਉਹਨਾਂ ਕੋਲ ਇੰਨੀ ਵੱਡੀ, ਉਹਨੂੰ ਸਿਕਿਉਰਿਟੀ ਦੀ ਲੋੜ ਨਹੀਂ ਕਿ ਆਓ ਯਾਰ, ਮੈਨੂੰ ਨਹੀਂ ਪਤਾ ਸੀ ਤੁਸੀਂ ਇੰਨੇ ਸੀਰੀਅਸ ਹੋ। ਮੇਰੇ ਐਕਸਪਰਟਸ ਨੇ ਕਿਹਾ ਕਿ ਬਹੁਤ ਵਧੀਆ ਕਾਨੂੰਨ ਹੈ, ਨਾਲ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ। ਮੈਂ ਵਾਅਦਾ ਕੀਤਾ ਸੀ ਮੈਂ ਦੁੱਗਣੀ ਕਰਕੇ ਵਿਖਾਉਣੀ ਸੀ, ਪਰ ਮੈਨੂੰ ਨਹੀਂ ਪਤਾ ਸੀ ਤੁਸੀਂ ਇੰਨੇ ਸੀਰੀਅਸ ਹੋ। ਤੁਸੀਂ ਇੰਨੀ ਦੇਰ ਤੋਂ ਇੰਨੇ ਲੋਕ ਸ਼ਹੀਦ ਹੋ ਗਏ, ਇੰਨੀ ਜੋਤ ਨਾਲ, ਇੰਨੀ ਖੁੰਦਕ ਨਾਲ ਬੈਠੇ ਹੋ। ਲਓ ਭਾਈ ਲਓ, ਮਾਫ ਕਰੋ ਯਾਰ, ਤੁਸੀਂ ਜਾਓ ਕਰਾਂ ਨੂੰ, ਤੁਹਾਡੇ ਨਹੀਂ ਲਾਉਂਦਾ ਮੈਂ ਕਾਨੂੰਨ, ਇਹ ਵਾਪਸ ਲੈਣਾ, ਮੈਂ ਦੂਜੇ ਲਾਉਂਗਾ। ਗੱਲ ਖਤਮ ਹੋ ਗਈ। ਉਹਨਾਂ ਨੂੰ ਆਪਣਾ ਵੱਡਪਣ ਵਿਖਾਉਣਾ ਚਾਹੀਦਾ। ਤੇ ਸਾਡੇ ਲੀਡਰਸ ਨੂੰ ਵੀ ਕਿ ਬੈਠ ਕੇ ਸੋਚ ਕੇ, ਹੁਣ ਸਾਡਾ ਯੂਥ ਆਦਾ ਵੇਖ ਕੇ ਜਿਹੜੇ ਗਰਮ ਖਿਆਲੀ ਲੋਕ ਹੈ ਪਾਉਂਦੇ ਆ, ਇਹ ਸਮਾਂ ਇੱਕ ਦੂਜੇ ਦੇ ਤਵੇ ਲਾਉਣ ਦਾ ਨਹੀਂਗਾ। ਠੀਕ ਹੈ, ਇੱਥੇ ਆ ਕੇ ਨਿਬੜ ਲਓ। ਪਰ ਮੈਂ ਇੱਕ ਵੀਡੀਓ ਰਿਕਾਰਡ ਕੀਤਾ, ਸ਼ਰਮਾ ਪਾਵਾਂ, ਚੌਕੰਨੇ ਰਹੋ। ਪਹਿਲਾਂ ਦੀਪ ਸਿੱਧੂ ਦੀ ਕੰਟਰੋਵਰਸੀ ਹੈ, ਲੱਖੇ ਹੋਰਾਂ ਦੀ ਹੈ, ਇਹ ਜੋ ਵੀ ਹੈ, ਉਹ ਪੰਧੇਰ ਹੋਰਾਂ ਦੀ ਹੈ, ਪੰਨੂ ਹੋਰਾਂ ਦੀ ਹੈ। ਉਹਦੇ ਬਾਰੇ ਸਿਰਫ ਇੰਨੀ ਗੱਲ ਹੈਗੀ ਹੈ ਕਿ ਤੁਸੀਂ ਇਕੱਠੇ ਗਏ ਸੀ, ਤੁਹਾਡਾ ਮਿਸ਼ਨ ਇੱਕ ਹੈ। ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਵਿੱਚੋਂ ਕੋਈ ਗੱਦਾਰ ਹੈ ਜਾਂ ਕੋਈ ਬੰਦਾ ਡਬਲ ਕ੍ਰਾਸ ਕਰ ਰਿਹਾ ਹੈ, ਵੇਖੋ ਆਪਣੀ ਕੌਮ ਨੂੰ ਹਮੇਸ਼ਾ ਡਬਲ ਕ੍ਰਾਸ ਕਰਨ ਵਾਲਿਆਂ ਨੇ ਮਾਰਿਆ, ਹਮੇਸ਼ਾ ਗੱਦਾਰਾਂ ਨੇ ਮਾਰਿਆ। ਜਦੋਂ ਵੀ ਭਲਾ ਡੋਗਰਿਆਂ ਤੋਂ ਲੈ ਲਓ, ਜਦੋਂ ਮਰਜ਼ੀ ਪਿੱਛੇ ਚਲੇ ਜਾਓ ਤੁਸੀਂ, ਜਿੱਥੋਂ ਮਰਜ਼ੀ ਸਰ ਚਲ ਜਾਓ, ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਹੁੰਦਾ ਅੱਜ ਤੱਕ। ਠੀਕ ਹੈ, ਹੁਣ ਉੱਥੇ ਮਸਲਾ ਦੀਪ ਸਿੱਧੂ ਦਾ ਨਹੀਂਗਾ, ਉੱਥੇ ਮਸਲਾ ਲੱਖੇ ਦਾ ਨਹੀਂਗਾ ਜਾਂ ਕਿਸੇ ਹੋਰ ਦਾ ਨਹੀਂਗਾ। ਮਸਲਾ ਇਹ ਹੈਗਾ ਕਿ ਸਾਡੀ ਕੌਮ ਦੀ ਇੱਜ਼ਤ ਦਾ ਸਵਾਲ ਹੈ, ਪੰਜਾਬ ਦੀ ਅੱਖ ਦਾ ਸਵਾਲ ਹੈ। ਇਸ ਕਰਕੇ ਜਿਹੜੇ ਵੀ ਬੰਦੇ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਲੱਗਦਾ ਹੈ, ਉਸ ਬੰਦੇ ਨੂੰ ਕਲੈਰੀਫਾਈ ਕਰਨਾ ਚਾਹੀਦਾ ਹੈਗਾ ਕਿ ਭਾਈ ਜੇ ਮੇਰਾ ਵਿਅਕਤੀਗਤ ਮਾਮਲਾ ਹੋਵੇ, ਤੇ ਮੈਂ ਦੀਪ ਸਿੱਧੂ ਬਾਰੇ ਮੈਂ ਉਹ ਵੀਡੀਓ ਵੀ ਰਿਕਾਰਡ ਕੀਤਾ, ਸ਼ਾਇਦ ਮੈਂ ਪਾਵਾਂ, ਕਿ ਮੇਰਾ ਕਿਸੇ ਨਾਲ ਕੋਈ ਵਿਅਕਤੀਗਤ ਮਾਮਲਾ ਨਹੀਂਗਾ। ਮੇਰਾ ਕੰਸਰਨ ਪੰਜਾਬ ਹੈ ਵੀ ਸਾਡਾ ਨੁਕਸਾਨ ਨਾ ਹੋ ਜੇ। ਇੰਨੀ ਵਾਰੀ ਹੋਇਆ, 36 ਸਾਲ ਬਾਅਦ ਅਸੀਂ ਉੱਠੇ ਹੈ। ਕੀ ਕਾਰਨ ਹੈ ਕਿ ਜੇ ਸਾਰੇ ਸਿੰਗਰ ਨਾਲ ਸੀ, ਦੀਪ ਦੇ ਸਾਰੇ ਕਿਸਾਨ ਨਾਲ ਸੀਗੇ, ਕੀ ਕਾਰਨ ਹੈ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਨੂੰ ਛੱਡ ਗਏ? ਕੀ ਕਾਰਨ ਹੈ?
ਜੇ ਸ਼ੰਭੂ ਬਾਰਡਰ ਤੇ ਬੈਠੇ ਤਾਂ ਵੀ ਛੱਡ ਗਏ, ਕੀ ਕਰਨਾ ਹੈ, ਕੀ ਬਿਲਕੁਲ ਸਰ, ਜਿਵੇਂ ਜੇ ਉਹਨਾਂ ਦੀ ਗਲਤੀ ਨਹੀਂ ਵੀ ਹੈਗੀ ਸੀ, ਉਹ ਕਿਸੇ ਆਵੇਗ ਦੇ ਵਿੱਚ ਆ ਕੇ ਕਰ ਗਏ, ਤੇ ਉਹਨਾਂ ਨੂੰ ਸਾਹਮਣੇ ਆ ਕੇ ਦੱਸਣਾ ਚਾਹੀਦਾ ਸੀ, ਭੱਜਣਾ ਨਹੀਂ ਚਾਹੀਦਾ ਸੀ। ਮੇਰਾ ਇੱਕ ਹੋਰ ਲੌਜਿਕ ਹੈ, ਮੇਰਾ ਇਹ ਲੌਜਿਕ ਹੈ ਕਿ ਦੀਪ ਸਿੱਧੂ ਹੋਰਾਂ ਨੂੰ ਦੇਖੋ, ਲੱਖੇ ਦਾ ਤਾਂ ਇਹ ਲੱਗ ਰਿਹਾ ਵਿੱਚ ਕਿ ਉਹ ਕਨਫਿਊਜ਼ਨ ਦੇ ਵਿੱਚ ਹੀ ਵਿੱਚ ਵੜ ਗਿਆ। ਲੱਖੇ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਕੋਈ ਉਹਨੂੰ ਸਮਝ ਨਹੀਂ ਆਇਆ, ਲੋਕਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਸੀ, ਲੋਕ ਜਜ਼ਬਾਤੀ ਹੋ ਗਏ, ਪੁਲਿਸ ਨੇ ਟ੍ਰੈਪ ਵਿਛਾਇਆ, ਉਹ ਸਾਰੇ ਰਸਤੇ ਬੰਦ ਕਰਕੇ ਉਧਰ ਨੂੰ ਖੋਲ ਤੇ ਲਾਲ ਕਿਲੇ ਨੂੰ ਭੇਜਿਆ ਗਿਆ। ਉਹ ਟ੍ਰੈਪ ਸੀ, ਉਹਨੂੰ ਝੰਡਾ ਚੜਾਉਣ ਦਿੱਤਾ ਗਿਆ, ਨਿਸ਼ਾਨ ਸਾਹਿਬ ਲਾਉਣ ਦਿੱਤਾ ਗਿਆ। ਕਮਿਊਨੀਕੇਸ਼ਨ ਦੀ ਲੈਕ ਵੀ ਸੀਗੀ, ਕਮਿਊਨੀਕੇਸ਼ਨ ਦਾ ਗੈਪ ਸੀ ਪਰ ਉਹ ਦੱਸ ਰਿਹਾ ਹੈਗਾ ਕਿ ਜਿਹੜੇ ਬੰਦੇ ਪੁਲਿਸ ਤੇ ਹਮਲਾ ਕਰ ਰਹੇ ਉਹ ਕਿਸਾਨ ਨਹੀਂ ਹੈ, ਤੇ ਜਿਹੜੇ ਕਿਸਾਨ ਤੇ ਹਮਲਾ ਕਰ ਰਹੇ ਉਹ ਪੁਲਿਸ ਨਹੀਂ, ਇਹਦਾ ਕਲੀਅਰ। ਤੇ ਉਹਨਾਂ ਨੂੰ ਗਾਈਡ ਕੀਤਾ ਗਿਆ, ਰਸਤਾ ਪਤਾ ਨਹੀਂ ਸੀਗਾ, ਭੀੜ ਸੀ, ਇੰਨਾ ਰੇਲਾ ਪੈਦਾ, ਇੰਨੇ ਲੋਕ ਜਜ਼ਬਾਤੀ ਸੀ, ਉਹਨੇ ਕਿਹਾ ਚਲੋ ਬੱਚਾ ਚੜਾ ਦਿੰਦੇ, ਉੱਥੇ ਜਾ ਕੇ ਨਿਸ਼ਾਨ ਸਾਹਿਬ ਲਾ ਦਿੰਦੇ ਆ। ਦੀਪ ਸਿੱਧੂ ਸ਼ਾਮਲ, ਮੇਰਾ ਕਹਿਣ ਦਾ ਭਾਵ ਸਿਰਫ ਇਹਨਾਂ ਸੀ, ਦੀਪ ਸਿੱਧੂ ਨੂੰ ਲੈ ਕੇ ਜੋ ਵੀ ਹੋਇਆ ਉੱਥੇ ਏਜੰਸੀਆਂ ਨੇ ਕੰਮ ਕੀਤਾ, ਉਹਨਾਂ ਦੇ ਬੰਦੇ ਸੀ, ਉਹ ਲੋਕਾਂ ਨੂੰ ਗਾਈਡ ਕੀਤਾ, ਉਹ ਰਸਤੇ ਕੋਲ ਤੇ ਵੀ ਲਾਲ ਕਿਲੇ ਪਹੁੰਚ ਜਾਣ ਤੇ ਉੱਥੇ ਲੋਕ ਵਾਪਸ ਵੀ ਆਉਣ ਲੱਗ ਪਏ, ਫਿਰ ਉਹਨਾਂ ਉੱਤੇ ਹਮਲੇ ਕਰਤੇ ਤੇ ਉਹਨਾਂ ਨੂੰ ਅੰਦਰ ਕਰਤਾ, ਬਹੁਤ ਲੱਤਾਂ ਤੋੜਤੀਆਂ, ਮੁੰਡੇ ਜ਼ਖਮੀ ਹੋ ਗਏ, ਸ਼ਹੀਦ ਹੋ ਗਏ ਤੋਂ ਪਰੇ ਹੈ। ਪਰ ਮੇਰਾ ਸਵਾਲ ਬਾਰ-ਬਾਰ ਜਿਹੜੀ ਮੇਰੀ ਬੁੱਧੀ ਪੁੱਛਦੀ ਹੈ ਬਾਰ-ਬਾਰ, ਸਾਡੇ ਕਈ ਖਾੜਕੂ ਸੋਚ ਦੇ ਮਾਲਕ ਹੈ, ਜੇ ਭਾਈ ਸਾਹਿਬ ਬੁੱਧ ਸਿੰਘ ਵਾਲਾ ਦੇ ਪਰਿਵਾਰ ਨਾਲ ਰਿਸ਼ਤਾ ਰਿਹਾ ਹੈਗਾ, ਕੁਝ ਵੀਡੀਓਜ਼ ਮੈਂ ਵੇਖੇ, ਉਹਨਾਂ ਦੇ ਪਰਿਵਾਰ ਦਾ ਫੋਟੋ ਹੈਗੀ, ਉਹਨਾਂ ਦਾ ਆਉਣਾ ਜਾਣਾ ਸੀ, everything is fine. My question is ਕਿ ਜੇ ਦੀਪ ਸਿੱਧੂ ਹੋਰੀ ਇੰਨੇ ਵਿਜ਼ਨਰੀ ਹੈ, ਇੰਨੇ ਇੰਟੈਲੀਜੈਂਟ ਹੈ, ਇੰਨੇ ਵਫਾਦਾਰ ਹੈ, ਇੰਨਾ ਦਰਦ ਉਹਨਾਂ ਦੇ ਮਨ ਦੇ ਵਿੱਚ, ਤੇ ਉਹਨਾਂ ਨੂੰ ਇੱਕ ਨਿੱਕੀ ਜਿਹੀ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਭਾਈ ਆਪਾਂ ਕਿਸਾਨਾਂ ਦੇ ਇਸ ਮੋਰਚੇ ਦੇ ਉੱਤੇ ਖਾਲਿਸਤਾਨ ਦੀ ਜਾਂ ਖੁਦ ਮੁਖਤਾਰੀ ਦੀ ਗੱਲ ਨਹੀਂ ਕਰਨੀ। ਸਰਕਾਰ ਤਾਂ ਜਿਵੇਂ ਸਰਕਾਰ ਨੇ ਸੱਦਿਆ, ਆਓ ਲਾਓ ਨਿਸ਼ਾਨ ਸਾਹਿਬ ਉੱਤੇ, ਤੇ ਜੇ ਤੁਸੀਂ ਵਿਜ਼ਨਰੀ ਹੋ, ਇੰਟੈਲੀਜੈਂਟ ਹੋ, ਤੇ ਫਿਰ ਤੁਸੀਂ ਟ੍ਰੈਪ 'ਚ ਕਿਵੇਂ ਫਸ ਗਏ? ਤੁਹਾਨੂੰ ਤਾਂ ਰੋਕਣਾ ਚਾਹੀਦਾ ਸੀ ਕਿ ਨਾ 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 ਆਪਾਂ ਇੱਧਰ ਨਹੀਂ ਜਾਣਾ, ਤੁਹਾਨੂੰ ਤਾਂ ਰੋਕਣਾ ਆਪਾਂ ਇੱਥੇ। ਸਰ ਉਹ ਤਾਂ ਲਾਈਵ ਹੋ ਕੇ ਵੀਡੀਓ ਪਾ ਰਹੇ ਸੀ ਜੀ, ਦੇਖੋ ਅਵੇਸ਼ ਦੇਖੋ। ਇਸ ਕਰਕੇ ਮੈਨੂੰ ਲੱਗਿਆ ਕਿ ਬਈ ਸਾਰੇ ਜਾਣੇ ਕਹਿੰਦੇ ਆ, ਮੈਂ ਨਾ ਉਹਨਾਂ ਦੇ ਪੱਖ 'ਚ ਨਾ ਉਹਨਾਂ ਦੇ ਖਿਲਾਫ, ਮੈਂ ਇੱਕ ਨਿਊਟਰਲ ਗੱਲ ਕਰ ਰਿਹਾ ਹੈਗਾ। ਜਦੋਂ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਹੈ, ਸਾਡੇ ਮੁੰਡੇ ਜਜ਼ਬਾਤੀ ਹੋ ਕੇ ਵੀਡੀਓਜ਼ ਪਾ ਰਹੇ ਆ, ਬਾਹਰ ਜਿਹੜੇ ਮੁੰਡੇ ਬੈਠੇ ਉਹ ਬੈਠੇ ਆ, ਤੂੰ ਫਿਕਰ ਨਾ ਕਰੀ ਬਾਈ, ਉਹ ਤੋਂ ਰੋ ਕੇ ਆਪਣਾ ਵੀਡੀਓ ਪਾ ਰਿਹਾ, ਤੁਹਾਡੇ ਨਾਲੋਂ ਤਾਂ ਬੱਲੇ ਤੁਹਾਡੇ ਨਾਲ ਤਾਂ ਆ ਭਈਏ ਚੰਗੀ ਹੈ ਬਿਹਾਰ ਦੇ, ਇਹਨਾਂ ਨੇ ਮੈਨੂੰ ਲੋਕਾਂ ਨੂੰ ਜਗ੍ਹਾ ਦਿੱਤੀ ਹੈ, ਮੈਂ ਤੇ ਟੋਕਰੀ ਤੇ ਬੈਠਾ ਹੈਗਾ, ਮੈਂ ਉਹਦਾ ਸਾਰਾ ਕਰੋੜਾ ਸਾਰਾ ਕੁਝ ਛੱਡਿਆ, ਸੁੱਖ ਛੱਡਿਆ, ਸੋ ਨਵਾਂ ਛੱਡਿਆ। ਸੋ ਮੇਰਾ ਕਹਿਣ ਦਾ ਭਾਵ ਹੈ, ਇੱਕੋ ਗੱਲ ਤੇ ਮੈਂ ਜੇ ਕਿਤੇ ਨਾਲ ਮੇਰੀ ਮੁਲਾਕਾਤ ਹੋਈ ਤੇ ਮੇਰਾ ਸਵਾਲ ਉਦੋਂ ਵੀ ਖੜਾ ਹੋਊਗਾ ਕਿ ਮੈਂ ਪੋਲੀਟੀਸ਼ੀਅਨ ਨਹੀਂ ਹੈ, ਮੈਂ ਕੋਈ ਬਹੁਤ ਵੱਡਾ ਵਿਜ਼ਨਰੀ ਨਹੀਂ ਹੈ, ਪਰ ਮੇਰੇ ਮਨ ਦੇ ਵਿੱਚ ਸਵਾਲ ਉੱਠ ਰਿਹਾ ਹੈ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ ਤੇ ਤੁਸੀਂ ਉਸ ਤੋਂ ਬਾਅਦ ਰੋਸ ਉੱਥੇ ਧਰਨਾ ਲਾਇਆ ਤੇ ਸਾਡੇ ਨਾਲ ਕੀ ਹੋਇਆ? ਜੇ ਤੁਸੀਂ ਕੀ ਕੀਤਾ, ਤੁਸੀਂ ਰਿਟੈਲੀਏਸ਼ਨ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਤੇ ਉੱਥੇ ਸੰਤਾਂ ਬਾਰੇ ਤੇ ਹੋਰ ਜੋ ਕੁਝ ਤੁਸੀਂ ਬੋਲਣਾ ਸੀ ਬੋਲਿਆ, ਖੂਬ ਦੁਨੀਆ ਭਰ ਤੋਂ ਲੋਕ ਸੱਦੇ, ਤੇ ਉੱਥੇ ਕੀ ਹੋਇਆ? ਰਿਜ਼ਲਟ ਕੀ ਉਹ ਬੰਦੇ ਚੋਂ ਛੁਡਾ ਸਕੇ? ਜਿਹੜੇ ਬੰਦੇ 84 ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹ ਅਜੇ ਤੱਕ ਜੇਲ੍ਹਾਂ 'ਚ ਬੈਠੇ, ਕੋਈ ਕਾਨੂੰਨ ਨਹੀਂ ਰੋਕ ਸਕਦਾ, ਅਜੇ ਤਾਂ ਉਹਨਾਂ ਨੂੰ ਛੁਡਾ ਸਕੇ। ਉਹ ਬਾਪੂ ਸੂਰਜ ਸਿੰਘ ਦਾ ਕੀ ਹਾਲ ਹੋ ਗਿਆ, ਹੱਡੀਆਂ ਦੀ ਮੌਤ ਹੋ ਗਿਆ, ਅਜੇ ਤਾਂ ਉਹਦਾ ਕੁਝ ਨਹੀਂ ਕਰ ਸਕੇ, ਤੇ ਤੁਸੀਂ ਫੇਰ ਚੀਜ਼ਾਂ ਤੇ ਹੀ ਚੱਲ ਰਹੇ ਹੋ, ਫੇਰ ਕਹਿ ਰਹੇ ਹੋ ਸਾਨੂੰ ਖੁਦ ਮੁਖਤਾਰੀ ਚਾਹੀਦੀ ਹੈ ਤੇ ਖਾਲਿਸਤਾਨ ਜ਼ਿੰਦਾਬਾਦ, ਤੇ ਸੰਤਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ। ਉਹ ਭਰਾਵੋ ਸਰਕਾਰ ਤਾਂ ਉਡੀਕਦੀ ਹੈ ਕਿ ਬੋਲੋ ਤੁਸੀਂ, ਤਾਂ ਕਿ ਅਸੀਂ ਤੁਹਾਨੂੰ ਖਾਲਿਸਤਾਨੀ ਡਿਕਲੇਅਰ ਕਰਕੇ ਅਸੀਂ ਤੁਹਾਡੇ ਤੋਂ ਠੱਪਾ ਲਾ ਕੇ ਕਿ ਆਤੰਕਵਾਦ ਫਿਰ ਸਰ ਉਠਾ ਰਿਹਾ ਤੇ ਅਸੀਂ ਤੁਹਾਡੇ ਤੇ ਅੱਜ ਯੂਪਾ ਸਭ ਲਾ ਕੇ, ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਤੁਹਾਨੂੰ ਅੰਦਰ ਕਰੀਏ, ਤੇ ਕਿੰਨੇ ਮੁੰਡੇ ਸਾਡੇ ਬੇਗੁਨਾਹ ਵਿਚਾਰੇ ਅੰਦਰ ਬੈਠੇ ਆ। ਅਸੀਂ ਬਿਲਕੁਲ ਇਹ ਸਮਝਣ ਦੀ ਲੋੜ ਹੈ, ਜਿਵੇਂ ਕਿ ਖਾਲਿਸਤਾਨ ਦੇਖੋ ਕਿਹਾ ਜਾਂਦਾ ਹਿੰਦੂ ਰਾਸ਼ਟਰ ਬੜਾ ਰੌਲਾ ਪੈਂਦਾ, ਪਰ ਉੱਥੇ ਮੈਂ ਇਹ ਸੋਚਦੀ ਹਾਂ ਕਿ ਸਾਡੇ ਆਮ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿਤੇ ਵੀ ਜੇ ਅਸੀਂ ਆਪਣਾ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ, ਸਾਨੂੰ ਉੱਥੇ ਆਪਣਾ ਨਿਸ਼ਾਨ ਸਾਹਿਬ ਲਾਉਣ ਦੀ ਕੋਈ ਮਨਾਹੀ ਨਹੀਂ ਹੈ, ਸਾਨੂੰ ਆਪਣੀ ਗੁਰਪੁਰਬ ਮਨਾਉਣ ਦੀ ਕਿਤੇ ਵੀ ਕੋਈ ਮਨਾਹੀ ਨਹੀਂ ਹੈ, ਤੇ ਫਿਰ ਅਸੀਂ ਇਹੋ ਜਿਹੀ ਚੀਜ਼ਾਂ 'ਚ ਪੈਂਦੇ ਕਿਉਂ? ਨਹੀਂ, ਦੂਸਰੀ ਗੱਲ ਇਹ ਹੈ ਕਿ ਉੱਥੇ ਜਦੋਂ ਉਹਨਾਂ ਨੇ ਨਿਸ਼ਾਨ ਸਾਹਿਬ ਲਾਤਾ ਜੀ, ਉੱਥੇ ਬੈਠੇ ਆਰਾਮ ਨਾਲ, ਤਾਂ ਟ੍ਰੈਪ ਦੱਸੀ ਜਾਂਦਾ ਹੈਗਾ। ਅੱਛਾ, ਜਿਹੜੇ ਬੰਦੇ ਪੁਲਿਸ ਨੂੰ ਕੁੱਟ ਰਹੇ ਉਹ ਹੋਰ ਹੀ ਬੰਦੇ, ਉਹ ਗੁੰਡੇ ਆ, ਕਿਸਾਨਾਂ ਦੇ ਭੇਜਦੇ। ਜਦੋਂ ਤੁਸੀਂ ਮੁੰਡੇ ਫੜ ਲਏ ਸੀ, ਉਹਨੂੰ ਦੱਸਿਆ ਸੀ, ਤੁਹਾਨੂੰ ਚੁੱਕਣੇ ਰਹਿਣਾ ਚਾਹੀਦਾ ਸੀ, ਉਹ ਬੰਦੇ ਫੜਨੇ ਚਾਹੀਦੇ ਸੀਗੇ, ਜਿਹੜੇ ਪੁਲਿਸ ਦੀ ਵਰਦੀ 'ਚ ਬਿਨਾਂ ਨੇਮ ਪਲੇਟ ਤੋਂ ਉਹ ਫੜਨੇ ਚਾਹੀਦੇ ਸੀਗੇ, ਉਹਨਾਂ ਦਾ ਘੱਟੋ ਘੱਟ ਵੀਡੀਓ ਬਣਾਓ। ਖੈਰ, ਮੇਰਾ ਕਹਿਣ ਦਾ ਭਾਵ ਹੈ ਕਿ ਉੱਥੇ ਨਿਸ਼ਾਨ ਸਾਹਿਬ ਲਾਤਾ, ਨਿਸ਼ਾਨ ਸਾਹਿਬ ਤਾਂ ਉੱਥੇ ਫਤਿਹ ਦਿਵਸ ਤੇ ਵੀ ਲੱਗਿਆ ਹੈਗਾ, ਨਿਸ਼ਾਨ ਸਾਹਿਬ ਤਾਂ ਦੁਨੀਆ ਭਰ ਦੇ ਨੈਸ਼ਨਲ ਫਲੈਗ ਉਹਨਾਂ ਵੀ ਝੁੱਲ ਰਿਹਾ ਹੈਗਾ। ਨਿਸ਼ਾਨ ਸਾਹਿਬ ਤਾਂ ਪਹਿਚਾਨ ਹੈ, ਨਿਸ਼ਾਨ ਸਾਹਿਬ ਨੇ ਤਾਂ ਨਿਸ਼ਾਨ ਸਾਹਿਬ ਦੇ ਕਰਕੇ ਹੀ ਇੰਨੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਹ ਜੰਜੂ ਤੋਂ ਤਿਲਕ ਬਚਾਇਆ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਇੱਕ ਸ਼ਹਾਦਤ ਦਿੱਤੀ ਉੱਥੇ। ਮੇਰਾ ਕਹਿਣ ਦਾ ਭਾਵ ਹੈਗਾ
ਕਿ ਉੱਥੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ, ਤਿਰੰਗਾ ਆਪਦੀ ਤਾਂ ਝੁੱਲ ਰਿਹਾ, ਉਹ ਪੋਲ ਖਾਲੀ ਸੀਗਾ। ਪਰ ਕਹਿਣ ਦਾ ਭਾਵ ਕਿ ਸਰਕਾਰ ਉਡੀਕ ਰਹੀ ਸੀ, ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ, ਉਹਨਾਂ ਨੇ ਬਹੁਤ ਤਰੀਕੇ ਕੋਸ਼ਿਸ਼ਾਂ ਅਜ਼ਮਾਈਆਂ, ਕੀਤੀਆਂ, ਨਹੀਂ ਹੋਈਆਂ। ਇਹ ਉਹਨਾਂ ਨੇ ਇਹਨਾਂ ਨੂੰ ਇੱਕ ਰਸਤਾ ਟਰੈਪ ਵਿਛਾ ਕੇ ਤੇ ਇਹਨਾਂ ਨੂੰ ਉੱਥੇ ਬੁਲਾ ਲਿਆ ਤੇ ਰੌਲਾ ਪਾਤਾ ਸਾਰੇ ਚੈਨਲਾਂ ਤੇ ਕਿ ਇਹ ਤਾਂ ਜੀ ਆਤੰਕਵਾਦੀ ਆ ਗਏ, ਤਾਂ ਖਾਲਿਸਤਾਨੀ ਆ ਗਏ, ਇਹ ਤਾਂ ਜੀ ਖਾਲਿਸਤਾਨ ਝੰਡਾ ਫਹਿਰਾ ਰਿਹਾ, ਇਹ ਤਾਂ ਜੀ ਤਿਰੰਗੇ ਦਾ ਅਪਮਾਨ ਕਰਤਾ। ਤੇ ਜਿਹੜੇ ਆਮ ਸਧਾਰਨ ਲੋਕ ਹੈ ਉਹਨਾਂ ਨੂੰ ਅੱਗੇ ਸ਼ਾਇਦ ਵੀ ਆਈ ਹੋਗਾ ਕੁਛ ਨਹੀਂ ਬੋਲ ਰਹੇਗੀ ਹੈ। ਜਿਹੜੀ ਚੀਜ਼ ਤੁਸੀਂ ਇੱਕ ਝੂਠ ਨੂੰ 100 ਵਾਰੀ ਬੋਲੋਗੇ ਤਾਂ ਸੱਚ ਹੋ ਜਾਂਦਾ ਹੈ। ਸਰ ਮੈਂ ਤੁਹਾਨੂੰ ਟੋਕਣ ਲਈ ਮਾਫੀ ਚਾਹੂੰਗੀ, ਗੱਲਾਂ ਤਾਂ ਬਹੁਤ ਸਾਰੀਆਂ ਨੇ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਵੀ ਲੱਗ ਰਿਹਾ, ਕਿਉਂਕਿ ਬਹੁਤ ਤੁਸੀਂ ਬੜੇ ਵਧੀਆ ਸੋਲੂਸ਼ਨ ਜਿਹੜੇ ਸੁਜੈਸਟ ਕੀਤੇ ਨੇ, ਇੱਕ ਵਧੀਆ ਰਸਤਾ ਆ, ਸਾਰਿਆਂ ਨੂੰ ਸਮਝਣਾ ਚਾਹੀਦਾ। ਮੈਂ ਚਾਹਾਂਗੀ ਕਿ ਤੁਸੀਂ ਮਤਲਬ ਇੱਕ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਪੰਜਾਬੀਆਂ ਨੂੰ, ਖਾਸ ਕਰਕੇ ਕਿ ਉਹਨਾਂ ਨੂੰ ਇਸ ਮੂਵਮੈਂਟ ਦੇ ਵਿੱਚ ਕਿਵੇਂ ਮਤਲਬ ਅੱਗੋਂ ਆਪਣੇ ਜਿਹੜੇ ਸਟੈਪ ਆ ਕਿਵੇਂ ਲੈਣੇ ਚਾਹੀਦੇ, ਇੱਕ ਸ਼ਾਰਟ ਜਿਹਾ ਮੈਸੇਜ ਤੁਸੀਂ ਦਿਓ ਕਿਉਂਕਿ ਟਾਈਮ ਥੋੜਾ ਹੈ ਕੋਲ। ठीक है जी, मेरा मैसेज यही है, वैसे तो सारी गल्लां मैसेज अपने दे चुके हैं कि होश ना कम लेना है, ज़ाब्ते तो कम लेना है। ਜਿਹੜੇ ਸਾਡੇ ਲੀਡਰ ਸਾਹਿਬਾਨ ਹੈਗੇ ਉਹ 31 ਹੈ ਤੇ ਉਹ 5-5 ਬੰਦਿਆਂ ਦੀਆਂ ਵੱਖਰੀਆਂ ਕਮੇਟੀਆਂ ਬਣਾ ਕੇ ਪਹਿਲਾਂ ਜਿਹੜੇ ਉੱਥੇ ਲੋਕ ਬੈਠੇ ਹੈ ਉਹਨਾਂ ਨੂੰ ਰੋਜ਼ ਮਿਲਿਆ ਕਰਨ, ਉਹਨਾਂ ਨਾਲ ਰਾਬਤਾ ਕਾਇਮ ਕਰਨ, ਉਹਨਾਂ ਨੂੰ ਤਾਰਤਮ ਪੈਦਾ ਕਰਨ। ਤੇ ਦੂਜਾ ਹੈਗਾ ਕਿ ਜਿਹੜੇ ਸਾਡੇ ਮੁੰਡੇ ਨੌਜਵਾਨ ਉਹ ਨਾਲ ਲੈਣ, ਉਹਨਾਂ ਨੂੰ ਕੌਨਫੀਡੈਂਸ ਲੈਣ, ਜਿਹੜਾ ਉਹਨਾਂ ਤੇ ਸ਼ੱਕ ਕੀਤਾ ਜਾ ਰਿਹਾ ਹੈਗਾ ਉਹਨਾਂ ਨੂੰ ਕੌਨਫੀਡੈਂਸ ਵਿੱਚ ਜਿਹੜੇ ਉਹਨਾਂ ਦੇ ਲੀਡਰ ਨੂੰ ਨਾਲ ਸ਼ਾਮਿਲ ਕਰ ਲੈਣ। ਤੀਜੀ ਆ ਜਿਹੜਾ ਮੈਂ ਕਿਹਾ ਕਿ ਡਾਟਾ ਇਕੱਠਾ ਕਰਨ, ਹੋਰ ਕੁਝ ਨਾ, ਜਿਹੜਾ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਉੱਥੇ ਡਾਟਾ ਫੀਡ ਕਰਨਾ ਸ਼ੁਰੂ ਕਰ ਦਿਓ। ਜੇ ਮੈਂ ਕਿਹਾ 9920311094 ਸਾਡਾ ਨੰਬਰ ਹੈ, ਉਸ ਨੰਬਰ ਦੇ ਉੱਤੇ ਸਾਡਾ ਨੰਬਰ ਫੀਡ ਕਰ ਲਓ ਤੇ ਸਾਨੂੰ ਤੁਸੀਂ ਆਪਦਾ ਨਾਮ ਨੰਬਰ ਭੇਜ, ਅਸੀਂ ਤੁਹਾਡੀ ਮਦਦ ਕਰਾਂਗੇ। ਤੁਹਾਨੂੰ ਉਹ ਬਣਾ ਕੇ ਗਰੁੱਪ ਹੀ ਬਣਾ ਕੇ ਦੇਤਾ ਮੈਂ, ਅੱਗੇ ਤੁਸੀਂ ਨੂੰ ਚਲਾਉਣਾ ਕਿਵੇਂ ਵੇਖ ਲਓ। ਕਨੈਕਟੀਵਿਟੀ, ਜੇ ਸਾਡੀ ਕਨੈਕਟੀਵਿਟੀ ਹੋਗੀ ਤਾਂ ਸਾਡਾ ਸੈਂਟਰਲ ਡਾਟਾ ਬੈਂਕ ਬਣ ਗਿਆ, ਦੈਨ ਸਕਾਈ ਦਾ ਲਿਮਿਟ। ਉਸ ਤੋਂ ਵੱਡੀ ਪ੍ਰਾਪਤੀ ਮੇਰੀ ਤੁੱਛ ਬਦਲਦਾ ਸਾਡੇ ਇਸ ਲਹਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਗੀ ਕਿ ਅਸੀਂ ਸਾਰੇ ਜੁੜ ਕੇ ਸਾਡਾ ਕਮਿਊਨੀਕੇਸ਼ਨ ਹੋ ਗਿਆ, ਅਸੀਂ ਆਉਣ ਵਾਲੇ ਸਮੇਂ ਵਿੱਚ ਜੋ ਮਰਜ਼ੀ ਕਰ ਲਈਏ। ਤੇ ਜਿਹੜੇ ਕੁਚਲੇ ਹੋਏ ਲੋਕ ਹੈ, ਦਬੇ ਹੋਏ, ਸ਼ੋਸ਼ਿਤ ਹੈ, ਉਹਨਾਂ ਦਾ ਆਪਣਾ ਇੱਕ ਸਿਸਟਮ ਬਣ ਜਾਊਗਾ। ਉਹ ਜਿਹੜਾ ਸ਼ੋਸ਼ਣ ਕਰਨ ਵਾਲਾ ਸਿਸਟਮ ਹੈ ਉਹਨਾਂ ਹਮੇਸ਼ਾ ਲਈ ਲੜਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ, ਤੇ ਮੈਨੂੰ ਬਹੁਤ ਸੈਟੀਸਫੈਕਸ਼ਨ ਮਿਲੂਗੀ ਕਿ ਮੈਂ ਕਿਸੇ ਕੰਮ ਆ ਸਕਿਆ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਮੈਂ ਉਮੀਦ ਕਰਦੀ ਹਾਂ ਜਿੰਨੇ ਲੋਕ ਵੀ ਤੁਹਾਨੂੰ ਸੁਣਨਗੇ ਉਹਨਾਂ ਦੀ ਸੋਚ ਕਿਤੇ ਨਾ ਕਿਤੇ ਜ਼ਰੂਰ ਬਦਲੇਗੀ ਤੇ ਇਸ ਬਾਰੇ ਸੋਚਿਆ ਜਾਏਗਾ ਕਿ ਸਾਨੂੰ ਐਕਚੁਅਲੀ ਪਲੈਨਿੰਗ ਨਾਲ ਚੱਲਣਾ ਪਏਗਾ। ਜਿਹੜੀ ਸਾਡੇ ਵਿੱਚ ਕਮਿਊਨੀਕੇਸ਼ਨ ਦਾ ਗੈਪ ਆ ਉਹਨੂੰ ਖਤਮ ਕਰਕੇ ਹੀ ਅਸੀਂ ਸਕਸੈਸ ਪਾ ਸਕਦੇ ਹਾਂ। ਬਹੁਤ ਬਹੁਤ ਮਿਹਰਬਾਨੀ ਸਰ। ਸੋ ਦਰਸ਼ਕੋ, ਇਹ ਸੀ ਸਾਡਾ ਪ੍ਰੋਗਰਾਮ ਪ੍ਰਾਈਡ ਪੰਜਾਬ ਟੀਵੀ ਤੇ, ਜਿਹਦੇ ਵਿੱਚ ਅਸੀਂ ਗੱਲ ਕੀਤੀ ਖੇਤੀ ਕਾਨੂੰਨਾਂ ਦੇ ਸੋਲੂਸ਼ਨਸ ਬਾਰੇ, ਕਿਉਂਕਿ ਪ੍ਰੋਬਲਮ ਬਾਰੇ ਹਰ ਕੋਈ ਗੱਲ ਕਰਦਾ, ਸੋਲੂਸ਼ਨ ਤੇ ਕੋਈ ਗੱਲ ਨਹੀਂ ਹੋ ਰਹੀ। ਤੇ ਦਰਸ਼ਕੋ, ਇਹ ਅਸੀਂ ਤੁਹਾਡੇ ਤੇ ਛੱਡਦੇ ਹਾਂ ਕਿ ਜਿਵੇਂ ਮੰਗਲ ਢਿੱਲੋਂ ਜੀ ਨੇ ਤੁਹਾਡੇ ਨਾਲ ਬਹੁਤ ਸਾਰੇ ਸੋਲੂਸ਼ਨ ਸ਼ੇਅਰ ਕੀਤੇ, ਤੁਹਾਨੂੰ ਬਹੁਤ ਵਧੀਆ ਗੱਲਾਂ ਦੱਸੀਆਂ ਕਿ ਸਭ ਤੋਂ ਪਹਿਲਾਂ ਸਾਨੂੰ ਕਮਿਊਨੀਕੇਸ਼ਨ ਗੈਪ ਨੂੰ ਖਤਮ ਕਰਨਾ ਪਏਗਾ। ਇਹ ਚੀਜ਼ ਸਾਡੇ ਕਿਸਾਨ ਲੀਡਰਾਂ ਨੂੰ ਵੀ ਸਮਝਣੀ ਪਏਗੀ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸੁਣਨ ਵਾਲੇ ਸਾਰੇ ਇਸ ਗੱਲ ਦਾ ਪੂਰਾ ਧਿਆਨ ਰੱਖੋਗੇ। ਮਿਲਾਂਗੇ ਫਿਰ ਤੋਂ ਕਿਸੇ ਇਮੇਲੀ ਹਸਤੀ ਨਾਲ, ਹੋ ਸਕਦਾ ਅਸੀਂ ਫਿਰ ਤੋਂ ਮੰਗਲ ਢਿੱਲੋਂ ਜੀ ਦਾ ਹੀ ਟਾਈਮ ਲਈਏ ਥੋੜਾ, ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।